शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल। हरजीत सिंह गिल शो लैके तुहाडी सेवा दे विच हाज़र। 9:14 होए ने 23 मार्च का दिन है, वरा 2021 का मंगलवार है, 10 चेत नानकशे संमत 552। निघा हार्दिक स्वागत है जी। ਅੱਜ ਦੇ ਇਸ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਸਰਦਾਰ ਨਵਕਿਰਨ ਸਿੰਘ ਪੱਤੀ ਦੇਸ਼ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਕਰਨਗੇ। ਉਸ ਤੋਂ ਬਾਅਦ ਕੁਝ ਖਾਸ ਖਬਰਾਂ ਤੁਹਾਡੇ ਲਈ, ਤੇ ਉਸ ਤੋਂ ਬਾਅਦ 10:05 ਤੇ ਸਰਦਾਰ ਹਰਿੰਦਰ ਸਿੰਘ ਟੈਕਸਸ ਸਿੱਖ ਰਿਸਰਚ ਇੰਸਟੀਚਿਊਟ ਵਾਲੇ ਸ਼ਹੀਦ ਆਜ਼ਮ ਸ਼ਹੀਦ ਸਰਦਾਰ ਭਗਤ ਸਿੰਘ ਉਹਨਾਂ ਦੀ ਸ਼ਹੀਦੀ ਦਿਨ ਤੇ, ਰਾਜਗੁਰੂ ਸੁਖਦੇਵ ਉਹਨਾਂ ਦੀ ਸ਼ਹੀਦੀ ਦਿਨ ਤੇ ਸ਼ਾਮਲ ਹੋਣਗੇ। ਸ਼ਹੀਦ ਭਗਤ ਸਿੰਘ ਹੋਰਾਂ ਦੇ ਵਿਚਾਰ, ਉਹਨਾਂ ਦੇ ਸੁਨੇਹੇ ਬਾਰੇ 10-15 ਮਿੰਟ ਗੱਲਬਾਤ ਹੋਏਗੀ। ਉਸ ਤੋਂ ਬਾਅਦ ਸਤਵੀਰ ਸਿੰਘ ਗਿੱਲ ਵਿੱਤੀ ਮਾਮਲਿਆਂ ਬਾਰੇ ਗੱਲਬਾਤ ਕਰਨਗੇ ਕਿ ਆਉਣ ਵਾਲੀ ਸਾਡੀ ਇੱਥੇ ਦੀ ਪੀੜ੍ਹੀ ਨੂੰ ਕਿਵੇਂ ਸਿਖਾਇਆ ਜਾਵੇ ਕਿ ਪੈਸੇ ਧੇਲੇ ਡਾਲਰਾਂ ਨੂੰ ਕਿਵੇਂ ਖਰਚਣਾ, ਕਿਵੇਂ ਬੱਚਤ ਕਰਨੀ ਹੈ। ਹੂ ਕੇਅਰਸ ਜਿਹੜਾ ਕਹਿੰਦੇ ਨੇ, ਮੋਢੇ ਚੱਕ ਕੇ ਸ਼ੁਰੁਕ ਕਰਦੇ ਨੇ, ਉਹਨਾਂ ਨੂੰ ਕਿਵੇਂ ਪਰਾਂ ਕਰਨਾ। ਓਨਲੀ $200 ਜਿਹੜਾ ਇਹ ਕਹਿੰਦੇ ਨੇ, ਉਸ ਨੂੰ ਕਿਵੇਂ ਸਮਝਾਉਣਾ। ਵਿੱਤੀ ਮਾਮਲਿਆਂ ਦੇ ਵਿੱਚ ਸਤਵੀਰ ਸਿੰਘ ਗਿੱਲ ਸ਼ਾਮਲ ਹੋਣਗੇ। ਸ਼ੇਰੇ ਪੰਜਾਬ radio.ca ਤੇ ਸਿੱਧਾ ਪ੍ਰਸਾਰਨ ਚੱਲ ਰਿਹਾ ਹੈ। 604-204 0600 6042040600 ਆਨ 에ਅਰ ਨੰਬਰ ਹੈ। 604-729-1224 WhatsApp ਤੇ ਟੈਕਸਟ ਲਈ 6047291224 ਇਹ ਮੇਰਾ ਸੈੱਲ ਨੰਬਰ ਹੈ। ਕੋਈ ਮਜਬੂਰੀ ਨਹੀਂ, ਜੇ ਦਿਲ ਕਰੇ ਤਾਂ ਖਤ ਲਿਖੀ। ਕੋਈ ਮਜਬੂਰੀ ਨਹੀਂ, ਜੇ ਦਿਲ ਕਰੇ ਤਾਂ ਖਤ ਲਿਖੀ। ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ। ਹੈ ਬਹਾਰਾਂ ਦਾ ਜੇ ਮੌਸਮ ਤੂੰ ਜੰਮ ਜੰਮ ਮਾਣ ਇਹ, ਤੇਰੇ ਆਂਗਣ ਵਿੱਚ ਜਦੋਂ ਪੱਤੇ ਝੜੇ ਤਾਂ ਖਤ ਲਿਖੀ। ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ। ਜ਼ਿੰਦਗੀ ਵਿੱਚ ਜਦ ਕਦੇ ਤਲਖੀ ਵਧੇ ਤਾਂ ਖਤ ਲਿਖੀ। ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ ਚੋਂ ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖਤ ਲਿਖੀ। ਮੇਰੀ ਬੰਜਰ ਖਾਕ ਨੂੰ ਤਾਂ ਖਾਬ ਤੱਕ ਆਉਣਾ ਨਹੀਂ। ਜਦ ਤੇਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖਤ ਲਿਖੀ। ਮਹਿਫਲਾਂ ਵਿੱਚ, ਚਾਰ ਯਾਰਾਂ ਵਿੱਚ, ਉਤਸਵ ਵਿੱਚ ਵੀ ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖਤ ਲਿਖੀ। ਜੋ ਮੇਰਾ ਤੀਰਥ ਇਬਾਦਤ ਦੀਨ ਦੁਨੀਆ ਸੀ ਕਦੇ, ਜੋ ਤੇਰਾ ਤੀਰਥ ਇਬਾਦਤ ਦੀਨ ਦੁਨੀਆ ਸੀ ਕਦੇ, ਹੁਣ ਕਦੇ ਜਗਤਾਰ ਉਹ ਤੈਨੂੰ ਮਿਲੇ ਤਾਂ ਖਤ ਲਿਖੀ। ਕੋਈ ਮਜਬੂਰੀ ਨਹੀਂ, ਜੇ ਦਿਲ ਕਰੇ ਤਾਂ ਖਤ ਲਿਖੀ। ਰਿਸ਼ਤਿਆਂ ਦੀ ਭੀੜ 'ਚੋਂ ਫੁਰਸਤ ਮਿਲੇ ਤਾਂ ਖਤ ਲਿਖੀ। ਡਾਕਟਰ ਜਗਤਾਰ ਹੁਣਾਂ ਨੇ ਲਿਖਿਆ, ਉਹਨਾਂ ਦਾ ਵੀ ਜਨਮ ਦਿਨ ਹੈ। ਸਾਡੇ ਨਿਊਜ਼ਮੈਨ ਸਰਮੀਤ ਸਿੰਘ ਹੁਣਾਂ ਨੇ ਕਿਹਾ ਵੀ ਮੇਰੀ ਇਹ ਪਸੰਦ ਹੈ। ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਸ਼ੁਰੂਆਤ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਜੀ ਹੋਰਾਂ ਤੋਂ ਕਰਦੇ ਹਾਂ। ਅੱਜ ਦਾ ਦਿਨ ਕਿਵੇਂ ਮਨਾਇਆ ਗਿਆ ਪੰਜਾਬ ਦੇ ਵਿੱਚ? ਮੇਰੇ ਖਿਆਲ ਇਕੱਠ ਤਾਂ ਨਹੀਂ ਹੋਏ ਹੋਣਗੇ, ਜੇ ਹਸੈਨੀ ਵਾਲਾ ਵਗੈਰਾ ਜਾਂਦੇ ਹੁੰਦੇ ਸੀ, ਪਰ ਉਹ ਫੁੱਲਾਂ ਦੀਆਂ ਮਾਲਾਂ ਦਾ ਇੱਕ ਦਿਨ ਚੜਾਉਣ ਦਾ ਮਤਲਬ ਵੀ ਕੋਈ ਨਹੀਂ ਜੇ ਦਿਲ ਦੇ ਵਿੱਚ ਸਤਿਕਾਰ ਹੈ ਨਹੀਂ। ਰਾਜਨੀਤਿਕ ਬੰਦੇ ਬੱਧੇ ਰੁੱਧੇ ਜਾਂਦੇ ਆ ਉੱਥੇ ਨੂੰ। ਮੈਨੂੰ ਯਾਦ ਹੈ 84 ਤੋਂ ਬਾਅਦ, ਜਦ ਇੰਦਰਾ ਤੋਂ ਬਾਅਦ ਰਾਜੀਵ ਪੈਰ ਲਾਉਣ ਲੱਗਿਆ, ਉਸ ਸਮੇਂ ਪਹਿਲਾ ਸਮਾਗਮ ਪੰਜਾਬ ਦੇ ਵਿੱਚ ਹਸੈਨੀ ਵਾਲੇ ਲਈ ਰਾਜੀਵ ਤੋਂ ਕਰਵਾਇਆ ਸੀ। 23 ਮਾਰਚ ਦਾ ਦਿਨ ਆ ਗਿਆ ਸੀ। ਸੋ ਇਹ ਇਸ ਦੀ ਗੱਲਬਾਤ, ਕਿਉਂਕਿ ਪੈਰ ਉਹਨੂੰ ਪਤਾ ਸੀ ਵੀ ਹੁਣ ਕਿਵੇਂ ਪੈਰ ਪਾਵਾਂ, ਬਹਾਨੇ ਨਾਲ ਉਹਨੇ ਪੈਰ ਪਾਇਆ ਸੀ। ਅੱਜ ਦੇ ਦਿਨ ਬਾਰੇ ਖਾਸ ਦੱਸੋ। ਜੀ ਜੀ ਗਿੱਲ ਸਾਹਿਬ, ਤੁਸੀਂ ਬੜੀ ਇਤਿਹਾਸਕ ਧਰਤੀ ਦੀ ਗੱਲ ਕੀਤੀ ਹੈ। ਮੈਂ ਵੀ ਕਈ ਵਾਰ ਗਿਆ ਉੱਥੇ 23 ਮਾਰਚ ਦੇ ਦਿਨ, ਔਰ ਹਸੈਨੀ ਵਾਲਾ ਦੀ ਉਹ ਧਰਤੀ ਭਾਰਤ ਪਾਕਿਸਤਾਨ ਦੀ ਵੰਡ ਦਾ ਉਹ ਮੂੰਹ ਬੋਲਦੀ ਤਸਵੀਰ ਹੈ ਇੱਕ। ਔਰ ਉਸੇ ਧਰਤੀ ਦੇ ਉੱਤੇ ਅੱਜ 23 ਮਾਰਚ ਦੇ ਦਿਨ ਰਾਤ ਨੂੰ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਉਹਨਾਂ ਦੀਆਂ ਲਾਸ਼ਾਂ ਨੂੰ ਜਿਹੜਾ ਸਤਲੁਜ ਦੇ ਵਿੱਚ ਵਹਾ ਦਿੱਤਾ ਗਿਆ ਸੀ। ਸੋ 23 ਮਾਰਚ ਦਾ ਦਿਨ ਬੜਾ ਅਹਿਮੀਅਤ ਰੱਖਦਾ। ਇਸ ਵਾਰ ਅਸੀਂ ਕਿਸਾਨੀ ਅੰਦੋਲਨ ਆ ਜਿਹੜਾ ਉਹ ਚੱਲ ਰਿਹਾ, ਔਰ ਪੂਰਾ ਪੰਜਾਬ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਰਾਂ ਦੀ ਵਿਚਾਰਧਾਰਾ ਦੇ ਉੱਤੇ ਚੱਲ ਕੇ ਹਕੂਮਤ ਦੇ ਨਾਲ ਆਡਾ ਲਾਈ ਬੈਠਾ। ਇਸ ਕਰਕੇ ਇਹ ਦਿਨ ਪੰਜਾਬ 'ਚ ਵੀ ਗਿੱਲ ਸਾਹਿਬ ਮਨਾਇਆ ਗਿਆ। ਹਸੈਨੀ ਵਾਲਾ ਦੇ ਵਿੱਚ ਵੀ ਸਮਾਗਮ ਹੋਇਆ, ਇੱਕ ਸਰਕਾਰੀ ਸਮਾਗਮ ਹੋਇਆ। ਉਸ ਸਰਕਾਰੀ ਸਮਾਗਮ ਦੇ ਵਿੱਚ
ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਉਹ ਹੁਸੈਨੀ ਵਾਲਾ ਪਹੁੰਚੇ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਪਿੰਕੀ ਤੇ ਕੁਲਵੀਰ ਸਿੰਘ ਜੀਰਾ ਉਹਨਾਂ ਦੀ ਅਗਵਾਈ 'ਚ ਇੱਕ ਟਰੈਕਟਰ ਮਾਰਚ ਵੀ ਕੀਤਾ ਗਿਆ। ਤੇ ਦੂਜੇ ਪਾਸੇ ਕੁਛ ਜਥੇਬੰਦੀਆਂ ਦੇ ਵੱਲੋਂ ਵੀ, ਭਾਰਤੀ ਕ੍ਰਾਂਤੀਕਾਰੀ ਤੇ ਹੋਰ ਕੁਝ ਜਥੇਬੰਦੀਆਂ ਵੱਲੋਂ ਵੀ ਹੁਸੈਨੀ ਵਾਲਾ ਦੇ ਵਿੱਚ ਬਕਾਇਦਾ ਅਲੱਗ ਸਟੇਜ ਲਾ ਕੇ ਇੱਕ ਇਨਕਲਾਬੀ ਸਮਾਗਮ ਆ ਜਿਹੜਾ ਉਹ ਕੀਤਾ ਗਿਆ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਟਕੜ ਕਲਾਂ ਸ਼ਹੀਦ ਆਜਮ ਭਗਤ ਸਿੰਘ ਹੋਰਾਂ ਦੀ ਜੰਮਣ ਤੋਂ ਉੱਥੇ ਵੀ ਸਮਾਗਮ ਰੱਖਿਆ ਗਿਆ ਸੀ। ਰਾਤ ਮੀਂਹ ਹਨੇਰੀ ਕਰਕੇ ਟੈਂਟ ਪੱਟਿਆ ਗਿਆ। ਫਿਰ ਉਹ ਸਮਾਗਮ ਉੱਥੋਂ ਅੱਜ ਬੰਗੇ ਦੀ ਅਨਾਜ ਮੰਡੀ ਦੇ ਵਿੱਚ, ਬੰਗਾ ਦੀ ਅਨਾਜ ਮੰਡੀ ਦੇ ਵਿੱਚ ਜਿਹੜਾ ਉਹ ਕੀਤਾ ਗਿਆ। ਇਸ ਤੋਂ ਇਲਾਵਾ ਗਿੱਲ ਸਾਹਿਬ, ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚੋਂ ਸੱਦਾ ਦਿੱਤਾ ਗਿਆ ਸੀ ਨੌਜਵਾਨਾਂ ਨੂੰ ਕਿ ਨੌਜਵਾਨ ਸਪੈਸ਼ਲੀ ਜਿਹੜਾ ਉਹ ਕੇਸਰੀ ਪੱਗਾਂ ਬੰਨ੍ਹ ਕੇ ਪਹੁੰਚਣ ਤੇ ਨੌਜਵਾਨਾਂ ਦੇ ਵੱਡੇ ਕਾਫਲੇ, ਜਿੰਨੀਆਂ ਟ੍ਰੇਨਾਂ ਗਈਆਂ, ਟ੍ਰੇਨਾਂ ਭਰੀਆਂ ਗਈਆਂ, ਕਾਰਾਂ, ਟਰੈਕਟਰ ਟਰਾਲੀਆਂ, ਜੀਪਾਂ, ਹੋਰ ਬੜੇ ਕਾਫਲੇ ਨੇ ਜਿਹੜੇ ਬੱਸਾਂ ਦੇ ਵਿੱਚ ਵੀ, ਟਰੱਕਾਂ ਦੇ ਵਿੱਚ ਵੀ ਦਿੱਲੀ ਦੇ ਟੀਕਰੀ ਬਾਰਡਰ ਦੇ ਉੱਤੇ ਵੀ, ਸਿੰਘੂ ਬਾਰਡਰ ਦੇ ਉੱਤੇ ਵੀ, ਗਾਜੀਪੁਰ ਵਾਲੇ ਦੇ ਉੱਤੇ ਵੀ ਪਹੁੰਚੇ ਤੇ ਉੱਥੇ ਨਾਟਕ ਮੇਲੇ ਵੀ ਹੋਏ ਔਰ ਸਮਾਗਮ ਵੀ ਹੋਏ। ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰਾਂ ਦੀ ਸ਼ਹੀਦੀ ਨੂੰ ਸਿਜਦਾ ਵੀ ਕੀਤਾ ਗਿਆ ਔਰ ਬੁਲਾਰਿਆਂ ਨੇ ਵੀ ਆਪਣੇ ਭਾਸ਼ਣਾਂ ਦੇ ਵਿੱਚ ਜਿਹੜਾ ਉਹ ਇਹਨਾਂ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਦੀ ਗੱਲ ਆ ਜਿਹੜੀ ਉਹ ਕੀਤੀ। ਕਿਉਂਕਿ ਡਰਾਮੇ ਤਾਂ RSS ਵੀ ਕਰਦੀ ਆ, ਭਾਰਤੀ ਜਨਤਾ ਪਾਰਟੀ ਵੀ ਕਰਦੀ ਆ ਕਿ ਉਹ ਵੀ ਸ਼ਹੀਦ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਨ ਮਨਾਉਂਦੇ ਨੇ। ਲੇਕਿਨ ਸ਼ਹੀਦ ਭਗਤ ਸਿੰਘ ਹੋਰਾਂ ਨੇ ਤਾਂ ਪਹਿਲਾਂ ਹੀ ਲਿਖ ਦਿੱਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਮਝੌਤਾ ਹੋ ਸਕਦਾ ਜਿਹਦੇ ਤਹਿਤ ਅੰਗਰੇਜ਼ ਇੱਥੋਂ ਜਾਣਗੇ ਤੇ ਉਹਨਾਂ ਦੇ ਪਰਖੇ ਹੋਏ ਦਲਾਲ ਇੱਥੇ ਆਉਣਗੇ। ਔਰ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਸੀ ਜਿਹੜੀ ਉਹ ਤਾਂ ਮੁਕੰਮਲ ਆਜ਼ਾਦੀ ਦੀ ਵਿਚਾਰਧਾਰਾ ਸੀ ਕਿ ਉਹ ਤਾਂ ਅਜਿਹੀ ਵਿਚਾਰਧਾਰਾ ਜਿਹਦੇ 'ਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਇੱਕ ਸਮਾਜਵਾਦ ਦੀ ਸਿਰਜਣਾ, ਇੱਕ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ, ਉਹ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ। ਤੇ ਉਸ ਵਿਚਾਰਧਾਰਾ ਦੇ ਉੱਤੇ ਪਹਿਰਾ ਦੇ ਕੇ ਹੀ ਅੱਜ ਦਾ ਜਿਹੜਾ ਕਿਸਾਨੀ ਅੰਦੋਲਨ ਹੈ ਚੱਲ ਰਿਹਾ। ਕਿਉਂਕਿ ਭਗਤ ਸਿੰਘ ਨੇ ਵੀ ਜਿੱਥੋਂ ਸਿੱਖਿਆ, ਉਹ ਚਾਚਾ ਅਜੀਤ ਸਿੰਘ ਸੀ, ਉਹ ਗਦਰ ਪਾਰਟੀ ਸੀ, ਉਹ ਕਰਤਾਰ ਸਿੰਘ ਸਰਾਭਾ ਸੀ ਔਰ ਉਸੇ ਲਹਿਰ ਦੇ ਵਿੱਚੋਂ ਅੱਜ ਪ੍ਰੇਰਨਾ ਸਰੋਤ ਆ ਜਿਹੜੀ ਸਾਡੀ ਪੂਰੀ ਕੌਮ ਜਿਹੜੀ ਉਹ ਲੈ ਰਹੀ ਆ ਔਰ ਪੂਰਾ ਦੇਸ਼ ਅੱਜ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਸਜਦਾ ਕਰ ਰਿਹਾ ਜੀ। ਇਸ ਦੇ ਨਾਲ ਹੀ ਇਹ ਦੱਸਿਓ ਕਿ ਬਾਘੇ ਪੁਰਾਣੇ ਵਾਲੀ ਰੈਲੀ ਵਧੀਆ ਹੋ ਗਈ, ਭਗਵੰਤ ਮਾਨ ਵਧੀਆ ਬੋਲੇ, ਪਰ ਸਿੱਖ ਪ੍ਰਚਾਰਕ ਸਰਦਾਰ ਢਪਾਲੀ ਨੇ ਚੈਲੰਜ ਕਰਤਾ ਵੀ ਜਿਹੜੀ ਕਮੇਟੀ ਹੈ ਉਹ ਸਟੈਂਡਿੰਗ ਕਮੇਟੀ ਦੇ ਵਿੱਚ ਭਗਵੰਤ ਮਾਨ ਵੀ ਸੀ ਤੇ ਇੱਕ ਜਿਹੜਾ ਕਾਨੂੰਨ ਲਾਗੂ ਕਰਨ ਦੀ ਗੱਲ ਕੀਤੀ ਆ ਉਹਦੇ 'ਚ ਭਗਵੰਤ ਮਾਨ ਨੇ ਕੋਈ ਚਾਰਾ ਨਹੀਂ ਕੀਤਾ। ਇਹ ਗੱਲ ਕਿੰਨੀ ਕੁ ਸੱਚੀ ਹੈ? ਜੀ ਗੱਲ ਸਾਹਿਬ, ਦੇਖੋ ਇਹਦੀ ਚਰਚਾ ਬਹੁਤ ਚੱਲ ਰਹੀ ਹੈ ਔਰ ਇਹ ਮਸਲਾ ਦਰਅਸਲ ਇਹ ਹੈ ਕਿ ਸੰਸਦ ਦੀ ਇੱਕ ਸਟੈਂਡਿੰਗ ਕਮੇਟੀ ਹੈ, 13 ਪਾਰਟੀਆਂ ਉਹਦੇ ਵਿੱਚ ਸ਼ਾਮਲ ਨੇ ਔਰ ਉਸ ਕਮੇਟੀ ਦੀ ਰਿਪੋਰਟ ਆ ਜਿਹੜੀ ਉਹ ਲੋਕ ਸਭਾ ਦੇ ਵਿੱਚ ਰੱਖੀ ਗਈ ਆ। ਜਦੋਂ ਤਿੰਨੇ ਕਾਨੂੰਨਾਂ ਦੀ ਗੱਲ ਚੱਲਦੀ ਆ, ਉਹਨਾਂ ਚੋਂ ਜੇ ਕੋਈ ਮੈਨੂੰ ਪੁੱਛੇ ਕਿ ਤਿੰਨਾਂ ਚੋਂ ਸਭ ਤੋਂ ਖਤਰਨਾਕ ਕਾਨੂੰਨ ਕਿਹੜਾ, ਤਾਂ ਮੈਂ ਕਹੂੰਗਾ ਕਿ ਤਿੰਨੇ ਕਾਨੂੰਨ ਹੀ ਖਤਰਨਾਕ ਨੇ ਔਰ ਤਿੰਨਾਂ ਦੇ ਵਿੱਚੋਂ ਸਭ ਤੋਂ ਖਤਰਨਾਕ ਜਿਹੜਾ ਕਾਨੂੰਨ ਹੈ ਉਹ ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਆ। ਔਰ ਇਹੀ ਕਾਨੂੰਨ ਆ ਗਿੱਲ ਸਾਹਿਬ ਜਿਹਦੇ ਤਹਿਤ ਖੁੱਲ੍ਹ ਦਿੱਤੀ ਜਾਊਗੀ, ਜਿੰਨੀ ਮਰਜ਼ੀ ਸਟੋਰੇਜ ਕਰ ਲਓ, ਜਿੰਨੀ ਮਰਜ਼ੀ ਫਸਲ ਖਰੀਦੋ ਔਰ ਸਟੋਰ ਕਰ ਲਓ, ਉਹਦੇ ਬਾਅਦ ਕਿੱਲਤ ਪੈਦਾ ਹੋਊਗੀ, ਫਿਰ ਉਸ ਤੋਂ ਬਾਅਦ ਮੁਨਾਫਾ ਕਮਾਊਗਾ ਵਪਾਰੀ। ਤਾਂ ਇਸ ਕਾਨੂੰਨ ਦੇ ਬਾਰੇ ਦੇ ਵਿੱਚ ਸਟੈਂਡਿੰਗ ਕਮੇਟੀ ਦੀ ਜਿਹੜੀ ਰਿਪੋਰਟ ਆਈ ਆ ਉਹ ਕਹਿੰਦੀ ਆ ਕਿ ਇਸ ਕਾਨੂੰਨ ਨੂੰ ਲਾਗੂ ਕਰਨਾ ਚਾਹੀਦਾ। ਔਰ ਇਸ ਜਿਹੜੀ ਕਮੇਟੀ ਆ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੇਨ ਵਿਅਕਤੀ ਨੇ, ਜਿਹੜੀ ਬਹੁ ਗਿਣਤੀ ਆ ਉਹ BJP ਦੀ ਆ, ਲੇਕਿਨ ਕਾਂਗਰਸ ਵੀ ਹੈ, ਤ੍ਰਿਣਮੂਲ ਕਾਂਗਰਸ ਵੀ ਆ, ਆਮ ਆਦਮੀ ਪਾਰਟੀ ਵੀ ਹੈ, NCP ਵੀ ਹੈ, ਸ਼ਿਵ ਸੈਨਾ ਵੀ ਹੈ, 13 ਪਾਰਟੀਆਂ ਨੇ। ਔਰ ਇਹ ਜਿਹੜੇ ਤਿੰਨੇ ਵਿਵਾਦਤ ਕਾਨੂੰਨ ਨੇ, ਇਹਨਾਂ ਚੋਂ ਇੱਕ ਕਾਨੂੰਨ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਇਆ। ਇਹ ਕਮੇਟੀ ਦੇ ਜਿਹੜੇ ਮੁਖੀ ਨੇ ਉਹ ਤ੍ਰਿਣਮੂਲ ਕਾਂਗਰਸ ਦੇ ਸੰਦੀਪ ਬੰਦੋਪਾਧਿਆਏ ਨੇ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਦੱਸਿਆ ਗਿਆ ਕਿ ਕਾਨੂੰਨ ਆ ਜਿਹੜਾ ਡਿਸਕਸ ਹੋਇਆ। ਮਿੰਟਸ ਬਕਾਇਦਾ ਹੈਗੇ ਨੇ ਔਰ ਈਮੇਲਸ ਵੀ ਭੇਜੀਆਂ ਗਈਆਂ ਜਿੰਨੇ ਵੀ ਕਮੇਟੀ ਮੈਂਬਰ ਨੇ ਉਹਨਾਂ ਨੂੰ। ਔਰ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਜਾ ਕੇ ਦੀ ਰਿਪੋਰਟ ਰੱਖ ਦਿੱਤੀ ਗਈ ਕਿ ਆਹ ਲਓ ਜੀ, ਇਹਦੇ ਤੇ ਸਹਿਮਤੀ ਬਣਦੀ ਹੈ, ਕਾਨੂੰਨ ਲਾਗੂ ਹੋਣਾ ਚਾਹੀਦਾ। ਲੇਕਿਨ ਜਿਉਂ ਹੀ ਕਮੇਟੀ ਦੀ ਰਿਪੋਰਟ ਲੋਕ ਸਭਾ 'ਚ ਗਈ ਤਾਂ ਉੱਥੇ ਹਾਹਾਕਾਰ ਮਚ ਗਈ ਔਰ ਉਦੋਂ ਬਾਅਦ ਮੀਡੀਆ 'ਚ ਮਸਲਾ ਆ ਗਿਆ ਕਿ ਇਹ ਤਾਂ ਸਾਨੂੰ ਪੰਜਾਬ ਦੇ ਵਿੱਚ ਕਹੀ ਜਾਂਦੇ ਨੇ ਕਿ ਕਾਨੂੰਨ ਲਾਗੂ ਨਹੀਂ ਹੋਣੇ ਚਾਹੀਦੇ ਔਰ ਤਿੰਨਾਂ ਦੇ ਵਿੱਚੋਂ ਇੱਕ ਕਾਨੂੰਨ ਜਿਹੜਾ ਜ਼ਰੂਰੀ ਵਸਤਾਂ ਸੋਧ ਬਿੱਲ ਆ ਉਹਨੂੰ ਇਹ ਲਾਗੂ ਕਰਾਈ ਜਾਂਦੇ। ਉਸ ਤੋਂ ਬਾਅਦ ਗਿੱਲ ਸਾਹਿਬ ਹੁਣ ਮਸਲਾ ਇਹ ਆ, ਭਗਵੰਤ ਮਾਨ ਨੇ ਅੱਜ ਬਕਾਇਦਾ ਬਿਆਨ ਜਾਰੀ ਕੀਤਾ। ਉਹ ਕਹਿੰਦਾ ਵੀ ਮੈਂ ਸਹਿਮਤ ਨਹੀਂ ਹਾਂ। ਇਹ ਜਾਣ ਬੁੱਝ ਕੇ ਕਹਿੰਦਾ ਵੀ ਚੁੱਪਚਾਪ ਇਹਨਾਂ ਨੇ ਮੇਰਾ ਨਾਂ ਪਾ ਕੇ ਇਹਨੂੰ ਲਾਗੂ ਕੀਤਾ ਗਿਆ, ਮੇਰਾ ਕੋਈ ਅਜਿਹੇ ਮਨਸ਼ਾ ਨਹੀਂ ਸੀ। ਲੇਕਿਨ ਭਾਜਪਾ ਕਹਿ ਰਹੀ ਹੈ ਕਿ ਭਗਵੰਤ ਮਾਨ
ਦੇ ਫਿਰ ਮਿੰਟ ਦਿਖਾਵੇ ਜਿੱਥੇ ਇਹਨੇ ਨੋਟ ਲਿਖਾਇਆ ਕਿ ਭਾਈ ਮੈਂ ਸਹਿਮਤ ਨਹੀਂ। ਦੂਜੇ ਬੰਨੇ ਕਾਂਗਰਸ ਵੀ ਇਹ 'ਚ ਘਿਰਦੀ ਨਜ਼ਰ ਆ ਰਹੀ ਆ। ਉਧਰ ਰਵਨੀਤ ਬਿੱਟੂ ਕਹਿ ਰਹੇ ਨੇ, ਉਹ ਕਹਿੰਦੇ ਭਗਵੰਤ ਮਾਨ ਨੇ ਮੇਰੇ ਸਾਹਮਣੇ ਕਿਹਾ ਸੀ ਵੀ ਮੈਂ ਸਹਿਮਤ ਨਹੀਂ ਹਾਂ, ਲੇਕਿਨ ਸਬੂਤ ਉਹਨਾਂ ਕੋਲੇ ਵੀ ਕੋਈ ਨਹੀਂ ਹੈ। ਸੋ ਇਹ ਜਿਹੜਾ ਮਸਲਾ ਹੈਗਾ, ਮਸਲਾ ਉਲਝ ਗਿਆ ਗਿੱਲ ਸਾਹਿਬ। ਇਹਦੇ ਤੇ ਹੁਣ ਭਗਵੰਤ ਮਾਨ ਕਹਿੰਦਾ ਵੀ ਮੈਂ ਤਾਂ ਦਿਖਾਉਣਾ ਮਿੰਟ, ਔਰ ਮੈਂ ਤਾਂ ਤੁਹਾਨੂੰ ਦਿਖਾਉਣਾ ਕਿ ਆਹ ਦੇਖੋ ਮੈਂ ਕਿਹਾ ਵਿਰੋਧ, ਲੇਕਿਨ ਉਹ ਕਹਿੰਦਾ ਜਿਹੜੀ 5 ਜੂਨ 2020 ਨੂੰ ਮੀਟਿੰਗ ਹੋਈ ਹੈ, ਜਿਹਦੇ 'ਚ ਹਰਸਿਮਰਤ ਕੌਰ ਬਾਦਲ ਸਹਿਮਤੀ ਦੇ ਕੇ ਆਈ ਆ ਤਿੰਨੇ ਕਾਨੂੰਨਾਂ ਦੇ ਉੱਤੇ, ਉਹ ਵੀ ਲੈ ਕੇ ਆਵੇ। ਤਾਂ ਹੁਣ ਇੱਕ ਦੂਜੇ ਨਾਲ ਮਿਹਣੋ ਤਾਂ ਹੋ ਰਹੇ ਨੇ, ਲੇਕਿਨ ਇਹਦੇ 'ਚ ਲਾਸ ਕਿਹਦਾ ਹੋ ਰਿਹਾ? ਲਾਸ ਇਹ 'ਚ ਹੋ ਰਿਹਾ ਕਿਸਾਨੀ, ਲਾਸ ਹੋ ਰਿਹਾ ਪੰਜਾਬ ਦਾ। ਹੁਣ ਉਹ ਅਜੇ ਤੱਕ ਉਹ ਗੱਲ ਦਾ ਵੀ ਪਾਰਨਤਾਰਾ ਨਹੀਂ ਹੋਇਆ ਜਿਹੜੀ ਕੇਂਦਰ ਸਰਕਾਰ ਕਹਿੰਦੀ ਸੀ ਵੀ ਮਨਪ੍ਰੀਤ ਬਾਦਲ ਦਾ ਵਿਭਾਗ ਹੈ ਪੰਜਾਬ ਦੇ ਵਿੱਚੋਂ, ਇਹ ਸਾਨੂੰ ਕਹਿ ਕੇ ਗਏ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਕਿ ਸਾਡੀ ਸਹਿਮਤੀ ਆ। ਹੁਣ ਸਿੱਧੀ ਅਦਾਇਗੀ ਵਾਲੀ ਗੱਲ ਵੀ ਹੈ ਜਿਹੜੀ, ਉਹਦੇ 'ਚ ਲੋਕ ਸਭਾ ਦੇ ਵਿੱਚ ਖੜ ਕੇ ਕਹਿਤਾ ਕੇਂਦਰ ਸਰਕਾਰ ਦੇ ਨੁਮਾਇੰਦੇ ਨੇ ਕਿ ਸਿੱਧੀ ਅਦਾਇਗੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਨਾਲ ਸਾਡੀ ਸਹਿਮਤੀ ਬਣੀ ਆ। ਪੰਜਾਬ ਸਰਕਾਰ ਨੇ ਸਾਨੂੰ ਕਿਹਾ ਕਿ ਹਾਂ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ ਕਰ ਦਿਓ, ਔਰ ਇੱਧਰੋਂ ਪੰਜਾਬ ਸਰਕਾਰ ਵਿਰੋਧ ਕਰ ਰਹੀ ਆ। ਉਹ ਇਹ ਕੀ ਖਿਚੜੀ ਪੱਕ ਰਹੀ ਹੈ ਗਿੱਲ ਸਾਹਿਬ, ਇਹ ਦੇਖਣੀ ਬਣਦੀ ਆ। ਕੀ ਇਹਦਾ ਕਾਰਨ ਇਹ ਆ ਵੀ ਉਹੀ ਵਾਨੀਆਂ ਅਡਾਨੀਆਂ ਤੋਂ ਸਾਰੀਆਂ ਪਾਰਟੀਆਂ ਨੂੰ ਫੰਡਿੰਗ ਹੁੰਦੀ ਆ ਵੋਟਾਂ ਦੇ ਵਿੱਚ, ਔਰ ਉਹ ਵਾਨੀਆਂ ਅਡਾਨੀਆਂ ਕੋਲੇ ਇਹਨਾਂ ਦਾ ਰਿਮੋਟ ਕੰਟਰੋਲ ਹੈ। ਤਾਂ ਕੀ ਇਹ ਮਸਲੇ ਨੂੰ ਇਸ ਤਰ੍ਹਾਂ ਸਮਝਿਆ ਜਾਵੇ ਕਿ ਚਾਹੇ ਕਾਂਗਰਸ ਹੈ, ਚਾਹੇ ਭਾਜਪਾ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਉਹ ਸਿੱਧੇ ਤੌਰ ਦੇ ਉੱਤੇ ਇਹ ਕਾਨੂੰਨਾਂ ਦੇ ਪੱਖ 'ਚ ਬੋਲਣ ਤੋਂ ਕੰਨੀ ਕਤਰਾਉਂਦੇ ਆ, ਲੋਕਾਂ 'ਚ ਆ ਕੇ ਵੋਟਾਂ ਤੋਂ ਡਰਦੇ ਵਿਰੋਧ ਕਰਦੇ। ਸੋ ਭਗਵੰਤ ਮਾਨ ਹੁਣ ਭਾਵੇਂ ਸਪਸ਼ਟੀਕਰਨ ਦੇ ਰਿਹਾ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਵਾਕਈ ਭਗਵੰਤ ਮਾਨ ਹੋਰਾਂ ਦਾ ਸਪਸ਼ਟੀਕਰਨ ਆ ਜਿਹੜਾ ਉਹ ਸਹੀ ਆ, ਜਾਂ ਜਿਹੜੀ ਫਿਰ ਭਾਜਪਾ ਨੇ, ਕਿਉਂਕਿ ਭਾਜਪਾ ਵੀ ਏਦਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਚੱਲਦੀ ਹੈ ਜਿੱਥੋਂ ਤੱਕ ਭਗਵੰਤ ਮਾਨ ਬਾਰੇ ਲੱਗਦਾ ਨਹੀਂ ਹੈ ਕਿ ਭਗਵੰਤ ਮਾਨ ਸਹਿਮਤੀ ਦੇ ਕੇ ਆਇਆ ਹੋਊਗਾ, ਤਾਂ ਉਹਦੇ ਚੋਂ ਇਉਂ ਵੀ ਲੱਗ ਸਕਦਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਵੀ ਬਹੁਤ ਸਾਰੇ ਮਸਲਿਆਂ ਦੇ ਵਿੱਚ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਕਰਦੀ ਆਈ। ਜੀ ਧੰਨਵਾਦ। ਅੱਛਾ, ਸਵੇਰੇ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦਿਓ ਇਹ ਖਬਰ ਮਿਲੀ ਕਿ ਉੱਥੇ ਬਹੁਤ ਜਿਹੜਾ ਨਵਾਂ ਜਿਹੜਾ ਕਰੋਨਾ ਵਾਇਰਸ ਹੈ ਉਹ ਵੱਧ ਰਿਹਾ, ਜਿਹੜਾ ਜਿਹਨੂੰ ਇੰਗਲੈਂਡ ਵਾਲਾ ਕਹਿੰਦੇ ਨੇ, ਤੇ ਇਹਦੇ ਬਾਰੇ ਕੀ ਖਬਰ ਆ? ਵਾਕਈ ਵੱਧ ਰਿਹਾ? ਬਹੁਤ ਉੱਚ ਅਧਿਕਾਰੀ ਨੇ ਪੁਲਿਸ ਦੇ ਨੇ ਗੱਲ ਦੱਸੀ ਕਿ ਸ਼ਹਿਰ ਦੇ ਵਿੱਚ ਬਹੁਤ ਕੇਸ ਯਕਦਮ ਵਧੇ ਨੇ। ਉਹ ਡਾਕਟਰਾਂ ਤੋਂ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਖਬਰਾਂ ਆਈਆਂ ਨੇ, ਤੁਹਾਡੇ ਕੋਲ ਕੋਈ ਜਾਣਕਾਰੀ ਹੈ? ਜੀ ਗਿੱਲ ਸਾਹਿਬ, ਦੇਖੋ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਕਿਹਾ ਗਾ, ਉਹਨਾਂ ਨੇ ਅੰਕੜਿਆਂ ਸਹਿਤ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਉਹ ਕਹਿੰਦਾ ਸੀ 401 ਸੈਂਪਲ ਜਾਂਚ ਲਈ ਭੇਜੇ, ਔਰ ਇਹਨਾਂ ਚੋਂ 81% ਜਿਹੜੇ 81% ਸੈਂਪਲ ਨੇ ਉਹ ਜਿਹੜਾ ਬਰਤਾਨੀਆ 'ਚ ਫੈਲੀ ਕਿਸਮ ਆ COVID-19 ਦੀ, ਉਹਦੇ ਨਾਲ ਮਿਲਣ ਦੀ ਪੁਸ਼ਟੀ ਹੋਈ ਆ। ਉਹਨਾਂ ਦਾ ਕਹਿਣਾ ਇਹ ਆ ਕਿ 80% ਤੋਂ ਵੱਧ ਕੇਸ ਨੇ ਜਿਹੜੇ ਉਹ ਜਿਹੜਾ ਬਰਤਾਨੀਆ ਦੇ ਵਿੱਚ ਲਾਗ ਫੈਲੀ ਹੋਈ ਆ ਉਹਦੇ ਨਾਲ ਮਿਲਦੇ ਜੁਲਦੇ ਆ। ਔਰ ਹੁਣ ਜਿਹੜੇ ਮੌਤਾਂ ਦਾ ਅੰਕੜਾ ਗਾ ਉਹ ਵੀ ਵੱਧ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਅੱਜ ਜਿਹੜੇ 24 ਘੰਟਿਆਂ ਦੌਰਾਨ ਅੰਕੜਾ ਆਇਆ 53 ਮੌਤਾਂ ਹੋਈਆਂ ਨੇ, 2274 ਨਵੇਂ ਕੇਸ ਨੇ ਜਿਹੜੇ ਉਹ ਸਾਹਮਣੇ ਆਏ ਆ। ਪੰਜਾਬ 'ਚ ਹੁਣ ਤੱਕ 2,17,663 ਮਾਮਲੇ ਪੋਜ਼ਿਟਿਵ ਆਏ ਨੇ, ਜਿਹਦੇ 'ਚ 1,91,825 ਠੀਕ ਹੋਏ ਨੇ, ਤੰਦਰੁਸਤ ਹੋਏ। ਸੋ ਭਾਰਤ ਦੇ ਵਿੱਚ ਵੀ ਲਗਾਤਾਰ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਪੀਕ ਦੇ ਉੱਤੇ ਕੇਸ ਸੀ ਉਹ ਦੱਸੇ ਜਾ ਰਹੇ ਨੇ। ਲੇਕਿਨ ਬਹੁਤ ਸਾਰੇ ਲੋਕ ਗਿੱਲ ਸਾਹਿਬ ਨੂੰ ਇਸ ਰੂਪ ਦੇ ਵਿੱਚ ਦੇਖ ਰਹੇ ਨੇ ਕਿ ਇਹ ਸਰਕਾਰ ਦੀ ਅਸਲ ਦੇ ਵਿੱਚ ਕਿਸਾਨ ਅੰਦੋਲਨ ਨੂੰ ਉਠਾਉਣ ਦੀ ਇੱਕ ਸੋਚੀ ਸਮਝੀ ਜਿਹੜੀ ਪਲੈਨਿੰਗ ਹੈ। ਕਿਉਂਕਿ ਕਰਨਾਟਕਾ ਦੇ ਵਿੱਚ ਕੱਲ ਇੱਕ ਕਿਸਾਨ ਅੰਦੋਲਨ ਹੋਇਆ, ਔਰ ਕਰਨਾਟਕਾ ਵਾਲਿਆਂ ਨੇ ਹੁਣ ਇਹ ਕਹਿਤਾ ਵੀ ਸਾਡੇ ਇੱਥੇ ਜੇ ਕਿਸੇ ਨੇ ਬਾਹਰਲੀ ਸਟੇਟ ਚੋਂ ਆਉਣਾ ਹੈ, ਖਾਸ ਕਰਕੇ ਉਹਨਾਂ ਨੇ ਪੰਜਾਬ ਕਿਹਾ, ਜੇ ਪੰਜਾਬ ਖਾਸ ਕਰਕੇ ਜੇ ਕਿਸੇ ਨੇ ਆਉਣਾ ਤਾਂ ਸਾਨੂੰ ਨੈਗੇਟਿਵ ਰਿਪੋਰਟ ਦਿਖਾਓ ਪਹਿਲਾਂ ਉਹਦੀ COVID-19 ਦੀ, ਫਿਰ ਅਸੀਂ ਇੱਥੇ ਐਂਟਰੀ ਦੇਵਾਂਗੇ। ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਆ ਨਹੀਂ ਸਕਦੇ। ਔਰ ਹੋਲਾ ਮਹੱਲਾ ਦੇ ਉੱਤੇ ਪਹਿਲੇ ਹੀ ਇਸ ਵਿਸ਼ੇ ਦੀ ਚਰਚਾ ਚੱਲ ਚੁੱਕੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣੇ ਵਾਲੇ ਵੀ ਕਹਿ ਸਕਦੇ ਭਾਈ ਅਸੀਂ ਨਹੀਂ ਪੰਜਾਬ ਵਾਲਿਆਂ ਨੂੰ ਆਉਣ ਦਿੰਦੇ। ਸੋ ਇਹਨੂੰ ਅਜੇ ਤੱਕ ਗਿੱਲ ਸਾਹਿਬ ਦੇਖੋ ਅੰਕੜੇ ਨੇ, ਜਿਹੜੇ ਅੰਕੜੇ ਤਾਂ ਇਸ ਰੂਪ ਦੇ ਵਿੱਚ ਆ ਰਹੇ ਨੇ ਕਿ ਕੇਸਿਸ ਦੀ ਗਿਣਤੀ ਹੈ ਜਿਹੜੀ ਵੱਧ ਰਹੀ ਆ, ਪਰ ਇਹ ਤੇ ਮਾਹਰ ਇਹ ਵੀ ਕਹਿੰਦੇ ਨੇ ਵੀ ਟੈਸਟਿੰਗ ਰੇਟ ਵੀ ਵੱਧ ਰਿਹਾ। ਹੁਣ ਵੀ ਜਦੋਂ ਟੈਸਟਿੰਗ ਵਧਾਉਣਗੇ ਤਾਂ ਜ਼ਿਆਦਾ ਤੌਰ ਦੇ ਉੱਤੇ ਅੰਕੜੇ ਵਧਣਗੇ। ਉਹ ਕਹਿੰਦੇ ਪਹਿਲਾਂ ਟੈਸਟਿੰਗ ਘੱਟ ਸੀ, ਹੁਣ ਟੈਸਟਿੰਗ ਵੱਧ ਹੋਣ ਲੱਗੀ ਤਾਂ ਅੰਕੜੇ ਵਧਣਗੇ। ਔਰ ਇਸ ਨੂੰ ਹੁਣ ਕਿਸ ਰੂਪ ਦੇ ਵਿੱਚ ਦੇਖਿਆ ਜਾਵੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂ। ਕਈ ਵਾਰ ਗਿੱਲ ਸਾਹਿਬ ਉਹ ਜਿਹੜੀ ਪੁਰਾਣੀ ਕਹਾਵਤ ਹੁੰਦੀ ਹੈ ਸ਼ੇਰ ਆ ਗਿਆ, ਉਹ ਵੀ ਢੁੱਕ ਸਕਦੀ ਆ। ਜੀ ਅੱਛਾ, ਨਿਹੰਗਾਂ ਦੇ 2 ਦੇ ਕਤਲਾਂ ਦੀ ਗੱਲਬਾਤ ਜਿਹੜੀ ਹੈ ਉਹ ਬਹੁਤ ਉਲਝ ਰਹੀ ਹੈ। SSP ਤਰਨਤਾਰਨ ਦੀ ਗੱਲ ਜਿਹੜੀ ਹੈ
ਉਹ ਕਿਸੇ ਪਾਸੇ ਨਹੀਂ ਆਉਂਦੀ। ਇੱਕ ਹੋਰ ਵੀਡੀਓ ਵਾਇਰਲ ਹੋਈ ਆ ਜਿਹ 'ਚ ਇੱਕ ਬੰਦਾ ਗਾਲਾਂ ਕੱਢ ਰਿਹਾ ਤਰਨਤਾਰਨ ਦੀ ਪੁਲਿਸ ਨੂੰ। ਹੁਣ ਇਹ 2 SHO ਵਲਟੋਆ ਖੇਮ ਕਰਨ ਵਾਲੇ ਘੇਰਦੇ ਆ ਦੋਨਾਂ ਨੂੰ, ਨਿਹੰਗਾਂ ਨੂੰ, ਉਹ ਉਹਨਾਂ ਨੂੰ ਵੱਢ ਕੇ ਤੁਰ ਜਾਂਦੇ ਆ। ਗਾਂ DSP ਅੱਗੇੋਂ ਗੋਲੀ ਚਲਾ ਕੇ ਉਹ ਬੰਦੇ ਮਾਰ ਦਿੰਦਾ। ਗੱਲ ਕੀ ਹੈ ਅਸਲੇ, ਕਹਾਣੀ ਕੀ ਹੈ? ਦੇਖੋ ਗਿੱਲ ਸਾਹਿਬ, ਕਹਾਣੀਆਂ ਜਿਹੜੀ ਇਹ ਸਮਝ ਨਹੀਂ ਲੱਗ ਰਹੀ ਕਿ ਅਸਲ ਦੇ ਵਿੱਚ, ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਇਹਦੀ ਜਾਂਚ ਦੀ ਮੰਗ ਕਰ ਰਹੀਆਂ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਕਿ ਇਹਦੀ ਨਿਰਪੱਖ ਜਾਂਚ ਹੋਵੇ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਨਿਰਪੱਖ ਜਾਂਚ ਹੋਵੇ। ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਇਹਦੀ ਨਿਰਪੱਖ ਜਾਂਚ ਹੋਵੇ। ਸਟੂਡੈਂਟਸ ਫਾਰ ਸੁਸਾਇਟੀ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਪਹਿਲਾਂ ਮੰਗ ਕਰ ਚੁੱਕੀਆਂ ਨੇ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਕਿਉਂਕਿ ਗਿੱਲ ਸਾਹਿਬ, ਜਿਹੜੇ ਤੱਥ ਨੇ ਮੁੱਢਲੇ ਰੂਪ ਦੇ ਵਿੱਚ ਨਜ਼ਰ ਆ ਰਹੇ, ਮਸਲਾ ਮਹਾਰਾਸ਼ਟਰ ਦਾ, ਨੰਦੇੜ ਸਾਹਿਬ ਦਾ, ਉੱਥੋਂ ਦੀ ਪੁਲਿਸ ਅੱਜ ਪਹੁੰਚਦੀ ਹੈ, ਉੱਥੋਂ ਦੀ ਪੁਲਿਸ ਅੱਜ ਪਹੁੰਚੀ ਹੈ ਔਰ ਅੱਜ ਆ ਕੇ ਉਹਨਾਂ ਨੇ ਜਾਂਚ ਕੀਤੀ ਹੈ। ਤਾਂ ਉੱਥੋਂ ਉਹ ਕਹਿੰਦੇ ਨੇ ਪੰਜਾਬ ਪੁਲਿਸ ਨੂੰ ਕਿ ਭਾਈ ਤੁਹਾਡੇ ਇੱਥੇ ਬੰਦੇ ਆਏ ਨੇ, ਇਹਨਾਂ ਨੂੰ ਦੇਖੋ। ਔਰ ਪੰਜਾਬ ਪੁਲਿਸ ਜਦੋਂ ਉਹਨਾਂ ਦੇ ਪਾਲੇ ਪਾਸੇ ਨੂੰ ਜਾਂਦੀ ਹੈ ਤਾਂ ਉਹਨਾਂ ਨੇ ਕਹਿੰਦੇ ਹਮਲਾ ਕੀਤਾ। ਹਮਲਾ ਕਰਨ ਨੂੰ ਉਹਨਾਂ ਕੋਲੇ ਕਿਹੜੇ ਹਥਿਆਰ ਸੀ ਅਜੇ ਤੱਕ ਪੁਲਿਸ ਦੱਸ ਨਹੀਂ ਸਕੀ। ਕੀ ਉਹਨਾਂ ਕੋਲੇ ਅਸਾਲਟਾਂ ਸੀ, ਰਾਈਫਲਾਂ ਸੀ, ਪਿਸਟਲ ਸੀ, ਕੀ ਸੀ? ਔਰ ਅਗਲੀ ਗੱਲ ਇਹ ਕਿ ਜਿਹੜਾ ਪੁਲਿਸ ਮੁਕਾਬਲਾ ਹੁੰਦਾ ਹੈ ਉਹਦੇ ਵਿੱਚ ਅਕਸਰ ਹੀ ਪੁਲਿਸ ਵਾਲਿਆਂ ਦੇ ਸੱਟਾਂ ਵੱਜਦੀਆਂ ਨੇ। ਕਿਉਂਕਿ ਮੋਸਟਲੀ ਕੇਸਿਸ ਨੇ ਜਿਹੜੇ ਪੁਲਿਸ ਮੁਕਾਬਲਿਆਂ ਦੇ, ਉਹਨਾਂ ਦੀ ਜਿਹੜੀ ਕਹਾਣੀ ਸਾਹਮਣੇ ਆਉਂਦੀ ਆ ਉਹ ਲਗਭਗ ਇੱਕੋ ਜਿਹੀ ਹੁੰਦੀ ਆ। ਪੁਲਿਸ ਮੁਲਾਜ਼ਮਾਂ ਦੇ ਸੱਟਾਂ ਵੱਜਦੀਆਂ ਹੁੰਦੀਆਂ ਔਰ ਉਹਦੇ ਵਿੱਚ ਜਿਹੜੇ ਵਿਅਕਤੀ ਨੂੰ ਪੁਲਿਸ ਅਰੈਸਟ ਕਰਨ ਜਾਂਦੀ ਹੈ ਜਾਂ ਜਿਹਨੂੰ ਦੋਸ਼ੀ ਕਹਿੰਦੇ ਨੇ, ਪਤਾ ਨਹੀਂ ਹੋਇਆ ਕਿ ਨਹੀਂ ਹੈ, ਉਸ ਵਿਅਕਤੀ ਦੀ ਮੌਤ ਹੁੰਦੀ। ਤਾਂ ਇਸ ਕਰਕੇ ਇਹਦੇ ਤੇ ਸਵਾਲ ਉੱਠਣੇ ਸੁਭਾਵਿਕ ਨੇ, ਕਿਉਂਕਿ ਪੰਜਾਬ ਨੇ ਪਹਿਲਾਂ ਇਹ ਝੂਠੇ ਪੁਲਿਸ ਮੁਕਾਬਲਿਆਂ ਦਾ ਦਰਦ ਜਿਹੜਾ ਉਹ ਬਹੁਤ ਹੰਢਾਇਆ। ਪੰਜਾਬ ਨੇ ਬਹੁਤ ਇਹ ਚੀਜ਼ ਝੱਲੀ ਆ। ਸੋ ਇਸ ਕਰਕੇ ਅੱਜ ਜੇ ਘਟਨਾ ਆਈ ਆ ਤਾਂ ਇਹਦੀ ਨਿਰਪੱਖ ਜਾਂਚ ਹੋਣੀ ਬਹੁਤ ਜ਼ਰੂਰੀ ਆ ਕਿ ਕੀ ਇਹ ਮੁਕਾਬਲਾ ਸੱਚਾ ਹੈ। ਅਗਲੀ ਗੱਲ ਇਹ ਕਿ ਪੁਲਿਸ ਨੂੰ ਇਹ ਜ਼ਰੂਰਤ ਪਈ ਸੀ ਕਿ ਉਹਨਾਂ ਨੂੰ ਗੋਲੀ ਚਲਾਉਣੀ ਪਈ ਜਾਂ ਮਸਲੇ ਦਾ ਕੋਈ ਹੱਲ ਹੋਰ ਹੋ ਸਕਦਾ ਸੀ। ਤਾਂ ਇਸ ਕਰਕੇ ਇਹਦੇ ਤੇ ਕਾਫੀ ਸਵਾਲ ਨੇ। ਉਂਝ ਜਿੱਥੇ ਮੁਕਾਬਲਾ ਹੋਇਆ ਪਿੰਡ ਸਿੰਘਪੁਰਾ, ਉੱਥੇ ਜਿਹੜਾ ਪੁਲਿਸ ਮੁਕਾਬਲੇ ਤੋਂ ਬਾਅਦ ਇਸ ਮਸਲੇ ਦੀ ਫੋਰੈਂਸਿਕ ਜਿਹੜੀ ਸਾਇੰਸ ਲੈਬੋਰਟਰੀ ਹੈ ਚੰਡੀਗੜ੍ਹ, ਉਹਦੀ ਟੀਮ ਜਾਂਚ ਵੀ ਕਰ ਰਹੀ ਹੈ। ਉਹ ਆਪਣੇ ਪੱਧਰ ਦੇ ਉੱਤੇ ਜਾਂਚ ਕਰ ਰਹੀ ਹੈ। ਸੋ ਮਨੁੱਖੀ ਹਿਊਮਨ ਰਾਈਟਸ ਦੀਆਂ ਜਿਹੜੀਆਂ ਜਥੇਬੰਦੀਆਂ, ਉਹਨਾਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਜਾਂਚ ਹੈ ਜਿਹੜੀ ਉਹ ਕਰਕੇ ਤੱਥ ਰਿਪੋਰਟ ਹੈ ਜਿਹੜੀ ਉਹ ਰੱਖਣੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ। ਸਵਾਲ ਬਹੁਤ ਉੱਠ ਰਹੇ ਨੇ ਜੀ। ਆਖਰ ਦੇ ਵਿੱਚ ਲੋਕਾਂ ਦੇ ਵਿੱਚ ਬੜੀ ਉਤਸੁਕਤਾ ਰਾਜਨੀਤੀ ਦੀ, ਖਾਸ ਤੌਰ ਤੇ ਪੰਜਾਬ ਦੀ ਮਹੀਨੇ 10 ਰਹਿੰਦੇ ਨੇ, 10 ਵੀ ਨਹੀਂ, ਅੰਦਰੋਂ ਇਹ ਖਬਰਾਂ ਨੇ ਕਿ ਨਵੰਬਰ ਦੇ ਵਿੱਚ ਗੱਲ ਨਿਬੇੜ ਦੇਣੀ ਹੈ ਕੈਪਟਨ ਅਮਰਿੰਦਰ ਨੇ। ਤੇ ਕੇਜਰੀਵਾਲ ਉਹਨਾਂ ਦਾ ਲਕਸ਼ਮੀਕਾਂਤ ਚਾਵਲਾ ਨੂੰ ਮਿਲਣਾ, ਜਿਹਦੀ ਇੱਕ ਐਂਟੀ ਸਿੱਖ ਸੋਚ ਹੈ ਜਿਹੜੀ ਉਹ ਸਿਰ ਤੇ ਚੜ੍ਹ ਕੇ ਬੋਲਦੀ ਹੈ। ਤੇ ਹਾਂ, ਹੁਣ ਭਾਜਪਾ ਦੀ ਵੀ ਵਿਰੋਧੀ ਹੈ ਲਕਸ਼ਮੀਕਾਂਤ ਚਾਵਲਾ। ਇਹ ਕਿੱਧਰ ਨੂੰ ਪਿਛਲੀ ਵਾਰ ਦੀ ਖਟਾਈ 'ਚ ਪੈ ਗਈ ਸੀ ਕਿ ਉਹ ਗਰਮ ਖਿਆਲੀਆਂ ਦੇ ਘਰੇ ਰਹਿ ਗਏ ਤੇ ਚਿਹਰਾ ਮੁੱਖ ਮੰਤਰੀ ਦਾ ਹਲੇ ਕੇਜਰੀਵਾਲ ਨੇ ਦਿੱਤਾ ਨਹੀਂ। ਸੋ ਰਾਜਨੀਤੀ ਗਰਮ, ਨਾਲੇ ਜਿਹੜੀ ਹਰਸਿਮਰਤ ਨੂੰ ਭਗਵੰਤ ਮਾਨ ਦੇ ਕਹਿਣ ਦੀ ਕਹਾਣੀ ਆ ਉਹਦੀ ਕੋਈ ਹੁਣ ਗੱਲ ਨਹੀਂ। ਉਹਨਾਂ ਦੀ ਤਾਂ ਗੱਲ ਹੋ ਗਈ ਕਿ ਉਹ ਹਾਂ ਪੱਖ ਰਹੇ ਨੇ, ਉਹਨਾਂ ਨੇ ਅਸਤੀਫਾ ਦੇਤਾ ਦੋਨਾਂ ਨੇ, ਭਾਜਪਾ ਤੋਂ ਤੋੜ ਵਿਛੋੜਾ ਹੋ ਗਿਆ। ਹੁਣ ਉਹਦੀ ਤਾਂ ਐਕਸਕਿਊਜ਼ ਕੋਈ ਨਹੀਂ। ਪਰ ਜੇ ਸਟੈਂਡਿੰਗ ਕਮੇਟੀ ਦੇ ਵਿੱਚ ਉਹਨਾਂ ਨੇ ਮਿੰਟ ਨਾ ਦਿਖਾਏ ਭਗਵੰਤ ਮਾਨ, ਇਹਦੇ ਵਿੱਚ ਫਿਰ ਦੋਸ਼ੀ ਹੈ। ਤੇ ਰਾਜਨੀਤਿਕ ਬਾਘੇ ਪੁਰਾਣੇ ਦੀ ਰੈਲੀ ਨੇ ਰਾਜਨੀਤਿਕ ਮਾਹੌਲ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਸਿਰਜਦਾ ਤੇ ਲੋਕ ਕੀ ਸੋਚਦੇ ਨੇ? ਵਾਕਈ ਤੀਜਾ ਬਦਲ ਕੋਈ ਆਜੂ, ਇਹ ਹੈ ਪੋਸੀਬਲ? ਜੀ ਗੱਲ ਸਾਹਿਬ, ਦੇਖੋ ਜਿਹੜਾ ਪੰਜਾਬ ਇਸ ਵਕਤ ਇੱਕ ਬਹੁਤ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚੋਂ ਲੰਘ ਰਿਹਾ ਹੈਗਾ ਕਿ ਜਿਹੜੀ ਰੈਲੀ ਹੋਈ ਹੈ, ਇਕੱਠ ਦੇਖੋ ਗਿੱਲ ਸਾਹਿਬ, ਮੈਂ ਕੱਲ ਵੀ ਗੱਲ ਕੀਤੀ ਸੀਗੀ, ਜਦੋਂ ਕਾਂਗਰਸ ਇਕੱਠ ਕਰਦੀ ਆ ਫਿਰ ਵੀ ਇਕੱਠ ਐਂ ਲੱਗਦਾ ਵੀ ਠੱਠਾਂ ਮਾਰਦਾ। ਜਦੋਂ ਕਿਸਾਨ ਜਥੇਬੰਦੀਆਂ ਸੱਦਾ ਦਿੰਦੀਆਂ ਨੇ, ਸੰਯੁਕਤ ਮੋਰਚਾ, ਚਾਹੇ ਜਗਰਾਵਾਂ ਰੈਲੀ ਸੀ, ਚਾਹੇ ਬਰਨਾਲੇ ਸੀਗੀ, ਚਾਹੇ ਮਖੂਆਣਾ ਸਾਹਿਬ ਸੀ ਜਾਂ ਹੋਰ ਹੋਵੇ, ਉੱਥੇ ਵੀ ਠੱਠਾਂ ਮਾਰਦੇ। ਤੇ ਜਦੋਂ ਆਮ ਆਦਮੀ ਪਾਰਟੀ ਨੇ ਸੱਦਾ ਦਿੱਤਾ, ਉੱਥੇ ਵੀ ਬੜਾ ਵੱਡਾ ਇਕੱਠ। ਸੁਖਬੀਰ ਬਾਦਲ ਨੇ ਜਲਾਲਾਬਾਦ ਤੇ ਖੇਮਕਰਨ ਚ ਰੈਲੀਆਂ ਕੀਤੀਆਂ, ਉੱਥੇ ਬੜਾ ਵੱਡਾ ਇਕੱਠ। ਤਾਂ ਇਹਦੇ ਚੋਂ ਹੁਣ ਨਜ਼ਰ ਇਹ ਆ ਰਿਹਾ ਕਿ ਪੰਜਾਬ ਇਸ ਵਕਤ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਹੈ ਕਿ ਕੋਈ ਵੀ ਧਿਰ ਉਹਨਾਂ ਨੂੰ ਜੱਜ ਨਹੀਂ ਰਹੀ ਔਰ ਸਾਰੀਆਂ ਧਿਰਾਂ ਵਾਲੇ ਪਾਸੇ ਪੰਜਾਬ ਆ ਜਿਹੜਾ ਉਹ ਵੇਖ ਰਿਹਾ। ਸੋ ਹੁਣ ਦੋ ਧਿਰਾਂ ਨੇ ਅਜੇ ਤੱਕ ਉਹਨਾਂ ਨੇ ਪੱਤੇ ਨਹੀਂ ਖੋਲੇ। ਇੱਕ ਤਾਂ ਨਵਜੋਤ ਸਿੰਘ ਸਿੱਧੂ ਕਿਸ ਪਾਸੇ ਜਾਂਦਾ ਹੈ ਉਹ ਕਾਫੀ ਦਿਲਚਸਪ ਹੋਵੇਗਾ ਦੇਖਣਾ, ਕਿਉਂਕਿ ਕੇਜਰੀਵਾਲ ਵਾਲੇ ਪਾਸੇ ਉਹਦੇ ਜਾਣ ਦੀ ਸੰਭਾਵਨਾ ਇਸ ਕਰਕੇ ਘੱਟ ਰਹਿੰਦੀ ਹੈ
ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਹੈ ਵੀ ਕੇਜਰੀਵਾਲ ਤੋਂ ਤਾਂ ਮੈਂ ਵੱਡਾ ਲੀਡਰ ਹਾਂ। ਕੇਜਰੀਵਾਲ ਤਾਂ ਇੱਕ ਪਹਿਲਾਂ ਕਿ ਯੂਟੀ ਦਾ ਮੁੱਖ ਮੰਤਰੀ, ਹੁਣ ਤਾਂ ਯੂਟੀ ਵੀ ਹੈਗੀ ਆ ਕਿ ਨਹੀਂ ਹੈਗੀ, ਇਹਦੇ ਤੇ ਸਵਾਲ ਖੜੇ ਹੋ ਗਏ ਵੀ ਜਿੰਨਾ ਉਹਨਾਂ ਨੇ ਪਾਵਰਾਂ ਘਟਾ ਦਿੱਤੀਆਂ ਨੇ ਦਿੱਲੀ ਸਰਕਾਰ ਦੀਆਂ, ਤਾਂ ਉਹਦੇ ਚ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲ ਜੱਚਦੀ ਹੈ। ਭਾਜਪਾ ਵਾਲੇ ਪਾਸੇ ਉਹ ਜਾ ਨਹੀਂ ਸਕਦਾ, ਕਾਂਗਰਸ ਚ ਉਹਦੀ ਦਾਲ ਨਹੀਂ ਕਰ ਰਹੀ, ਇੱਕ ਅਲੱਗ ਪਾਰਟੀ ਬਣਾਉਣੀ, ਉਹਦੇ ਚ ਉਹਦੇ ਕੋਲੇ 2-3 ਤਜਰਬੇ ਹੈਗੇ ਆ, ਚੰਦੂ ਮਾਜਰਾ ਦਾ, ਬਲਵੰਤ ਸਿੰਘ ਰਾਮੂਵਾਲੀਆ ਦਾ, ਮਨਪ੍ਰੀਤ ਬਾਦਲ ਦਾ, ਕਿ ਮਿਹਨਤ ਬਹੁਤ ਕਰਨੀ ਪੈਂਦੀ ਹੈ ਔਰ ਉਸ ਫਰੰਟ ਨੂੰ ਵੀ ਲੋਕ ਅਲਾਓ ਕਰਨਗੇ ਜਾਂ ਨਹੀਂ ਕਰਨਗੇ। ਉਹਨੂੰ ਨਵਜੋਤ ਸਿੰਘ ਸਿੱਧੂ ਨੂੰ ਇਹ ਵੀ ਦੱਸਦਾ ਕਿ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਜ਼ਬਤ ਹੋਈ ਲੋਕ ਸਭਾ ਸੀਟ ਬਠਿੰਡਾ ਤੋਂ। ਤਾਂ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਇਕੱਠ ਹੋਇਆ, ਉਹਨੇ ਇਕੱਠ ਨੇ ਗਿੱਲ ਸਾਹਿਬ ਇੱਕ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਸਵਾਲ ਜ਼ਰੂਰ ਖੜਾ ਕਰਤਾ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਲੱਗਦਾ ਸੀ ਵੀ ਥਾਲੀ 'ਚ ਪਰੋਸਿਆ ਹੀ ਪਿਆ ਔਰ ਐਤਕੀ ਨਵਾਂ ਕੋਟ ਪੈਂਟ ਬਸ ਸਮਾਉਣਾਗਾ ਤੇ ਸਹੁੰ ਚੱਕਣੀ ਹੈ। ਨਵਜੋਤ ਸਿੰਘ ਸਿੱਧੂ ਨੂੰ ਥੋੜਾ ਜਿਹਾ ਆਪਾਂ ਵੜਿਆ ਲਈਏ ਤੇ ਪ੍ਰਸ਼ਾਂਤ ਕਿਸ਼ੋਰ ਦੀ ਡਿਊਟੀ ਲਾਤੀ ਵੀ ਚੱਲ ਵੀ ਮੁੱਤਰਾ ਦੱਸ ਕਿਹੜੇ ਕਿਹੜੇ ਜੁਮਲੇ ਦਿਖਾਈਏ ਲੋਕਾਂ ਨੂੰ ਤੇ ਆਪਾਂ ਨਵਾਂ ਕੋਟ ਪੈਂਟ ਪਾ ਕੇ ਸਹੁੰ ਹੀ ਚੱਕਣੀ ਹੈ। ਉਹਦੀ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਹ ਸਾਰੀ ਗੱਲ ਧਰੀ ਧਰਾਈ ਰੱਖਤੀ ਇਸ ਰੈਲੀ ਨੇ। ਤੋ ਉਹਦੇ ਚੋਂ ਜਿਹੜਾ ਲਕਸ਼ਮੀਕਾਂਤਾ ਚਾਵਲਾ ਦੇ ਨਾਲ ਮੀਟਿੰਗ ਕਰਨੀ, ਇਹ ਵੀ ਇੱਕ ਬੜੀ ਗੁੰਝਲਦਾਰ ਸਥਿਤੀ ਹੈ। ਲਕਸ਼ਮੀਕਾਂਤਾ ਚਾਵਲਾ ਵਾਕਈ ਅਜਿਹੀ ਔਰਤ ਆ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਪੱਖ 'ਚ ਵੀ ਬੋਲਦੀ ਰਹੀ ਆ, ਕੋਈ ਸਵਾਲ ਵੀ ਉਠਾਉਂਦੀ ਰਹੀ ਆ। ਔਰ ਇਹ ਜਿਹੜੀ ਮੁਲਾਕਾਤ ਹੋਈ ਹੈ, ਇਹ ਵੀ ਗਿੱਲ ਸਾਹਿਬ ਨਾ ਤਾਂ ਕੇਜਰੀਵਾਲ ਉਹਦੇ ਘਰੇ ਗਿਆ ਤੇ ਨਾ ਉਹ ਕੇਜਰੀਵਾਲ ਨੂੰ ਮਿਲਣ ਆਈ ਹੈ। ਮੁਲਾਕਾਤ ਸਾਂਝੀ ਥਾਂ ਦੇ ਉੱਤੇ ਇੱਕ ਸਰਕਾਰੀ ਥਾਂ ਦੇ ਉੱਤੇ ਜਿਹੜੀ ਉਹ ਹੋਈ ਹੈਗੀ, ਜਿਹਦੇ 'ਚੋਂ ਲੱਗਦਾ ਗਾ ਕਿ ਲਕਸ਼ਮੀਕਾਂਤਾ ਚਾਵਲਾ ਵੀ ਆਮ ਆਦਮੀ ਪਾਰਟੀ ਵਾਲੇ ਪਾਸੇ ਡੱਕਾ ਸਿੱਟ ਸਕਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਤਾਂ ਅਜਿਹੇ ਦੇ ਵਿੱਚ ਹੁਣ ਸਵਾਲ ਇਹ ਖੜਾ ਹੁੰਦਾ ਕਿ ਇਹਨਾਂ ਦਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਊਗਾ, ਕਿਉਂਕਿ ਪਹਿਲਾਂ ਵੀ ਇਹਦੇ ਵਿੱਚੋਂ ਇਸੀ ਗੱਲ ਨਿਕਲੀ ਹੈ ਕਿ ਭਗਵੰਤ ਮਾਨ ਨੂੰ ਲੱਗਦਾ ਹੁੰਦਾ ਭਾਈ ਉਮੀਦਵਾਰੀ ਤਾਂ ਮੇਰੀ ਹੈਗੀ ਆ, ਬਾਕੀ ਸਾਰੇ ਉਹਦੇ ਵੰਡ ਲਓ। ਇਹ ਤਾਂ ਉਹਦੇ ਵੰਡਣ ਤੱਕ ਵਗ ਗਏ ਸੀ ਪਿਛਲੀ ਵਾਰ, ਸਥਿਤੀ ਇੱਥੋਂ ਤੱਕ ਚਲੀ ਗਈ ਸੀਗੀ। ਸੋ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਇਹ ਸਾਰੇ ਮਸਲੇ ਨੂੰ ਹੱਲ ਕਰ ਪਾਉਂਦੀ ਹੈ ਜਾਂ ਨਹੀਂ, ਇਹ ਦੇਖਣਾ ਹੋਊਗਾ। ਸੋ ਨਵਜੋਤ ਸਿੰਘ ਸਿੱਧੂ ਤੇ ਦੂਸਰਾ ਜਿਹੜਾ ਹੈਗਾ ਉਹ ਕੁਛ ਕਿਸਾਨ ਆਗੂਆਂ ਦੇ ਵਿੱਚ, ਕੁਛ ਕਿਸਾਨ ਜਥੇਬੰਦੀਆਂ ਨੇ, ਉਹ ਤਾਂ ਉਹਨਾਂ ਦਾ ਵੋਟਾਂ ਨਾਲ ਲਾਗਾ ਦੇਗਾ ਨਹੀਂ ਹੈ, ਉਹ ਵੋਟਾਂ ਵਾਲੇ ਪਾਸੇ ਨਹੀਂ ਜਾਣਗੀਆਂ। ਲੇਕਿਨ ਕੁਛ ਕਿਸਾਨ ਆਗੂ ਨੇ ਜਿਹੜੇ ਉਹ ਵੋਟਾਂ ਵਾਲੇ ਪਾਸੇ ਨੂੰ ਆ ਸਕਦੇ ਨੇ, ਜਿਨ੍ਹਾਂ ਦੇ ਵਿੱਚੋਂ ਕੁਛ ਤਾਂ ਸਪੋਰਟ ਕਰਦੇ ਵੀ ਆਏ ਨੇ, ਕੁਛ ਅਕਾਲੀ ਦਲ ਦੀ ਸਪੋਰਟ ਕਰਦੇ ਆਏ ਨੇ, ਕੁਛ ਕਾਂਗਰਸ ਦੀ ਕਰਦੇ ਆਏ ਨੇ। ਪਿਛਲੀ ਵਾਰ ਰਾਜੇਵਾਲ ਹੋਰਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਤੀ ਸੀ। ਤਾਂ ਉਧਰ ਨੂੰ ਵੀ ਲੋਕ ਆ ਜਿਹੜੇ ਉਹ ਦੇਖ ਰਹੇ ਨੇ ਕਿਤੇ ਨਾ। ਸੋ ਪੰਜਾਬ ਅਜੇ ਤੱਕ ਦੀ ਜਿਹੜੀ ਸਥਿਤੀ ਹੈ ਗਿੱਲ ਸਾਹਿਬ, ਅਜੇ ਤੱਕ ਕਿਸੇ ਪਾਸੇ ਸਥਿਤੀ ਹੈ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਲੱਗਦਾ ਗਾ ਕਿ ਉਹ ਇਸ ਵਕਤ ਅਪਰ ਹੈਂਡ 'ਚ ਜੀ। ਧੰਨਵਾਦ ਬਹੁਤ ਬਹੁਤ, ਤੇ ਕੱਲ ਨੂੰ ਫੇਰ 9:20 ਤੇ ਗੱਲਬਾਤ ਹੋਏਗੀ। ਥੈਂਕ ਯੂ, ਸ਼ੁਕਰੀਆ। ਅਮਰੀਕਾ ਦੇ ਵਿੱਚ ਆਏ ਦਿਨ ਕੁਝ ਕੁ ਘਟਨਾਵਾਂ ਦਾ ਸਾਨੂੰ ਪਤਾ ਲੱਗਦਾ, ਸਮਝ ਨਹੀਂ ਆਉਂਦੀ ਦੁਨੀਆ ਦੇ ਵਿੱਚ ਕਿਤੇ ਸ਼ਾਂਤੀ ਬਹਾਲ ਕਰਨੀ ਹੈ। ਦੁਨੀਆ ਦੇ ਵਿੱਚ ਵੱਡਾ ਇੱਕ ਦੇਸ਼, ਤਾਕਤਵਰ ਦੇਸ਼, ਉਹਦੇ ਵਿੱਚ ਆਪਣੇ ਜਿਹੜੇ ਉਹਦੇ ਘਰੇਲੂ ਝਗੜੇ ਨੇ ਉਹ ਕਿਉਂ ਨਹੀਂ ਕੰਟਰੋਲ ਆ ਸਕੇ। ਕੱਲਾ ਇਸੇ ਸਾਲ ਦਾ ਜਿਹੜੀਆਂ ਟੋਟਲ ਜਿਹੜੀਆਂ ਘਟਨਾਵਾਂ ਹੋਈਆਂ ਸ਼ੂਟਿੰਗ ਦੀਆਂ 1 ਜਨਵਰੀ ਤੋਂ 22 ਮਾਰਚ ਤੱਕ 103 ਨੇ ਜਿਹਦੇ ਵਿੱਚ ਇਹ ਘਟਨਾਵਾਂ ਹੋਈਆਂ। ਓਹਾਇਓ ਦੇ ਵਿੱਚ ਬੋਲਡਰ ਕੋਲੋਰਾਡੋ ਦੇ ਵਿੱਚ ਕੱਲ 10 ਜਣੇ ਮਰੇ ਤੇ ਕੱਲ ਹੀ ਓਹਾਇਓ ਕਲੀਵਲੈਂਡ 'ਚ 2 ਜਣੇ ਮਰੇ। ਟੈਕਸਸ ਹੂਸਟਨ ਦੇ ਵਿੱਚ 20 ਤਰੀਕ ਨੂੰ ਸ਼ੂਟਿੰਗ ਹੋਈ, 5 ਜ਼ਖਮੀ। ਮਾਰਚ 20 ਨੂੰ ਟੈਕਸਸ ਦੇ ਡੈਲਸ ਟੈਕਸਸ ਦੇ ਵਿੱਚੋਂ 1 ਜਣਾ ਮਰਿਆ, 7 ਜ਼ਖਮੀ। ਮਾਰਚ 20 ਨੂੰ ਹੀ 3 ਮਤਲਬ ਪੈਨਸਿਲਵੇਨੀਆ ਦੇ ਵਿੱਚ ਫਿਲਾਡੈਲਫੀਆ ਸ਼ਹਿਰ ਦੇ ਵਿੱਚ 1 ਮਰ ਗਿਆ, 5 ਜ਼ਖਮੀ। ਮਾਰਚ 18 ਨੂੰ ਗ੍ਰੈਸ਼ਮ ਓਰੇਗਨ ਦੇ ਵਿੱਚ 4 ਜ਼ਖਮੀ। ਮਾਰਚ 18 ਨੂੰ ਨਿਊ ਔਰਲੀਨਜ਼ ਲੁਜ਼ੀਆਨਾ ਦੇ ਵਿੱਚ 4 ਜ਼ਖਮੀ। ਮਾਰਚ 17 ਨੂੰ ਸਟਾਕਟਨ ਕੈਲੀਫੋਰਨੀਆ 'ਚ 5 ਜ਼ਖਮੀ। ਐਕਵਰਥ ਜਾਰਜੀਆ 'ਚ ਮਾਰਚ 16 ਨੂੰ 1 ਜ਼ਖਮੀ। ਮਾਰਚ 16 ਨੂੰ ਫੀਨਿਕਸ ਐਰੀਜ਼ੋਨਾ 'ਚ 4 ਜ਼ਖਮੀ, 1 ਮਰ ਗਿਆ। ਮਾਰਚ 15 ਨੂੰ ਇੰਡੀਅਨ ਐਪਲਸ ਦੇ ਵਿੱਚ ਇੰਡੀਆਨਾ ਦੇ ਵਿੱਚ 1 ਦੀ ਮੌਤ, 4 ਜ਼ਖਮੀ। ਮਾਰਚ 14 ਨੂੰ ਟੈਂਪਾ ਫਲੋਰੀਡਾ ਦੇ ਵਿੱਚ 4 ਦੀ ਜਿਹੜੀ ਮੌਤ ਹੈ। ਮਾਰਚ 14 ਨੂੰ ਹੀ ਇਲਾਨੋਏ ਦੇ ਵਿੱਚ ਸ਼ਿਕਾਗੋ 'ਚ ਜ਼ਖਮੀ ਜਿਹੜੇ ਨੇ 4। ਮਾਰਚ 14 ਨੂੰ ਹੀ ਸ਼ਿਕਾਗੋ 'ਚ ਇੱਕ ਹੋਰ ਸ਼ੂਟਿੰਗ, 2 ਦੀ ਮੌਤ, 13 ਜ਼ਖਮੀ। ਮਾਰਚ 13 ਨੂੰ ਬਰੁਕਲਿਨ ਨਿਊਯਾਰਕ ਦੇ ਵਿੱਚ 5 ਜ਼ਖਮੀ। ਮਾਰਚ 13 ਨੂੰ ਫਲੋਰੀਡਾ ਦੇ ਵਿੱਚ 3 ਦੀ ਮੌਤ। ਮਾਰਚ 13 ਨੂੰ ਇੰਡੀਆਨਾ ਦੇ ਵਿੱਚ ਫਿਰ ਇੰਡੀਅਨ ਐਪਲਸ ਦੇ ਵਿੱਚ 4 ਜ਼ਖਮੀ
4 ਦੀ ਮੌਤ, 1 ਜ਼ਖਮੀ। ਵਰਜੀਨੀਆ ਦੇ ਵਿੱਚ 2 ਦੀ ਮੌਤ, 4 ਜ਼ਖਮੀ 13 ਮਾਰਚ ਨੂੰ। 12 ਮਾਰਚ ਨੂੰ 1 ਦੀ ਮੌਤ, 3 ਜ਼ਖਮੀ। ਇਹ ਨਾਰਥ ਕੈਰੋਲੀਨਾ ਦੇ ਵਿੱਚ ਹੋਇਆ, ਗ੍ਰੀਨਸਬਰੋ ਦੇ ਵਿੱਚ। ਮਾਰਚ 11 ਨੂੰ ਨਿਊ ਮੈਕਸੀਕੋ 'ਚ ਜਿਹੜਾ ਓਕੇ ਓਵਨਾ ਚਮੇਟਾ ਜਿਹਨੂੰ ਕਹਿੰਦੇ ਨੇ, ਜਿਹਦੇ 'ਚ 1 ਦੀ ਮੌਤ, 3 ਜ਼ਖਮੀ। ਮਾਰਚ 11 ਨੂੰ ਫਿਲਾਡੈਲਫੀਆ 'ਚ ਫੇਰ ਸ਼ੂਟਿੰਗ, 1 ਦੀ ਮੌਤ, 3 ਜ਼ਖਮੀ। ਮਾਰਚ 10 ਨੂੰ ਟੈਕਸਸ ਦੇ ਵਿੱਚ ਹੂਸਟਨ 'ਚ 3 ਮੌਤਾਂ, 1 ਜ਼ਖਮੀ। ਮਾਰਚ 8 ਨੂੰ ਕਲੀਅਰ ਵਾਟਰ ਫਲੋਰੀਡਾ 'ਚ 1 ਮੌਤ, 3 ਜ਼ਖਮੀ। ਮਤਲਬ 103 ਘਟਨਾਵਾਂ, ਇੰਸੀਡੈਂਟ ਤੇ 80 ਦਿਨ। ਸਵੇਰੇ ਜਦ ਇਹਦੇ 'ਤੇ ਮੈਂ ਪ੍ਰਿੰਟ ਕਰਨ ਦੀ ਕੋਸ਼ਿਸ਼ ਕੀਤੀ, ਇਕੱਲੇ 2021 ਦੇ ਵਿੱਚ ਮਤਲਬ 5 ਪੇਜ ਹੋ ਗਏ। ਜਿਹੜੀਆਂ ਛੋਟੀਆਂ ਮੋਟੀਆਂ ਤਾਂ ਸਾਨੂੰ ਪਤਾ ਨਹੀਂ ਲੱਗਦਾ, ਜਿਹੜੇ ਦੱਸੀਆਂ ਨਹੀਂ ਜਾਂਦੀਆਂ। ਜਿਵੇਂ ਹੁਣ ਬੋਲਡਰ ਦੇ ਵਿੱਚ 21 ਵਰ੍ਹਿਆਂ ਦਾ ਜਿਹੜਾ ਬੰਦਾ ਹੈ, 21 ਵਰ੍ਹਿਆਂ ਦਾ, ਅਤੇ 21 ਵਰ੍ਹਿਆਂ ਦਾ, ਸੌਰੀ ਇਹਦੇ ਵਿੱਚ ਜਾਰਜੀਆ ਐਟਲਾਂਟਾ ਵਾਲੀ ਹੈ ਨਹੀਂ, ਜਿਹਦੇ ਵਿੱਚ ਸੌਰੀ ਉਹ ਉੱਥੇ ਦੀ ਐਕਵਰਥ ਜਾਰਜੀਆ 'ਚ 8 ਮੌਤਾਂ ਅਤੇ 1। ਸਾਊਥ ਏਸ਼ੀਅਨਸ ਦੇ ਖਿਲਾਫ ਜਿਹੜਾ ਇੱਕ ਨਸਲਵਾਦ ਦਾ ਬਹੁਤ ਰੇੜਕਾ ਪਿਆ। ਅੱਜ ਇੰਗਲੈਂਡ ਦੀਆਂ ਵੀ ਖਬਰਾਂ ਨੇ, ਉੱਥੇ ਇੱਕ ਪ੍ਰੋਫੈਸਰ ਨੂੰ ਜਿਹੜਾ ਜ਼ਖਮੀ ਕਰ ਦਿੱਤਾ। ਮਤਲਬ ਬਹੁਤ ਰਾਈਜ਼ 'ਤੇ ਹੈ। ਵੁਹਾਨ ਦਾ ਨਾਂ ਲੈ ਕੇ, ਵੁਹਾਨ ਕੋਵਿਡ ਦਾ ਨਾਂ ਲੈ ਕੇ ਇੱਕ ਭੱਜਿਆ ਜਾਂਦਾ, ਜੋਗਿੰਗ ਕਰਦਾ ਜਿਹੜਾ ਪ੍ਰੋਫੈਸਰ ਸੀ, ਉਹਦੇ 'ਤੇ ਹਮਲਾ ਕਰ ਦਿੱਤਾ। ਇਹ ਜਿਹੜਾ ਮਤਲਬ ਮੈਂ ਅਮਰੀਕਾ ਦੀ ਗੱਲ ਦੁਆਰਾ ਫੇਰ ਕਰਾਂ ਕਿ ਸਸਪੈਕਟ ਹੈ ਜਿਹੜਾ ਕੋਲੋਰਾਡੋ ਦੀ ਸ਼ੂਟਿੰਗ ਦੇ ਵਿੱਚ, ਉਹ 21 ਵਰ੍ਹਿਆਂ ਦਾ, ਅਤੇ 10 ਜਣੇ, ਉਹਦੇ ਵਿੱਚ 1 ਪੁਲਿਸ ਅਫੀਸਰ ਜਿਹਦੇ 7 ਬੱਚੇ ਨੇ। ਵਿਕਟਮ ਨੇ ਜਿਹੜੇ 20 ਤੋਂ 65 ਸਾਲ ਦੀ ਉਮਰ ਦੇ ਨੇ, 20 ਸਾਲਾਂ ਦਾ ਛੋਟਾ ਅਤੇ 65 ਵਰ੍ਹਿਆਂ ਦਾ ਵੱਡਾ। ਅਤੇ ਸੁਪਰ ਮਾਰਕੀਟ ਦੇ ਵਿੱਚ ਉਹ ਬੜਿਆ ਬੰਦਾ, ਅਤੇ ਉਸਨੇ ਗੋਲੀਆਂ ਸ਼ੁਰੂ ਕਰ ਦਿੱਤੀਆਂ। ਮਤਲਬ ਇਹ ਜਿਹੜਾ ਅਮਰੀਕਾ ਦੇ ਵਿੱਚ ਇਹ ਕਦ ਇਹ ਸਮਝ ਨਹੀਂ ਆਉਂਦੀ, ਇਹ ਕਦ ਇਹ ਖਤਮ ਹੋਊਗੀ ਕਹਾਣੀ। ਇਹਦੇ 'ਤੇ ਕੋਈ ਵੀ ਰਾਜਨੀਤਿਕ ਪਾਰਟੀ ਖੁੱਲ੍ਹ ਕੇ ਨਹੀਂ ਬੋਲਦੀ, ਕਿਉਂਕਿ ਰਾਈਫਲ ਐਸੋਸੀਏਸ਼ਨ ਹੈ ਜਿਹੜੀ, ਉਹ ਇੰਨੀ ਸਟਰੋਂਗ ਹੈ, ਅਤੇ ਉਹ ਲੌਬੀਇਸਟ ਨੇ, ਅਤੇ ਅਰਬਾਂ ਦੇ, ਬਿਲੀਅਨਸ ਆਫ ਡਾਲਰ ਦੇ ਹਥਿਆਰ ਨੇ ਜਿਹੜੇ ਦੁਨੀਆ 'ਚ ਵੇਚੇ ਜਾਂਦੇ ਨੇ। ਪਰ ਡੋਮੈਸਟਿਕ ਜਿਹੜਾ ਡਿਸਪਿਊਟ ਹੈ, ਉਹਦੇ 'ਤੇ ਦੇਖਿਓ ਤੁਸੀਂ, ਕੁਛ ਨਹੀਂ, ਵਾਈਸ ਪ੍ਰੈਜ਼ੀਡੈਂਟ ਕਮੈਲਾ ਦਾ ਬਿਆਨ ਆ ਗਿਆ, ਅਤੇ ਉਹਦੇ ਬਾਅਦ ਬਸ ਕੁਛ ਨਹੀਂ ਹੋਣਾ। ਬਹੁਤ ਤੁਸੀਂ ਦੇਖਿਆ ਭਾਵੁਕ ਹੋਏ ਬਰਾਕ ਓਬਾਮਾ ਰੋਂਦੇ, ਵੱਡੀਆਂ ਜਿਹੜੀਆਂ ਸ਼ੂਟਿੰਗਸ ਹੋਈਆਂ, ਅਤੇ ਸਕੂਲ ਦੀ ਕਿੱਡੀ ਸ਼ੂਟਿੰਗ ਸੀ, ਭੋਰਾ ਪਰ ਜਵਾਕ ਜਿਹੜੇ ਨੇ ਉਹ ਜਦ ਮਾਰੇ ਸੀ। ਰੋਣ ਨਾਲ ਕੁਛ ਨਹੀਂ ਹੁੰਦਾ, ਪਰ ਕੱਖ ਵੀ ਅੱਗੇ ਜਿਹੜੀ ਕੁਛ ਇਸ ਜਿਹਾ ਹੋ ਨਹੀਂ ਸਕਦਾ। ਫਿਰ ਬੜੇ ਡਿਸਪਿਊਟ ਨੇ, ਦੇਖੋ ਜੀ, ਇਹ ਲੀਗਲ ਵੈਪਨ, ਇਲੀਗਲ ਵੈਪਨ, ਜਿਹੜੀ ਗਨ ਹੈ ਉਹ ਥੋੜ੍ਹਾ ਮਾਰਦੀ ਹੈ, ਬੰਦਾ ਮਾਰਦਾ ਹੈ, ਮਾਨਸਿਕ ਰੋਗੀ ਨੇ ਜੇ ਅਤੇ ਉਹ। ਹੁਣ ਜਿਹੜਾ ਐਟਲਾਂਟਾ ਦੇ ਵਿੱਚ ਜਿਸ ਨੇ ਮਸਾਜ ਪਾਰਲਰ ਦੇ ਵਿੱਚ ਜਾ ਕੇ ਚਾਈਨੀਜ਼ ਜਿਹੜੀਆਂ ਇਸਤਰੀਆਂ ਮਾਰੀਆਂ ਨੇ, ਉਹ ਬੰਦੇ ਬਾਰੇ ਇਹ ਦੱਸਿਆ ਕਿ ਉਹਦੀ ਸੈਕਸ ਐਡਿਕਸ਼ਨ ਸੀ, ਅਤੇ ਉਹਦੇ ਬਾਅਦ ਫਲੋਰੀਡਾ ਵੱਲ ਨੂੰ ਚੱਲਿਆ ਸੀ, ਮਿਆਮੀ ਵੱਲ ਨੂੰ, ਤਾਂ ਫੜ ਲਿਆ। ਉੱਥੇ ਜਾ ਕੇ ਤਰਥੱਲੀ ਬਚਾਉਣੀ ਸੀ। ਵੈਪਨ ਆਮ ਨੇ, ਵੈਪਨ ਆਮ। ਜੇ ਹੁਣ ਇੱਥੇ ਵੀ ਕੈਨੇਡਾ ਦੇ ਵਿੱਚ ਵੀ ਤੁਸੀਂ ਹਥਿਆਰ ਲੈਣੇ ਨੇ, ਇੱਥੇ ਵੀ ਆਮ ਹੀ ਨੇ। ਕੋਰਸ ਹੈ, ਕੋਰਸ ਲੈ ਕੇ ਤੁਸੀਂ ਜਿਹੜਾ ਕੋਈ ਮਰਜ਼ੀ ਖਰੀਦ ਲਿਆਓ। ਜਿਹੜੇ ਨਾਨ ਰਿਸਟ੍ਰਿਕਟਡ ਵੈਪਨਸ ਨੇ, ਉਹਨਾਂ ਦੀ ਤਾਂ ਕਿਤੇ ਹੁਣ ਰਜਿਸਟਰੀ ਵੀ ਹੈ ਨਹੀਂ। ਰਿਸਟ੍ਰਿਕਟਡ ਵੈਪਨ ਜਿਹੜੇ ਹੈਂਡ ਗਨਸ ਵਗੈਰਾ ਨੇ, ਉਹਨਾਂ ਦੀ ਹੈ। ਅਤੇ ਇਹ ਜਿਹੜਾ ਸੁਨੇਹਾ ਬਾਹਰ ਜਾਂਦਾ ਇਸ ਦੇਸ਼ ਦੀ, ਇਹ ਗੱਲ, ਬਾਕੀ ਇਸ ਗੱਲ ਦਾ ਮਾਣ ਵੀ ਹੈ। ਅਮਰੀਕਨ ਸਾਡੇ ਨੇਬਰ ਨੇ, ਅਤੇ ਬਹੁਤ ਸਾਂਝ ਹੈ। ਦੁਨੀਆ ਦੇ ਵਿੱਚ ਕਿਤੇ ਕਨਫਲਿਕਟ ਹੁੰਦਾ, ਫਿਰ ਇਹਨਾਂ ਦੇ ਹਮਰ ਨਾ ਉਤਰਨ, ਨਹੀਂ ਗੱਲ ਬਣਦੀ। ਸਾਂਭਦੇ ਹੀ ਇਹ ਨੇ। ਨਹੀਂ ਤਾਂ ਜਿਹੜਾ ਰੂਸ ਅਤੇ ਚੀਨ ਦਾ ਜਿਹੜਾ ਕਰੂਰਾ ਹੈ, ਮਤਲਬ ਉਹ ਦੇਖ ਲਓ ਵੀ ਕਿੱਧਰ ਨੂੰ ਜਾਊ ਗੱਲ, ਜੇ ਲੋਕਤੰਤਰ ਬਹਾਲ ਕਰਨ ਲਈ। ਹਾਲਾਂਕਿ ਚਲੋ ਇਹ ਗੱਲ ਕਹੀ ਜਾਂਦੀ ਹੈ ਕਿ ਅਮਰੀਕਾ ਖੁਦ ਕਰਦਾ ਹੈ ਖਰੀਦਣ ਲਈ, ਵੇਚਣ ਲਈ ਵੈਪਨ, ਅਤੇ ਤੇਲ ਤੋਂ ਬਿਨਾਂ ਜਾਂਦਾ ਨਹੀਂ। ਇਹ ਤਾਂ ਗੱਲਾਂ ਤਾਂ ਆਪਾਂ ਕਰਦੇ ਹਾਂ, ਪਰ ਫਿਰ ਵੀ ਵੱਡਾ ਕੋਈ ਇੱਕ ਦੇਸ਼ ਤਾਕਤਵਰ ਹੋਵੇ, ਦੁਨੀਆ ਦੇ ਵਿੱਚ ਸ਼ਾਂਤੀ ਰਹਿੰਦੀ ਹੈ। ਪਿੰਡਾਂ ਦੇ ਵਿੱਚ
ਇੱਕ ਆਪਣੇ ਪੈਸੇ 'ਚ 20 ਘਰਾਂ 'ਚ ਇੱਕ 12 ਬੋਰ ਇਹ ਹੁੰਦੀ ਸੀ ਅਤੇ ਪਤਾ ਹੁੰਦਾ ਸੀ ਵੀ ਫਲਾਣੇ ਦੇ ਘਰੇ 12 ਬੋਰ ਆ, ਬੋਲਿਓ ਨਾ, ਇੱਥੇ ਰਾਤ ਨੂੰ ਟਿਕ ਕੇ ਲੰਘਿਓ, ਇਹ ਗੱਲ ਚੱਲਦੀ। ਸਰ ਅਵਤਾਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਇਹ ਜਿਸ ਤਰ੍ਹਾਂ ਤੁਹਾਡੇ ਸਰੀ ਚ ਹੁੰਦਾ ਗੈਂਗਵਾਰ, ਇਹੀ ਚੀਜ਼ ਹੈ ਇੱਥੇ। ਅੱਛਾ ਜੀ। ਇਹ ਨਸ਼ੇ ਦਾ ਇਸ਼ੂ ਹੈ ਜੀ। ਜਿਹੜੇ ਹੁਣ ਇੱਥੇ ਤੁਹਾਡੇ ਦਾ ਆਪਣੇ ਪੰਜਾਬੀ ਹੈ, ਇਸ ਜ਼ਿਆਦਾ ਇਨਵੋਲਵ, ਸਾਡੀ ਆਪਣੀ ਪੰਜਾਬੀ ਕਮਿਊਨਿਟੀ ਜ਼ਿਆਦਾ ਇੱਥੇ ਕਾਲੇ ਤੇ ਗੋਰੇ ਵੀ ਹੈ, ਵਿੱਚੇ ਕਾਲੇ ਵੀ ਹੈਗੇ, ਤੇ ਇਹਨਾਂ ਦਾ ਆਪਸੀ ਚੱਲਦਾ ਜੀ, ਪੈਸੇ ਦੇ ਲੈਣ ਦੇਣ ਪਿੱਛੇ ਹੀ ਆਹ ਸਾਰਾ ਕੁਛ ਹੁੰਦਾ, ਜਿੱਥੇ ਤੱਕ ਮੈਂ ਦੇਖਿਆ ਜੀ। ਜਿਹੜੀਆਂ ਛੋਟੀਆਂ ਸ਼ੂਟਿੰਗਸ ਹੁੰਦੀਆਂ, ਪਰ ਜਿਹੜੀ ਇਹ ਵੱਡੀਆਂ ਸ਼ੂਟਿੰਗਸ ਹੁੰਦੀਆਂ ਅਵਤਾਰ ਸਿੰਘ ਜੀ, ਇਹ ਨਸ਼ੇ ਚ ਜਿਹੜਾ ਜ਼ਿਆਦਾ ਓਵਰਡੋਜ਼ ਲੈਣ ਦੇ ਕਾਰਨ ਕਈ ਜਗ੍ਹਾ ਇਹ ਹੋਇਆ ਜੀ। ਸੋ ਜਿਹੜੀਆਂ ਆਮ ਆਹ ਛੋਟੀਆਂ ਘਟਨਾਵਾਂ ਮੈਂ ਅੱਜ ਪ੍ਰਿੰਟ ਕੀਤੀਆਂ, ਇਹਨਾਂ ਤੱਕ ਤੇ ਪੜ੍ਹਦੇ ਹੀ ਨਹੀਂ ਅਸੀਂ, ਇਹ ਤਾਂ ਲੋਕਲ ਨਿਊਜ਼ ਦੇ ਬਣ ਕੇ ਰਹਿ ਜਾਂਦੀਆਂ ਨੇ। ਹਾਂਜੀ। ਅੱਛਾ, ਇੱਕ ਪੁਲਿਸ ਵਾਲਿਆਂ ਨਾਲ ਜਿਹੜੀ ਹੁੰਦੀ ਹੈ ਤਕਰੀਬਨ ਇਹ ਡਰੱਗ ਇਸ਼ੂ ਦੇ ਕਾਰਨ ਹੁੰਦੀ ਹੈ, ਕਿਉਂਕਿ ਪੁਲਿਸ ਵਾਲੇ ਨੇ ਫੜ ਲਿਆ, ਕਿਤੇ ਦੇਖ ਲਿਆ, ਉਹਦੇ ਕਾਰਨ ਹੁੰਦੀ ਹੈ ਆਹ ਜ਼ਿਆਦਾ, ਕਿਤੇ ਪੁਲਿਸ ਵਾਲੇ ਨੇ ਅਟੈਕ ਕਰ ਦਿਆ। ਹਾਂ, ਬਹੁਤ ਪੁਲਿਸ ਦੀ ਜੌਬ ਬੜੀ ਖਤਰਨਾਕ ਹੈ। ਹਾਂ, ਪੁਲਿਸ ਅਫਸਰ ਇਕੱਲਾ ਹੁੰਦਾ ਜੀ, ਤੇ ਇਹ ਜਿਹੜਾ ਬੰਦਾ ਮਾਰਨਾ ਹੈ ਉਹ ਤਾਂ ਮਿੱਥ ਕੇ ਆਉਂਦਾ ਨਾ, ਉਹ ਦੂਜੇ ਨੂੰ ਸਾਹਮਣੇ ਵਾਲੇ ਨੂੰ ਕੀ ਪਤਾ ਵੀ ਮੇਰੇ ਤੇ ਅਟੈਕ ਕਰਨ ਆ ਰਹੇ ਨੇ। ਏਦਾਂ ਦੇ ਇਸ਼ੂ ਨੇ ਜੀ, ਕੋਈ ਐਡੀ ਡਰਨ ਵਾਲੀ ਗੱਲ ਨਹੀਂ। ਸਾਨੂੰ ਤਾਂ ਜਿਹੜੇ ਖਾਂਦਾ ਪੀਂਦਾ ਨਹੀਂ, ਹੁਣ ਮੇਰੇ ਵਰਗੇ ਹੁੰਦਾ, ਸਾਨੂੰ ਤਾਂ 30-35 ਸਾਲ ਹੋ ਗਏ, ਸਾਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਅਜੇ ਤੱਕ ਕਦੇ ਵੀ ਤੁਸੀਂ ਕੌਣ ਹੈ, ਕਿਤੇ ਟਰੱਕ ਚਲਾਈ ਦਾ, ਰੋਡ ਤੇ ਰਹੀ ਦਾ, ਕਿਸੇ ਨੇ ਪੁਲਿਸ ਵਾਲਾ ਨਹੀਂ ਕਦੇ ਝਾਕਦਾ, ਕਿਉਂਕਿ ਉਹ ਜਦ ਸ਼ੀਸ਼ਾ ਖੋਲਣਾ ਉਹਨਾਂ ਨੇ ਸਮੈਲ ਲੈਣੀ ਅੰਦਰ ਤੋਂ, ਗੱਡੀ ਚੋਂ ਵੀ ਕੀ ਮਿਲਦਾ, ਉਹ ਅੱਖ ਤੋਂ ਪਛਾਣ ਲੈਂਦੇ ਆ। ਹੁਣ ਮੇਰੇ ਵਰਗੇ ਕਦੇ ਟਰੱਕ ਨਹੀਂ ਸਾਡੇ ਚੈੱਕ ਕਰਿਆ, ਕਦੇ ਪੁੱਛਿਆ ਤੂੰ ਡਰੱਗ ਵੀ ਕਰਦਾ ਜਾਂ ਕੁਛ ਕਰਦਾ, ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਸਾਨੂੰ। ਧੰਨਵਾਦ ਜੀ। ਸਰ ਹਰਿੰਦਰ ਸਿੰਘ ਉਹਨਾਂ ਨਾਲ ਗੱਲ, ਸਰਾਰ ਹਰਿੰਦਰ ਸਿੰਘ ਸਿੱਖ ਰਿਸਰਚ ਇੰਸਟੀਚਿਊਟ ਸਿੱਖਰੀ ਵਾਲਿਆਂ ਨਾਲ ਸ਼ਹੀਦ ਭਗਤ ਸਿੰਘ ਉਹਨਾਂ ਬਾਰੇ ਗੱਲਬਾਤ ਤੋਂ ਪਹਿਲਾਂ ਸਰ ਗੁਰਪ੍ਰੀਤ ਸਿੰਘ ਕੀ ਕਹਿਣਾ ਚਾਹੁੰਦੇ ਹੋ ਜੀ? ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਆ ਜਿਹੜਾ ਟੌਪਿਕ ਤੁਸੀਂ ਚਲਾ ਰਹੇ ਹੋ ਇਹਦੇ ਤੇ ਗੱਲ ਕਰ ਸਕਦੇ ਹਾਂ? ਸ਼ੋਰ। ਠੀਕ ਆ ਬਾਈ ਜੀ। ਬਿਨਾਂ ਨਾਗਾ ਮੰਡੇ ਟੂ ਫਰਾਈਡੇ ਤੁਹਾਡਾ ਸ਼ੋਅ ਸੁਣਦੇ ਆ, ਦੁਪਹਿਰ ਵਾਲਾ ਵੀ ਤੇ ਮਾਰਨਿੰਗ ਵਾਲਾ ਵੀ। ਧੰਨਵਾਦ। ਐਨਰਜੀ ਆ ਜਾਂਦੀ ਹੈ ਤੁਹਾਡਾ ਸ਼ੋਅ ਸੁਣ ਕੇ ਬਾਈ ਜੀ। ਤੇ ਬਾਈ ਜੀ ਆ ਆਪਣੇ ਪਿੱਛੇ ਜੇ ਜਿਹੜੀ ਯੂ ਕਨੈਕਟ ਦੀ ਐਡ ਚਲਾਈ ਸੀ ਤੁਸੀਂ, ਤੇ ਉਹ ਖਰੇ ਨਹੀਂ ਉਤਰੇ ਉਹਦੇ ਤੇ। ਉਹ ਆਈਫੋਨ 12 ਦੇ ਨਾਲ ਉਹਨਾਂ ਨੇ ਕਿਹਾ ਸੀ ਬਾਈ ਜੀ ਹੈਡਫੋਨ ਦਵਾਂਗੇ ਤੇ ਏਅਰਪੋਡ ਸੌਰੀ, ਤੇ ਨਾਲ ਟੈਬਲੇਟ। ਅਸੀਂ 3 ਫੋਨ ਲਏ ਸੀਗੇ, ਤਿੰਨਾਂ ਨਾਲ ਹੀ ਕੋਈ ਹੈਡਫੋਨ ਨਹੀਂ ਦਿੱਤਾ। ਦਸੰਬਰ ਦੇ ਲਏ ਹੋਏ ਨੇ ਬਾਈ ਜੀ। ਕਿਹੜੀ ਲੋਕੇਸ਼ਨ ਗੁਰਪ੍ਰੀਤ ਸਿੰਘ, ਕਿਹੜੀ ਲੋਕੇਸ਼ਨ ਤੋਂ? ਮੈਂ ਬਾਈ ਜੀ ਐਪਸਪੋਰਟ ਤੋਂ ਲਈ ਸੀਗੀ। ਇੱਕ ਮਿੰਟ ਮੈਂ ਤੁਹਾਡਾ ਨੰਬਰ ਲਿਖਦਾ। ਗਲੈਡਮਿਨ ਰੋਡ ਤੇ ਆ। ਹਾਂਜੀ ਬਾਈ ਜੀ। ਤੇ ਨਾ ਟੈਬਲੇਟ ਦਿੱਤੀ, ਇੱਕ ਟੈਬਲੇਟ ਦੇਤੀ ਸੀ ਸਾਨੂੰ, ਤੇ ਉਹਦੇ ਮੰਥਲੀ ਬਿੱਲ ਦੇ ਵਿੱਚ ਚਾਰਜ ਆ ਗਏ ਲੱਗ ਕੇ 7785366688। ਗੁਰਪ੍ਰੀਤ ਸਿੰਘ ਜੀ, ਮੈਂ ਹੁਣੇ ਦਿਨਾ ਨਿਊਜ਼ ਡਿਪਾਰਟਮੈਂਟ ਨੂੰ ਤੁਹਾਡੇ ਨਾਲ ਗੱਲ ਕਰਨਗੇ। ਹੁਣੇ ਬਹੁਤ ਧੰਨਵਾਦ ਬਾਈ ਜੀ। ਧੰਨਵਾਦ। ਜੇ ਗੱਲ ਕੋਈ ਕਹੀ ਆ ਤਾਂ ਹੋਣੀ ਚਾਹੀਦੀ ਹੈ। ਬਿਲਕੁਲ ਬਾਈ ਜੀ। ਥੈਂਕ ਯੂ। ਧੰਨਵਾਦ ਬਹੁਤ। ਥੈਂਕ ਯੂ ਬਾਈ ਜੀ। ਬਿਲਕੁਲ ਠੀਕ ਹੈ ਜੀ। ਜੇ ਅਸੀਂ ਕੋਈ ਐਡਵਰਟਾਈਜ਼ਮੈਂਟ ਕਰਦੇ ਹਾਂ ਸਾਡੇ ਸਟੇਸ਼ਨ ਤੋਂ, ਕੋਈ ਵਾਅਦਾ ਕਰਦਾ ਸਾਡਾ ਐਡਵਰਟਾਈਜ਼ਰ, ਤਾਂ ਉਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਜੇ ਕੁਛ ਕਿਹਾ ਤਾਂ ਉਹ ਦਿਓ, ਨਹੀਂ ਤਾਂ ਕਹੋ ਨਾ। ਨਾਲ ਸਰਦਾਰ ਹਰਿੰਦਰ ਸਿੰਘ ਜੀ ਨੇ ਸਿੱਖ ਰਿਸਰਚ ਇੰਸਟੀਚਿਊਟ ਟੈਕਸਸ ਕਰਕੇ ਵੀ ਉਹਨਾਂ ਨੂੰ ਆਪਾਂ ਜਾਣਦੇ ਸੀ ਸਿੱਖਰੀ, ਤੇ ਇੱਕ ਹੋਰ ਬਹੁਤ ਵੱਡਾ ਉਪਰਾਲਾ ਉਹਨਾਂ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਕੀਤਾ ਸੀ। ਜਿਹੜੇ ਸਾਡੇ ਪੰਜਾਬ ਦਾ ਵਿਰਾਸਤ ਜਿਹੜੀ ਖੁਰ ਰਹੀ ਸੀ, ਉਹਨਾਂ ਨੂੰ ਸਾਰਿਆਂ ਨੂੰ ਡਿਜੀਟਲ ਕਰਕੇ ਪੁਰਾਣੀਆਂ ਫੋਟੋਆਂ, ਪੁਰਾਣੇ ਗ੍ਰੰਥ ਸਾਰੇ ਉਹਨਾਂ ਨੇ ਆਰਕਾਈਵਜ਼ ਦੇ ਵਿੱਚੋਂ ਲੱਭ ਕੇ ਸਾਂਭੇ। ਸਾਰੇ ਅਕਸਰ ਸਾਡੇ ਸਨਮੁਖ ਹੁੰਦੇ ਰਹੇ ਨੇ, ਸਰੀ ਦੇ ਨਾਲ ਬਹੁਤ ਨੇੜੇ ਦਾ ਵਾਸਤਾ ਆਉਂਦੇ ਰਹੇ ਨੇ ਸਾਡੇ ਇਕੱਠਾਂ 'ਚ। ਸ਼ਹੀਦ ਭਗਤ ਸਿੰਘ ਦੀ ਫਿਲਾਸਫੀ, ਸ਼ਹੀਦ ਭਗਤ ਸਿੰਘ ਦੇ ਇਸ ਸ਼ਹੀਦੀ ਦਿਨ 'ਤੇ ਕੀ ਸੁਨੇਹਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਫਤਿਹ ਜੀ। ਸ਼ਹੀਦ ਭਗਤ ਸਿੰਘ ਹੋਣਾ ਬਾਰੇ 23 ਮਾਰਚ, ਕਿਉਂਕਿ ਸਕੂਲਾਂ ਦੇ ਵਿੱਚ ਅਸੀਂ ਪੜ੍ਹੇ ਜਾਂ ਛੋਟਿਆਂ ਹੁੰਦਿਆਂ ਛੁੱਟੀ ਦੀ ਗੱਲ, ਤੇ ਉਸ ਤੋਂ ਬਾਅਦ ਜਾਂ ਰਾਜਨੀਤਿਕ ਪਾਸੇ ਨੂੰ ਜਦ ਉਹਨਾਂ ਵਰਗੀ ਦਸਤਾਰ ਸਜਾ ਕੇ ਖਟਕੜ ਕਲਾਂ ਦੀ ਮਿੱਟੀ ਦੀਆਂ ਸਹੁੰਆਂ ਚੱਕੀਆਂ ਰਾਜਨੀਤਿਕ ਬੰਦਿਆਂ ਨੇ, ਤਾਂ ਉਹਦੇ ਬਾਅਦ ਇੱਕ ਖਾਸ ਕਿਸਮ ਦਾ ਹਲਾਰਾ ਪੰਜਾਬ ਦੇ ਵਿੱਚ ਆਇਆ। ਉਹਨਾਂ ਦੇ ਵਾਂਗੂ ਲੜ ਛੜਵੀਂ ਦਸਤਾਰ ਨੌਜਵਾਨੀ ਬੰਨ੍ਹਦੀ ਰਹੀ। ਹਾਲੇ ਵੀ ਉਹਨਾਂ ਦਾ ਬਸੰਤੀ ਰੰਗ ਬਹੁਤ ਬੰਨ੍ਹਿਆ ਜਾਂਦਾ ਹੈ,
ਪਰ ਇਹਦੇ ਵਿੱਚੋਂ ਹੀ ਉਹਨਾਂ ਦਾ ਅਸਲ ਸੁਨੇਹਾ ਜਿਹੜਾ ਸੀ ਉਹ ਕਿਤੇ ਨਾ ਕਿਤੇ ਰੁਲਦਾ ਜਾਂਦਾ ਲੱਗਦਾ। ਤੁਸੀਂ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਪਰਿਵਾਰ ਦੀ ਦੇਣ ਨੂੰ ਕਿਸ ਤਰ੍ਹਾਂ ਲੈਂਦੇ ਹੋ ਜੀ? ਜ਼ਰੂਰ ਜੀ, ਇੱਥੇ ਨਾ ਦੋ ਗੱਲਾਂ ਸ਼ੁਰੂ 'ਚ ਕਹਿਣੀਆਂ ਬਹੁਤ ਜ਼ਰੂਰੀ ਨੇ। ਪਹਿਲੀ ਤਾਂ ਇਹ ਕਿ ਉਹ ਪੰਜਾਬੀ ਸਿੱਖ ਮੁੰਡਾ ਹੈਗਾ, ਇਸ ਗੱਲ ਨੂੰ ਅਸੀਂ ਭੁੱਲ ਨਹੀਂ ਸਕਦੇ। ਇਸ ਗੱਲ ਤੇ ਲਗਾਤਾਰ ਕੋਈ ਨਾ ਕੋਈ ਟੈਨਸ਼ਨ ਕ੍ਰੀਏਟ ਕੀਤੀ ਜਾਂਦੀ ਆ ਪੰਜਾਬੀਆਂ ਵੱਲੋਂ ਵੀ, ਸਿੱਖਾਂ ਵੱਲੋਂ ਵੀ। ਕਦੇ ਖੱਬੇ ਪੱਖੀ ਬਣਾ ਦਿੱਤਾ ਜਾਂਦਾ, ਕਦੇ ਉਹਨੂੰ ਜ਼ਬਰਦਸਤੀ ਜ਼ਿਆਦਾ ਸਿੱਖ ਬਣਾ ਦਿੱਤਾ ਜਾਂਦਾ। ਪਰ ਇਹ ਲੈ ਕੇ ਚੱਲੋ, ਕਿਉਂਕਿ ਉਹ ਆਪ ਐਕਨੋਲੇਜ ਕਰ ਰਿਹਾ ਜੀ। ਦੂਸਰੀ ਗੱਲ ਕਿ ਜਦ ਅਸੀਂ ਉਹਦੇ ਮੈਸੇਜ ਦੀ ਗੱਲ ਕਰਦੇ ਆ, ਉੱਥੇ ਇਨਜਸਟਿਸ ਤੇ ਇਨਇਕੁਆਲਿਟੀ ਦੀ ਗੱਲ ਆਉਂਦੀ ਆ ਜੀ। ਇਹ ਦੋਨੋਂ ਹੀ ਗੱਲਾਂ ਅਸੀਂ ਭੁੱਲ ਜਾਂਦੇ ਆ। ਸੋ ਜਿਹੜਾ ਸਫ਼ਰ 23 ਸਾਲ ਦੀ ਉਮਰ ਵਿੱਚ ਉਹਨੇ ਤੈਅ ਕੀਤਾ ਭਗਤ ਸਿੰਘ ਨੇ, ਜਿਹੜਾ ਲਾਹੌਰ ਦੇ ਇਲਾਕੇ ਚੋਂ ਹੀ ਸ਼ੁਰੂ ਹੁੰਦਾ ਤੇ ਲਾਹੌਰ 'ਚ ਹੀ ਜਾ ਕੇ ਖਤਮ ਹੁੰਦਾ, ਵੀ ਆਰ ਆਲ ਓਵਰ ਸਾਊਥ ਏਸ਼ੀਆ, ਜਿਹਨੂੰ ਅਸੀਂ ਅੱਜ ਦਾ ਹਿੰਦੁਸਤਾਨ ਤੇ ਪਾਕਿਸਤਾਨ ਆਖਦੇ ਆ ਜੀ। ਐਂਡ ਆਈ ਰਿਮੈਂਬਰ ਐਕਚੁਅਲੀ ਪਿਛਲੇ ਸਾਲ ਵੀ ਜਦ ਕੋਵਿਡ ਹੋਣ ਤੋਂ ਪਹਿਲਾਂ ਐਕਚੁਅਲੀ ਜਨਵਰੀ ਫੈਬਰੂਅਰੀ ਵਿੱਚ ਮੈਂ ਲਾਹੌਰ 'ਚ ਹੀ ਸੀਗਾ ਤੇ ਮੈਂ ਚੌਂਕ ਤੇ ਖੜਾ ਦੇਖ ਰਿਹਾ ਸੀਗਾ। ਬਿਲਕੁਲ ਠੀਕ, ਅਸੀਂ ਚੌਂਕ ਵੀ ਬਣਾਤੇ, ਬੁੱਤ ਵੀ ਬਣਾਤੇ, ਸੌਹਾਂ ਵੀ ਲੈ ਲੈਂਦੇ ਆ, ਬਟ ਉਹਦਾ ਮੈਸੇਜ ਭੁੱਲ ਗਿਆ। ਉਹ ਮੈਸੇਜ ਸੀ ਇਨਜਸਟਿਸ ਦੇ ਖਿਲਾਫ ਤੇ ਇਨਇਕੁਆਲਿਟੀ ਦੇ ਖਿਲਾਫ, ਜਿਹਨੂੰ ਅਸੀਂ ਅੱਜ ਕਹਿੰਦੇ ਆ ਜਿਹੜਾ ਕ੍ਰੋਨੀ ਕੈਪੀਟਲਿਜ਼ਮ ਆ, ਤੇ ਜਿਹੜਾ ਇੱਕ ਕੈਸਟਿਸਟ ਕਮਿਊਨਲ ਰੂਪ, ਕੈਸਟ ਦੇ ਰੂਪ ਵਿੱਚ ਵੀ ਬਹੁਤ ਆਇਆ ਹੋਇਆ, ਇਹ ਸਾਰਾ ਕੁਝ ਉਹਦੇ 'ਚ ਇਕੱਠਾ ਹੋਇਆ ਸੀ। ਸੋ ਉਹਦੀ ਜਿਹੜੀ ਬਗਾਵਤ ਸੀਗੀ, ਉਹਦੀ ਜਿਹੜੀ ਲੜਾਈ ਸੀ, ਉਹ ਭੱਜਦਾ ਨਹੀਂ ਇਸ ਗੱਲ ਤੋਂ ਕਿ ਮੈਂ ਸਿੱਖ ਪਰਿਵਾਰ ਦਾ ਹੀ ਹੈਗਾ, ਮੈਂ ਸਿੱਖਾਂ ਦੇ ਟ੍ਰੈਡੀਸ਼ਨ ਨੂੰ ਵੀ ਸਮਝਦਾ, ਬਟ ਉਹਦੇ ਨਾਲ ਇਹ ਵੀ ਗੱਲ ਕਰ ਰਿਹਾ ਕਿ ਮੈਂ ਇੱਕ ਕ੍ਰਾਂਤੀਕਾਰੀ ਦਾ ਰੂਪ ਵੀ ਲੈ ਲਿਆ ਤੇ ਮੈਂ ਕਿਸੇ ਲੈਵਲ ਦਾ ਮੈਂ ਨਾਸਤਿਕ ਵੀ ਬਣ ਚੁੱਕਿਆ। ਉਹਨੇ ਆਪ ਲਿਖਿਆ ਇਹ ਚੀਜ਼ਾਂ। ਸੋ ਅਸੀਂ ਇਹ ਚੀਜ਼ਾਂ ਨੂੰ ਮੰਨੀਏ ਕਿ ਹਰੇਕ ਬੰਦੇ ਦਾ ਸਫ਼ਰ ਹੁੰਦਾ, ਉਹਦਾ ਇੱਕ ਆਪਣਾ ਸਫ਼ਰ ਆ। ਉਹ ਸਾਡਾ ਮੁੰਡਾ ਸਾਡੇ ਘਰਾਂ ਵਿੱਚੋਂ ਹੀ ਹੋਇਆ, ਸਾਡੇ ਪੰਜਾਬੀ ਤੇ ਸਿੱਖਾਂ ਦੇ ਵਿੱਚੋਂ ਹੋਇਆ, ਉਹਦੇ ਵਿੱਚੋਂ ਹੀ ਉਹਨੇ ਕਿਸ ਲੈਵਲ ਦਾ ਜਿਹੜਾ ਕੰਮ ਕੀਤਾ, ਆਪਣੀ ਸ਼ਹਾਦਤ ਕਰ ਦਿੱਤੀ ਤੇ ਆਪ ਸਰੈਂਡਰ ਕਰਕੇ ਆਪ ਜਾ ਕੇ ਉਹਨਾਂ ਨੂੰ ਦੱਸ ਰਿਹਾ ਤਾਂ ਕਿ ਗਵਾਹੀ ਭਰ ਸਕੇ ਕਿ ਮੈਂ ਕਿਉਂ ਕੰਮ ਇਸ ਕਰਕੇ ਕੀਤੇ। ਸੋ ਮੈਸੇਜ ਇਜ਼ ਇਨਜਸਟਿਸ ਦੇ ਖਿਲਾਫ, ਇਨਇਕੁਆਲਿਟੀ ਦੇ ਖਿਲਾਫ ਲੜਨਾ। ਮੈਸੇਜ ਇਸ ਕਿ ਉਹਦਾ ਬੈਕਗ੍ਰਾਉਂਡ ਪੰਜਾਬੀ ਸਿੱਖ ਹੈਗਾ ਤੇ ਉਹਨੇ ਪੂਰੇ ਹਿੰਦੁਸਤਾਨ ਨੂੰ, ਹਿੰਦੁਸਤਾਨੀਆਂ ਨੂੰ, ਉਸ ਵੇਲੇ ਦੇ ਅਸੀਂ ਕਹਾਂਗੇ ਹਿੰਦੁਸਤਾਨੀ, ਪਾਕਿਸਤਾਨੀ, ਬੰਗਲਾਦੇਸ਼ੀ, ਸ਼੍ਰੀਲੰਕਾ ਦੇ ਸਾਰੇ ਆ ਜਾਂਦਾ ਸਾਊਥ ਏਸ਼ੀਆ, ਇੱਕ ਰਾਜ ਜਿਹੜਾ ਕਰਪਟ ਸੀ ਉਹਦੇ ਖਿਲਾਫ ਖੜ ਕੇ ਉਹਨੇ ਆਵਾਜ਼ ਉਠਾਈ। ਤੇ ਉਹਦੇ ਵਿੱਚ ਉਹਨੇ ਜਦੋਂ ਹੋਲੀ ਦੇ ਦਿਨ ਦੀ ਮੈਨੂੰ ਗੱਲ ਯਾਦ ਆ ਗਈ, ਉਹਨੇ ਆਪ ਐਡੀਟੋਰੀਅਲ ਲਿਖਿਆ ਹੋਇਆ, ਕਹਿੰਦੇ ਜਿਹੜੇ ਇਹ ਪੰਜਾਬ ਦੇ ਵਿੱਚ ਜਿਹੜੇ ਬੱਬਰ ਅਕਾਲੀਆਂ ਨੂੰ ਫਾਂਸੀ ਤੇ ਚੜਾਇਆ ਜਾ ਰਿਹਾ, ਇਹਨਾਂ ਨੂੰ ਪੂਰਾ ਹਿੰਦੁਸਤਾਨ ਭੁੱਲ ਗਿਆ ਆਪਣੀ ਹੋਲੀ ਦੇ ਰੰਗਾਂ ਵਿੱਚ। ਬਟ ਜੇ ਕਦੇ ਹਿੰਦੁਸਤਾਨ ਦੇ, ਪਾਕਿਸਤਾਨ ਜਾਂ ਸਾਊਥ ਏਸ਼ੀਆ ਵਿੱਚ ਕਦੇ ਆਜ਼ਾਦੀ ਆਈ ਤੇ ਇਹਨਾਂ ਦੇ ਕਰਕੇ ਆਜ਼ਾਦੀ ਆਊਗੀ। ਸੋ ਉਹਨੂੰ ਬੜੀ ਸਮਝ ਸੀ ਇਸ ਗੱਲ ਦੀ। ਉਹ ਰੈਸ਼ਨਲਿਸਟ ਵੀ ਸੀਗਾ, ਉਹ ਏਥੀਇਸਟ ਵੀ ਸੀਗਾ, ਉਹ ਟ੍ਰੈਡੀਸ਼ਨਲੀ ਸਿੱਖ ਪਰਿਵਾਰ ਵਿੱਚ ਵੀ ਸੀਗਾ ਤੇ ਆਪਣੇ ਸਿੱਖੀ ਦੇ ਬੈਕਗ੍ਰਾਉਂਡ ਤੋਂ ਭੱਜਿਆ ਵੀ ਨਹੀਂ ਸੀਗਾ। ਉਹਦੇ ਨਾਲ ਨਾਲ ਉਹ ਸੋਸ਼ਲਿਸਟ ਵੀ ਸੀਗਾ। ਭਾਈ ਸਾਹਿਬ, ਇੱਕ ਸੁਨੇਹਾ ਜਿਹੜਾ, ਕਿਉਂਕਿ ਜਦ ਦਾ 10-12 ਸਾਲਾਂ ਦਾ ਸੋਸ਼ਲ ਮੀਡੀਆ ਹੋ ਗਿਆ, ਉਹਦੇ ਤੇ ਉਹਦੀ ਵਿਚਾਰਧਾਰਾਵਾਂ ਤੇ ਸਿੱਖ ਸਕਾਲਰ ਦੇ ਵੀ ਲੈਕਚਰ ਨੇ, ਖੱਬੇ ਪੱਖੀਆਂ ਦੇ ਵੀ ਲੈਕਚਰ ਨੇ, ਤੇ ਉਹ ਨਾ ਉਹਨਾਂ ਦੀ ਸ਼ਹੀਦੀ ਨੂੰ ਕਿਤੇ ਨਾ ਕਿਤੇ ਮੈਨੂੰ ਇਉਂ ਲੱਗਦਾ ਉਹਨਾਂ ਦੇ ਸੁਨੇਹੇ ਨੂੰ, ਜਿਹੜਾ ਸੁਨੇਹਾ ਦੇਣ ਦੇ ਲਈ ਤੁਸੀਂ ਮੇਰੇ ਨਾਲ ਹੋ, ਉਹ ਕਿਤੇ ਖਲਜਗਣ 'ਚ ਪੈਂਦਾ। ਕਿਤੇ ਇਹ ਗੱਲ ਕਹੀ ਜਾਵੇ ਨੇ ਜੀ ਸ਼ਹੀਦ ਆਜ਼ਮ ਨਹੀਂ ਹੋ ਸਕਦਾ, ਸ਼ਹੀਦ ਆਜ਼ਮ ਤਾਂ ਸਾਹਿਬ ਆਪਣੇ ਗੁਰੂ ਅਰਜਨ ਪਾਤਸ਼ਾਹ ਹੀ ਹੋਏ ਨੇ, ਤੇ ਕਿਤੇ ਨਾਸਤਿਕ ਵਾਲੀ ਗੱਲ ਭਾਈ ਰਣਧੀਰ ਸਿੰਘ ਉਹਨਾਂ ਦੇ ਨਾਲ ਉਹਨਾਂ ਦੇ ਮੇਲ ਦੀ ਗੱਲ, ਬਈ ਉਹ ਕਿਵੇਂ ਸੀ, ਕਿਤੇ ਕਿਤੇ ਉਹਦਾ ਆਰੀਆ ਸਮਾਜ ਪਰਿਵਾਰ, ਆਰੀਆ ਸਮਾਜੀ ਪਰਿਵਾਰ ਦੇ ਨਾਲ ਉਹਦਾ ਜਿਹੜਾ ਉਸ ਪਰਿਵਾਰ 'ਚੋਂ ਪੈਦਾ ਹੋਇਆ, ਇਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਸੁਨੇਹਾ ਜਿਹੜਾ ਇਹ ਖਲਜਗਣ 'ਚ ਪੈਂਦਾ। ਇਹਨੂੰ ਕਿਵੇਂ ਲੈਣਾ ਚਾਹੀਦਾ ਆਮ, ਕਿਉਂਕਿ ਸਭ ਕੁਝ ਅਵੇਲੇਬਲ, ਅਸੀਂ ਸਭ ਕੁਝ ਸੁਣਦੇ ਹਾਂ। ਬਿਲਕੁਲ ਬਿਲਕੁਲ, ਇਸੇ ਕਰਕੇ ਮੈਂ ਸ਼ੁਰੂ 'ਚ ਇਹ ਗੱਲ ਕਰਤੀ ਆ, ਤੁਸੀਂ ਚੰਗਾ ਕੀਤਾ ਹੋਰ ਉਹਨੂੰ ਲੈ ਆਏ। ਦੇਖੋ, ਜਦ ਕਿਸੇ ਦਾ ਵੀ ਕੋਈ ਸਫ਼ਰ ਚੱਲ ਰਿਹਾ ਹੁੰਦਾ ਨਾ, ਉਹਦੇ ਕੋਲ ਆਪਸ਼ਨਸ ਆਉਂਦੀਆਂ ਨੇ ਕਿ ਕਿਹੜੇ ਬੈਕਗ੍ਰਾਉਂਡ ਤੋਂ ਹੈਗਾ, ਕਿਹੜੇ ਇਲਾਕੇ ਵਿੱਚ ਹੈਗਾ, ਕਿਹੜੀਆਂ ਸੁਸਾਇਟੀਆਂ, ਕਿਹੜਾ ਵਿਚਾਰਧਾਰਾ ਉਸ ਵੇਲੇ ਚੱਲ ਰਹੀ ਆ, ਕਿਹੜੇ ਹੋਰ ਰੈਵੋਲੂਸ਼ਨਰੀਜ਼ ਨੇ। ਸਾਰੇ ਹਮਸਫਰੀਆਂ ਦਾ ਇਹ ਜ਼ਰੂਰੀ ਥੋੜੀ ਹੁੰਦਾ ਕਿ ਇੱਕੋ ਹੀ ਸੋਚ ਹੋਵੇ, ਬਟ ਉਹਨਾਂ ਦਾ ਇੱਕ ਐਂਡ ਗੋਲ ਹੁੰਦਾ। ਦੇਖੋ, ਇਹ ਪੁਰਾਣੇ ਗੱਦਰਾਈਟ ਜਿਹੜੇ ਸਾਡੇ ਬਾਬੇ ਸੀ, ਜਿਨ੍ਹਾਂ ਨੂੰ ਭਗਤ ਸਿੰਘ ਨੇ ਆਪ ਕਿਹਾ ਕਿ ਕਰਤਾਰ ਸਿੰਘ ਸਰਾਭਾ ਮੇਰਾ ਹੀਰੋ ਆ, ਠੀਕ ਹੈ ਨਾ, ਉਹ ਸਿਸਟਮ ਨੂੰ ਦੇਖੋ। ਉਹ ਸਿਸਟਮ ਦੇ ਵਿੱਚ ਜਿਹੜੇ ਲੈਫਟ ਦੀ ਵੀ ਪੂਰੀ ਸੋਚ ਰੱਖਦੇ ਸੀ, ਭਾਵੇਂ ਉਹ ਗੱਦਰਾਈਟ ਸੀ, ਉਹਨਾਂ ਵਿੱਚ ਅੰਮ੍ਰਿਤਧਾਰੀ ਸਿੱਖ ਵੀ ਸੀਗੇ। ਉਸ ਸਿਸਟਮ ਦੇ ਵਿੱਚ
ਜਦ ਅਸੀਂ ਪੰਜਾਬ ਦੇ ਬਾਬਿਆਂ ਦੀਆਂ ਗੱਲਾਂ ਕਰਦੇ ਹਾਂ ਜਿਨ੍ਹਾਂ ਦੇ ਨਾਂ ਤੇ ਗੁਰਦੁਆਰੇ ਬਣੇ ਹੋਏ ਨੇ, ਮੈਂ ਆਪ ਟੱਲੇਵਾਲ ਪਿੰਡ ਵਿੱਚ ਰਿਹਾ, ਉਹ ਵੀ ਇੱਕ ਗਦਰਾਈਟ ਬਾਬੇ ਦੇ ਨਾਂ ਤੇ ਆ, ਉੱਥੇ ਅਸੀਂ ਛੋਟੇ ਤੇ ਤੰਗ ਦਿਲ ਹੋ ਕੇ ਨਹੀਂ ਕਰਦੇ ਸੀ ਕਿ ਸਿਰਫ ਸਾਡਾ ਹੀ ਆ। ਤਾਂ ਹੀ ਮੈਂ ਕਿਹਾ ਉਹ ਸਿੱਖਾਂ ਦਾ ਵੀ ਆ ਤੇ ਉਹ ਪੰਜਾਬ ਦਾ ਵੀ ਆ, ਉਹਦੇ ਵਿੱਚ ਲੈਫਟ ਵੀ ਆ, ਉਹਦੇ ਵਿੱਚ ਸੋਸ਼ਲਿਜ਼ਮ ਵੀ ਆ, ਉਹਦੇ ਵਿੱਚ ਸਿੱਖੀ ਦਾ ਟ੍ਰੈਡੀਸ਼ਨਲਿਜ਼ਮ ਵੀ ਆ। ਮੈਂ ਭਾਈ ਰਣਧੀਰ ਸਿੰਘ ਹੋਣਾ ਦੀ ਜੇਲ੍ਹ ਚਿੱਠੀਆਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਮੈਂ ਉਹਦਾ ਐਨਾਲਿਸਿਸ ਸਰਦਾਰ ਕਪੂਰ ਸਿੰਘ ਨੇ ਸੱਚੀ ਸਾਖੀ ਵਿੱਚ ਕੀਤਾ, ਉਹ ਵੀ ਪੜ੍ਹਿਆ। ਮੈਂ ਭਗਤ ਸਿੰਘ ਦੇ ਆਪਣੇ ਲੈਕਚਰ ਵੀ ਪੜ੍ਹੇ ਨੇ ਜਿਹੜੇ ਉਹਦੇ ਲਿਖਤੀ ਰੂਪ ਵਿੱਚ ਆਏ ਹੋਏ ਨੇ, ਵਾਈ ਐਮ ਐਨ ਏਥੀਇਸਟ ਤੋਂ ਲੈ ਕੇ ਬੜੀਆਂ ਹੋਰ ਗੱਲਾਂ, ਉਹਦੇ ਐਡੀਟੋਰੀਅਲਸ ਵੀ ਪੜ੍ਹੇ ਨੇ। ਬਟ ਇੱਥੇ ਨਾ ਗੱਲ ਇਹ ਆ ਜਾਂਦੀ ਹੈ ਕਿ ਜਦ ਅਸੀਂ ਕਿਸੇ ਵੀ ਚੀਜ਼ ਨੂੰ ਜੈਨੂਅਨਲੀ ਨਹੀਂ ਗੱਲ ਕਰਨਾ ਚਾਹੁੰਦੇ, ਓਪਨ ਲੈਵਲ ਤੇ ਨਹੀਂ ਗੱਲ ਕਰਨਾ ਚਾਹੁੰਦੇ, ਫਿਰ ਅਸੀਂ ਕੋਈ ਨਾ ਕੋਈ ਤੱਥਾਂ ਨੂੰ ਤਰੋੜ ਮਰੋੜ ਦਿੰਦੇ ਨੇ। ਉਹਦੀ ਕਨਵਰਸੇਸ਼ਨ ਹੋਈ ਆ, ਦੇਖੋ ਜਦ ਭਾਈ ਰਣਧੀਰ ਸਿੰਘ ਦੀ ਗੱਲ ਕਰਦੇ ਆ, ਭਾਈ ਰਣਧੀਰ ਸਿੰਘ ਨੇ ਉਹਨਾਂ ਨੂੰ ਦੇਖੋ ਕਿਹੜੀ ਸ਼ਬਦਾਵਲੀ ਨਾਲ ਬੋਲ ਰਹੇ ਨੇ, ਮੇਰੇ ਪਿਆਰੇ ਭਗਤ ਸਿੰਘ ਜੀ, ਐ ਲਿਖਿਆ ਉਹਦੇ ਚ। ਹਾਂ, ਸੋ ਗੱਲ ਕਰਨ ਦਾ ਤਰੀਕਾ ਹੁੰਦਾ। ਜਦ ਸਰਦਾਰ ਕਪੂਰ ਸਿੰਘ ਵੀ ਕਰ ਰਹੇ ਇਸ ਤਰ੍ਹਾਂ ਲਿਖ ਰਹੇ, ਜਿਵੇਂ ਅੱਜ ਕੱਲ ਅਸੀਂ ਤਰੀਕੇ ਅਪਣਾ ਲੈਨੇ ਗਾਲੀ ਗਲੋਚ ਦੇ ਲੈਵਲ ਤੇ ਜਾਂ ਜ਼ਬਰਦਸਤੀ ਉਹਨੂੰ ਉਹ ਕਹਿ ਰਿਹਾ ਭਗਤ ਸਿੰਘ ਆਪ ਜਿਹੜੀ ਕਨਵਰਸੇਸ਼ਨ ਉਹਦੇ ਚ ਆ, ਕਹਿੰਦਾ ਮੈਂ ਸਿੱਖਾਂ ਦੇ ਪਰਿਵਾਰਾਂ, ਸਿੱਖਾਂ ਦੇ ਆਦਬ, ਸਿੱਖਾਂ ਦੇ ਜਿਹੜੀ ਦਸਤਾਰ ਚਿੰਨ੍ਹਾਂ ਤੋਂ ਵਾਕਿਫ ਹਾਂ ਤਾਂ ਮੇਰਾ ਸਤਿਕਾਰ ਵੀ ਕਰਨਾ, ਬਟ ਮੈਨੂੰ ਮਾਫ ਕਰਿਓ, ਮੈਂ ਥੋੜਾ ਪੈਰਾਫਰੇਜ਼ ਕਰ ਰਿਹਾ ਮੈਂ, ਲੇਕਿਨ ਇਹ ਵੀ ਮੰਨਿਓ ਕਿ ਮੈਂ ਨਾਸਤਿਕ ਵੀ ਹਾਂ। ਹੁਣ ਇਹ ਗੱਲ ਕਰਨੀ ਇੱਕ ਹੋਰ ਰੈਵੋਲੂਸ਼ਨਰੀ ਦੇ ਸਾਹਮਣੇ, ਸਿਰਫ ਭਾਈ ਰਣਧੀਰ ਸਿੰਘ ਨੂੰ ਅਖੰਡ ਕੀਰਤਨੀ ਜਥੇ ਦਾ ਹੈਡ ਨਾ ਦੇਖੋ, ਉਹ ਇੱਕ ਰੈਵੋਲੂਸ਼ਨਰੀ ਨੇ, ਉਹ ਜੇਲ੍ਹ ਵਿੱਚ ਨੇ, ਉਹਨਾਂ ਦੇ ਉੱਤੇ ਵੀ ਕੇਸ ਲੱਗੇ ਹੋਏ ਨੇ ਜਿਨ੍ਹਾਂ ਨੂੰ ਅੱਜ ਅਸੀਂ ਦੇਸ਼ ਦਰੋਹੀ ਤੋਂ ਲੈ ਕੇ ਜਿਹੜੇ ਟਾਡਾ ਪੋਟਾ ਕਾਈਂਡ ਆਫ ਕੇਸਿਸ, ਠੀਕ ਹੈ ਜੀ। ਜਦ ਰੈਵੋਲੂਸ਼ਨਰੀਜ਼ ਮਿਲਦੇ ਨੇ ਉਹਨਾਂ ਨੇ ਬੜੀਆਂ ਗੱਲਾਂ ਕਰਨੀਆਂ ਹੁੰਦੀਆਂ, ਉਹਨਾਂ ਦੀ ਗੱਲ ਕਰਨ ਦਾ ਤਰੀਕਾ ਤਾਂ ਦੇਖੋ, ਉਹਨਾਂ ਦਾ ਇੱਕ ਦੂਜੇ ਪ੍ਰਤੀ ਸਤਿਕਾਰ ਦੇਖੋ। ਇਹਦੇ ਬਾਵਜੂਦ ਕਿ ਉਹਨਾਂ ਦੀਆਂ ਪਰਸਨਲ ਰਿਲੀਜੀਓਸਿਟੀਜ਼ ਜਾਂ ਪਰਸਨਲ ਆਈਡੀਓਲੋਜੀਜ਼ ਵਿੱਚ ਪੂਰਾ ਮੇਲ ਨਹੀਂ ਆ, ਬਟ ਐਂਡ ਗੋਲ ਤੇ ਹੈ, ਉਹਦੇ ਵਿੱਚ ਬੜੇ ਡਿਸਕਸ਼ਨਸ ਹੁੰਦੇ ਨੇ। ਸੋ ਆਰਿਆ ਸਮਾਜੀ ਵੀ ਕਿਸੇ ਦਾ ਬੈਕਗ੍ਰਾਉਂਡ ਆ। ਹੁਣ ਜੇ ਮੈਂ ਕਿਸੇ ਬਦਮਾਸ਼ ਦੇ ਘਰ ਜੰਮ ਪਾਵਾਂ, ਮੈਂ ਬਦਮਾਸ਼ ਆਰਿਆ ਸਮਾਜੀ ਨਹੀਂ ਕਹਿ ਰਿਹਾ, ਕਿਉਂਕਿ ਆਰਿਆ ਸਮਾਜੀ ਦਾ ਲਾਸਟ ਜਿਹੜਾ ਨੋਨ ਪ੍ਰੈਜ਼ੀਡੈਂਟ ਸੀਗੇ ਉਹਨੇ ਸਵਾਮੀ ਅਗਨੀਵੇਸ਼, ਉਹਨਾਂ ਦਾ ਪਿਛਲੇ ਸਾਲ ਹੀ ਡੈਥ ਹੋਈ ਹੈ, ਉਹ ਵੀ ਕਹਿੰਦੇ ਸੀ ਕਿ ਅਸੀਂ ਆਪਣੀ ਹਿਸਟਰੀ ਨੂੰ ਰਿਵਾਈਜ਼ ਕਰੀਏ, ਅਸੀਂ ਗਲਤ ਲਿਖਿਆ ਗੁਰੂ ਨਾਨਕ ਪਾਤਸ਼ਾਹ ਬਾਰੇ। ਹੁਣ ਜੇ ਤੁਸੀਂ ਉਸ ਸੰਗਠਨ ਵਿੱਚ ਆ ਜਾਂਦੇ ਹੋ, ਤੁਹਾਡੇ ਆਡੇ ਦੁਆਲੇ ਤੁਹਾਡੇ ਕੋਈ ਪੇਰੈਂਟਸ ਦੇ ਲੈਵਲ ਤੇ, ਪੇਰੈਂਟੇਜ ਜਾਂ ਲਿਨੀਏਜ ਦੇ ਲੈਵਲ ਤੇ ਹੋਰ ਹੈਗੇ, ਸਾਡੇ ਵਿੱਚ ਵੀ ਕਿੰਨੇ ਧੀਰ ਮਲੀਏ ਨੇ, ਸਾਡੇ ਵਿੱਚ ਵੀ ਸਾਰੇ ਸੋਢੀ ਠੀਕ ਥੋੜੀ ਨੇ, ਗੁਰੂ ਰਾਮਦਾਸ ਪਾਤਸ਼ਾਹ ਵਾਲੇ ਕਿੰਨੇ ਤੇ ਉਹਨਾਂ ਦੇ ਪ੍ਰਿਥੀ ਚੰਦ ਵਾਲੇ ਵੀ ਤਾਂ ਹੈਗੇ ਨੇ। ਸੋ ਪੁਆਇੰਟ ਇਜ਼ ਵੀ ਲਿਵ ਇਨ ਥੀਸ ਗ੍ਰੇਨੈਸ, ਜਿੱਥੇ ਲੋਕਾਂ ਨੇ ਆਪਣੇ ਆਪਣੇ ਤਰੀਕੇ ਨਾਲ ਕੰਮ ਕੀਤੇ ਹੁੰਦੇ ਨੇ। ਅਸਲੀ ਗੱਲ ਇਹ ਆ 23 ਸਾਲ ਦੀ ਉਮਰ ਵਿੱਚ ਇੱਕ ਨੌਜਵਾਨ ਸਾਡਾ, ਉਹਦੀਆਂ 4 ਪਿਕਚਰਸ ਨੇ, ਉਹਦੀਆਂ 3 ਪਿਕਚਰਸ ਪੱਗ ਦੇ ਨਾਲ ਨੇ, ਚੌਥੀ ਪਿਕਚਰ ਟੋਪੀ ਚ ਆ ਜਿਹਦਾ ਉਹਨੇ ਪੋਰਟਰੇਟ ਲਿਖਿਆ ਹੋਇਆ, ਬਟ ਉਹਦਾ ਕੰਟੈਕਸਟ ਦੇਖੋ। ਉਹ ਕਹਿ ਰਿਹਾ ਜਦੋਂ ਪਹਿਲੀ ਵਾਰ ਜੇਲ੍ਹ 'ਚ ਗਈ ਸੀ ਆਪਣੀ ਹੁਲੀਆ ਬਦਲਣ ਦੇ ਲਈ, ਉਹਨੇ ਕਿਹਾ ਹੁਣ ਮੈਂ ਅੰਗਰੇਜ਼ ਵਾਂਗੂ ਦੇਖਣ ਨੂੰ ਲੱਗਾ, ਉਸ ਕਿਸਮ ਦਾ ਪਹਿਨਾਵਾ ਪਾਉਣਾ ਸ਼ੁਰੂ ਕਰਤਾ ਸੀ। ਉਹ ਕੰਟੈਕਸਟ ਇਹ ਸੀ। ਅੱਜ ਵੀ ਕਈ ਪਿਛਲੇ 30 ਸਾਲਾਂ ਵਿੱਚ ਵੀ ਖਾੜਕੂਆਂ ਨੇ ਇਸ ਤਰ੍ਹਾਂ ਕੀਤਾ ਹੈਗਾ। ਸੋ ਇਹਦਾ ਮਤਲਬ ਇਹ ਨਹੀਂ ਕਿ ਉਹ ਪੂਰਾ ਸਿੱਖ ਸੀ ਜਾਂ ਅੰਮ੍ਰਿਤਧਾਰੀ ਸੀ, ਉਹ ਇਹ ਸਮਝਦਾ ਸੀ ਕਿ ਇਹ ਟ੍ਰੈਡੀਸ਼ਨ ਦੀ ਆਪਣੀ ਥਾਂ, ਮੈਂ ਵੀ ਇਸ ਟ੍ਰੈਡੀਸ਼ਨ ਦੇ ਵੈਲਿਊ ਸਿਸਟਮ ਚੋਂ ਨਿਕਲ ਰਿਹਾ, ਤੇ ਮੈਂ ਉਹਨੂੰ ਜੋ ਫਰਾਂਸ ਵਿੱਚ ਗੱਲਾਂ ਹੋ ਰਹੀਆਂ ਨੇ, ਜੋ ਯੂਰਪ ਵਿੱਚ ਗੱਲਾਂ ਹੋ ਰਹੀਆਂ ਨੇ, ਜੋ ਸੋਸ਼ਲਿਜ਼ਮ ਤੇ ਲੈਨਿਨਿਜ਼ਮ ਦੇ ਵਿੱਚੋਂ ਵੀ ਗੱਲਾਂ ਨਿਕਲ ਰਹੀਆਂ ਨੇ, ਉਹ ਉਸ ਥਾਟ ਨਾਲ ਵੀ ਵਾਕਿਫ ਸੀ ਤੇ ਉਹਦੇ ਵਿੱਚ ਵੀ ਉਹ ਜੀ ਰਿਹਾ ਸੀ। ਅੱਜ ਸਵੇਰ ਵਾਲੇ ਪ੍ਰੋਗਰਾਮ 'ਚ ਸਰਦਾਰ ਜਗਮੋਹਨ ਸਿੰਘ ਨਾਲ ਮੇਰੇ ਤੋਂ ਪਹਿਲੇ ਮੇਜ਼ਬਾਨ ਨੇ ਗੱਲਬਾਤ ਕੀਤੀ। ਉਹ ਕਹਿੰਦੇ ਸਾਨੂੰ ਪਰਦੇਸੀ ਹੋਣਾ ਪਿਆ, ਸਾਡੀਆਂ ਬੱਚੀਆਂ ਪੜ੍ਹ ਕੇ ਬਾਹਰ ਆ ਗਈਆਂ। ਉਸ ਦਾ ਜਿਹੜਾ ਭਾਰਤ ਸੀ, ਖਾਸ ਤੌਰ 'ਤੇ ਭਗਤ ਸਿੰਘ ਦੀ ਸੋਚ ਸੀ, ਉਹਦੇ ਹਿਸਾਬ ਨਾਲ ਅੱਜ ਉਸ ਦੇਸ਼ ਦੇ ਵਿੱਚ ਕੀ ਅਨੁਕੂਲ ਹੋ ਰਿਹਾ ਤੇ ਕਿੱਥੇ ਗਿਰਾਵਟਾਂ ਨੇ, ਇਸ ਨੂੰ ਕਿਵੇਂ ਲੈਂਦੇ ਹੋ? ਦੇਖੋ ਉਹਦਾ ਤਾਂ ਬੜਾ ਇੱਕ ਕਲੀਅਰ ਸਾਡੇ ਸਾਹਮਣੇ ਕੰਟਰਾਸਟ ਖੜਾ। ਜਿਹੜੇ ਉਸ ਵੇਲੇ ਦੇ ਨੈਸ਼ਨਲ ਲੀਡਰਸ ਨੇ, ਮਤਲਬ ਜਿਹੜੇ ਐਸਟੈਬਲਿਸ਼ਮੈਂਟ ਦਾ ਹਿੱਸਾ ਬਣ ਗਏ ਨੇ ਜਾਂ ਬਣਨ ਵਾਲੇ ਸੀ, ਉਹਦੇ ਵਿੱਚ ਗਾਂਧੀ, ਨਹਿਰੂਜ਼ ਤੇ ਕਿੰਨੇ ਹੀ ਲਾਇਰਸ ਅਵੇਲੇਬਲ ਸੀਗੇ, ਕਿਹਨੇ ਡਿਫੈਂਡ ਕੀਤਾ ਭਗਤ ਸਿੰਘ ਨੂੰ? ਸਾਡੇ ਸਾਹਮਣੇ ਹੀ ਆ। ਬਿਲਕੁਲ। ਬਟ ਉਸ ਤੋਂ ਬਾਅਦ ਕਈ ਅਰਸਿਆਂ ਬਾਅਦ 47 ਤੋਂ ਬਾਅਦ ਫਿਰ ਹੌਲੀ ਹੌਲੀ ਅਪਣਾਉਣਾ ਸ਼ੁਰੂ ਕੀਤਾ ਤੇ ਅੱਜ ਤੱਕ ਵੀ ਪੂਰੀ ਤਰ੍ਹਾਂ ਅਪਣਾ ਨਹੀਂ ਪਾਏ। ਸੋ ਉਸ ਵੇਲੇ ਦੇ ਜਿਹੜੇ ਆਰਐਸਐਸ ਦੇ ਫਾਊਂਡਰਸ ਨੇ, ਉਹਨਾਂ ਦੇ ਨਾਲ ਵੀ ਇਹਨਾਂ ਦਾ ਡਾਇਲੌਗ ਚੱਲ ਰਿਹਾ ਭਗਤ ਸਿੰਘ ਦਾ, ਉਹ ਵੀ ਦੇਖਣ ਵਾਲਾ ਕਿ ਸਰਵਰਕਰ ਵਾਲੇ ਉਹ ਕੀ ਲਿਖ ਰਹੇ ਨੇ, ਉਹਦੀ ਉਹ ਦਾਦ ਦਿੰਦੇ ਨੇ ਕਿ ਇਹਦੇ ਵਿੱਚ ਦਮ ਆ, ਬਟ ਕਹਿੰਦੇ ਅਸੀਂ ਇਹਦੇ ਸਿਸਟਮ ਨਾਲ ਨਹੀਂ ਅਗਰੀ ਕਰਦੇ ਤੇ ਉਹਦੇ ਖਿਲਾਫ ਵੀ ਖੜੇ ਸੀਗੇ। ਸੋ ਇਸੇ ਤਰ੍ਹਾਂ ਮੈਂ ਝਾਂਸੀ ਚ ਜੰਮਿਆ ਪਲਿਆ, ਉਦੋਂ ਪਹਿਲੀ ਵਾਰ ਉਹਨਾਂ ਨੂੰ ਭਗਤ ਸਿੰਘ ਨੂੰ ਝਾਂਸੀ ਵਿੱਚ ਫੜਾਇਆ ਗਿਆ ਸੀ, ਕਿਸੇ ਨੇ ਦੱਸਿਆ ਕਿ ਉੱਥੋਂ ਨਿਕਲ ਰਿਹਾ, ਤੇ ਉਹਨੇ ਐਡਮਿਟ ਵੀ ਕੀਤਾ ਕਿ ਜੇ ਮੈਂ ਜ਼ਿਆਦਾ ਆਪਣਾ ਸਿੱਖ ਐਂਗਲ ਲੈ ਕੇ ਆਉਣਾ ਤਾਂ ਜਿਹੜੇ BK ਦੱਤ ਵਰਗੇ ਨੇ ਉਹ ਮੈਨੂੰ ਨਹੀਂ ਅਪਣਾਉਣਗੇ। ਬਿਲਕੁਲ।
ਦੇਖੋ ਕਿੰਨੀ ਵੱਡੀ ਰਿਅਲਾਈਜੇਸ਼ਨ ਆ ਜਿਹੜੀ ਉਹ ਕੈਰੀ ਕਰ ਰਿਹਾ ਆਪਣੇ ਜ਼ਿਹਨ ਦੇ ਵਿੱਚ। ਵੀ ਆਰ ਆਲ ਕਨਫਲਿਕਟਡ ਪੀਪਲ, ਸਾਡੇ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਹੁੰਦਾ, ਬਟ ਉਹ ਕਨਫਲਿਕਸ਼ਨ ਦੇ ਬਾਵਜੂਦ ਕਿ ਕਿਸ ਤਰ੍ਹਾਂ ਅਸੀਂ ਸੋਸ਼ਲ ਮੂਵਮੈਂਟ ਨੂੰ, ਪੋਲੀਟੀਕਲ ਮੂਵਮੈਂਟ ਨੂੰ, ਰੈਵੋਲੂਸ਼ਨ ਨੂੰ, ਇਨਕਲਾਬ ਨੂੰ ਖੜਾ ਕਰਨਾ, ਤੇ ਜਿਹੜੇ ਵੀ ਉਹਦੇ ਚ ਭਾਵੇਂ ਕੋਈ ਸਿੱਖ ਨੇ, ਭਾਵੇਂ ਲੈਫਟ ਦੇ ਨੇ, ਭਾਵੇਂ ਨਾਰਥ ਇੰਡੀਅਨ ਨੇ, ਭਾਵੇਂ ਸਾਊਥ ਇੰਡੀਅਨ ਨੇ, ਉਹਨਾਂ ਨੂੰ ਕਿਵੇਂ ਨਾਲ ਲੈ ਕੇ ਚੱਲਣਾ। ਉਹਦੇ ਵਿੱਚ ਜਿਹੜੀਆਂ ਕੇਸਿਸ ਉਹਨਾਂ ਉੱਤੇ ਪੈਂਦੇ ਨੇ, ਜਦੋਂ ਜਾਂਦੇ ਨੇ ਉਹਨੂੰ ਛੱਡ ਕੇ ਆਪਣੀ ਗ੍ਰਿਫਤਾਰੀ ਵੀ ਦਿੰਦੇ ਨੇ। ਹਰ ਚੀਜ਼ ਦਾ ਜ਼ਰੂਰੀ ਨਹੀਂ ਹੁੰਦਾ ਕਿ ਫੈਕਚੁਅਲੀ ਐਕੂਰੇਟ ਵੀ ਹੋਣ, ਬਟ ਇੱਕ ਤੁਹਾਡਾ ਪਲਾਨ ਹੁੰਦਾ, ਉਹਦੇ ਪਲਾਨ ਦੇ ਤਹਿਤ ਉਹ ਕੰਮ ਕਰ ਰਹੇ ਨੇ। ਸੋ ਮਾਈ ਨੰਬਰ 1 ਪੁਆਇੰਟ ਇਜ਼ ਕਿ ਜੋ ਅੱਜ ਹਿੰਦੁਸਤਾਨ 'ਚ ਹੋ ਰਿਹਾ, ਜਿਹੜੇ ਜਿਵੇਂ ਮਹਾਤਮਾ ਗਾਂਧੀ ਨੂੰ, ਸੋ ਕਾਲਡ ਮਹਾਤਮਾ ਨੂੰ ਮਾਰਨ ਵਾਲੇ ਜੀ ਉਹਦੇ ਉੱਤੇ ਫੁੱਲ ਚੜਾ ਰਹੇ ਨੇ, ਤੇ ਇਹ ਤਾਂ ਉਹ ਵੀ ਹੁਣ ਭਗਤ ਸਿੰਘ ਤੇ ਵੀ ਫੁੱਲ ਚੜਾ ਰਹੇ ਨੇ। ਇਹਦਾ ਕੋਈ ਮਤਲਬ ਨਹੀਂ ਹੁੰਦਾ, ਇਹਨੂੰ ਅਪਰੋਪਰੀਏਸ਼ਨ ਕਿਹਾ ਜਾਂਦਾ। ਉਹਨਾਂ ਦੀਆਂ ਮਜਬੂਰੀਆਂ ਨੇ, ਉਹਨਾਂ ਦੀਆਂ ਲੋੜਾਂ ਨੇ, ਬਟ ਉਹਨਾਂ ਦੀ ਸੋਚ ਤੇ ਕੋਈ ਵੀ ਪੋਲੀਟੀਕਲ ਪਾਰਟੀ ਪੈਰਾ ਨਹੀਂ ਦੇ ਰਹੀ ਹੈ। ਇਹ ਇੱਕ ਅਸਲੀ ਤੱਥ ਆ ਉਹਨਾਂ ਦੀ ਸੋਚ ਤੇ। ਹੁਣ ਫਾਰਮਰਸ ਮੂਵਮੈਂਟ ਵਿੱਚ ਵੀ ਦੇਖੋ ਕਿਸ ਤਰ੍ਹਾਂ ਅੱਜ ਮਨਾਇਆ ਜਾ ਰਿਹਾ, ਕਿਸ ਤਰ੍ਹਾਂ ਸਾਰਿਆਂ ਨੇ ਪੱਗਾਂ ਬੰਨ ਲੀਆਂ। ਜਸਟ ਲਾਈਕ ਪਿਛਲੇ ਦਿਨਾਂ ਵਿੱਚ ਜਦ ਤਰੱਕੀ ਤੇ ਹੁਣ ਉਹਨਾਂ ਨੇ ਜਦ ਸਿੱਖਾਂ ਦੇ ਨਾਲ ਖੜੇ ਨੇ, ਪੰਜਾਬ ਦੇ ਨਾਲ ਖੜੇ ਨੇ, ਉਹ ਮੂਵਮੈਂਟ ਕਰਕੇ ਖੜੇ ਨੇ। ਇਸੇ ਤਰ੍ਹਾਂ ਭਗਤ ਸਿੰਘ ਨੇ ਜਿਹੜਾ ਆਪਣਾ ਅਲਾਇੰਸ ਬਣਾਇਆ ਸੀ, ਉਹ ਇੱਕ ਕਿਸਮ ਦੀ ਆਜ਼ਾਦੀ, ਖਾਸ ਕਿਸਮ ਦੀ ਆਜ਼ਾਦੀ ਜਿਹੜੀ ਇਕੁਆਲਿਟੀ ਤੇ ਜਸਟਿਸ ਦੇ ਵਿੱਚੋਂ ਪੈਦਾ ਹੋਈ ਸੀ, ਉਹਦੇ ਅਲਾਇੰਸ ਬਣਾਏ ਸੀ। ਤੇ ਉਸ ਅਲਾਇੰਸ ਦੇ ਵਿੱਚ ਬੜੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਦੇ ਕਾਫਲੇ ਵਿੱਚ ਸ਼ਾਮਲ ਵੀ ਹੋਏ। ਕਮਾਲ ਦੀ ਗੱਲ ਹੈ। ਇੱਥੇ ਅਸੀਂ ਇੱਕ ਸਾਂਝੇ ਕਾਜ਼ ਲਈ ਚੱਲੀਏ ਤਾਂ ਮੇਰੇ ਆਲੇ ਦੁਆਲੇ 4 ਨੇ। ਪਹਿਲਾਂ ਮੈਂ ਉਹਨਾਂ ਨੂੰ ਦੇਖਣਾ ਵੀ ਅਖੰਡ ਕੀਰਤਰੀ ਆ, ਇਹ ਦਮਦਮੀ ਟਕਸਾਲ ਵਾਲਾ, ਇਹਦੀ ਦਾੜੀ ਬੰਨੀ ਆ ਕਿ ਖੁੱਲੀ ਆ, ਮੁੱਛਾਂ ਬਰਾਬਰ ਨੇ ਕਿ ਨਹੀਂ। ਮੈਂ ਉਹਨਾਂ ਦੀ ਇੱਕ ਸਿੱਖ ਸਕਾਲਰ ਬਾਰੇ ਗੱਲਬਾਤ ਸੁਣ ਰਿਹਾ ਸੀ, ਉਹਨਾਂ ਬਾਰੇ ਕਿ ਇੰਡੀਅਨ ਰਾਸ਼ਟਰਵਾਦ ਨੂੰ, ਨੈਸ਼ਨਲਿਜ਼ਮ ਨੂੰ ਪ੍ਰਣਾਏ ਬੰਦੇ ਉਹਨਾਂ ਦੇ ਆਲੇ ਦੁਆਲੇ ਰਹੇ, ਤੇ ਉਹਨਾਂ ਦੀ ਐਲੈਬੋਰੇਸ਼ਨ ਆਪ ਜਿਵੇਂ ਉਹਨਾਂ ਨੇ ਕੀਤੀ, ਜਿਵੇਂ ਤੁਸੀਂ ਦੱਸੀ, ਇਹ ਨਵਾਂ ਸ਼ਬਦ ਆ ਮੇਰੇ ਕੋਲ ਵੀ ਜੇ ਮੈਂ ਆਪਣਾ ਵੱਡਾ ਸਿੱਖ ਚਿਹਰਾ ਦਿਖਾਵਾਂਗਾ ਤਾਂ ਦੱਤ ਵਰਗੇ ਕਿਵੇਂ ਮੇਰੇ ਨਾਲ ਸਮਾਉਣਗੇ, ਪਰ ਸਾਡਾ ਸਾਂਝਾ ਕਾਜ਼ ਆ ਜਿਹੜਾ ਉਹ ਖਰਾਬ ਹੋਏਗਾ। ਹੁਣ ਇਹਦੇ 'ਚ ਗਲਤੀ ਆਮ ਲੋਕਾਂ ਦੀ ਨਹੀਂ ਹੈ, ਕਿਉਂਕਿ ਵਿਦਵਤਾ ਦੇ ਪੱਧਰ ਤੇ ਤੁਹਾਡੇ ਵਰਗੇ ਤਾਂ ਤੁਸੀਂ ਆ। ਅਸੀਂ ਆਮ ਲੋਕ ਕੀ ਸੁਣਦੇ ਹਾਂ, YouTube ਤੋਂ 1 ਘੰਟਾ ਸੁਣ ਲਿਆ, ਖੱਬੇ ਪੱਖੀ ਖਿੱਚ ਕੇ ਲੈ ਗਏ ਸਾਡਾ, ਤੇ ਉਹਦੀ ਜਿਹੜੀ ਟੋਪ ਵਾਲੀ ਫੋਟੋ ਹੈ ਉਹ ਫਿੱਟ ਆਉਂਦੀ ਹੈ। ਸਿੱਖ ਕਹਿੰਦੇ ਨੇ, ਕਹਿੰਦੇ ਸਾਡਾ ਭਾਈ ਰਣਧੀਰ ਸਿੰਘ ਦਾ ਬਿਰਬਾ ਪੈਂਦਾ। ਅੱਛਾ, ਕਿਉਂਕਿ ਵਿਚਾਰਾਂ ਦੇ ਆਦਾਨ ਪ੍ਰਦਾਨ ਦੇ ਵਿੱਚ ਉਹਦੀ ਆਰਮਡ ਸਟਰਗਲ ਦੀ ਵੀ ਗੱਲ ਹੈ, ਪਰ ਉਸੇ ਸਮੇਂ ਪੰਜਾਬ ਦੀ ਆਰਮਡ ਸਟਰਗਲ ਦੇ ਖਿਲਾਫ ਖੱਬੇ ਪੱਖੀਆਂ ਨੇ ਜਿਹੜਾ ਪੈਰ ਗੱਡ ਤੇ ਬਈ ਨੋ ਅਹਿੰਸਾ ਦੇ ਅਸੀਂ ਪਾਸੇ ਜਾਣਾ। ਬਹੁਤ ਕੁਝ ਹੋ ਜਾਂਦਾ ਜਿਹਦੇ ਕਰਕੇ ਫਿਰ ਲੋਕ ਵੀ ਸ਼ਫਲ ਹੁੰਦੇ ਨੇ ਬਈ ਉਸ ਨੂੰ ਕਿਵੇਂ ਲਿਆ ਜਾਵੇ। ਅਖੀਰ ਦੇ ਵਿੱਚ ਫਿਰ ਸੁਨੇਹਾ ਇੱਕ ਅੱਜ ਦੀ ਉਹਨਾਂ ਦੇ ਸ਼ਹੀਦੀ ਦਿਨ ਤੇ ਰਾਜਗੁਰੂ ਸੁਖਦੇਵ ਤੇ ਉਹਨਾਂ ਤੇ ਅਖੀਰ ਦੇ ਵਿੱਚ ਫਿਰ ਇੱਕ ਸੁਨੇਹਾ ਜਾਣ ਵੇਲੇ ਦੇ ਕੇ ਜਾਓ ਕਿ ਭਗਤ ਸਿੰਘ ਉਹਨਾਂ ਦਾ ਇਹ ਸ਼ਹੀਦੀ ਦਿਨ ਸਾਨੂੰ ਕਿਸ ਤਰ੍ਹਾਂ ਸੋਚਣਾ ਚਾਹੀਦਾ। ਉਹ ਤੁਸੀਂ ਜਿਹੜੀ ਗੱਲ ਕੀਤੀ ਉੱਥੇ ਹੀ ਕਰ ਦਿੰਦੇ ਆਪਾਂ ਐਂਡ। ਦੇਖੋ ਲੋਕਾਂ ਦੇ ਜਿਹੜਾ ਆਮ ਲੋਕਾਂ ਦਾ ਉਹਨੂੰ ਫੇਰ ਪਤਾ ਹੈਗਾ, ਬੜੀ ਕਲੈਰਿਟੀ ਆ। ਅੱਜ ਸਾਰਿਆਂ ਨੇ ਪੱਗਾਂ ਕਿਉਂ ਬੰਨੀਆਂ ਨੇ ਫਾਰਮਰ ਪ੍ਰੋਟੈਸਟ ਤੇ ਵੀ, ਅੱਜ ਉੱਥੇ ਵੀ ਲੱਖਾ ਸਿਧਾਣੇ ਨੂੰ ਤੇ ਦੀਪ ਸਿੱਧੂ ਨੂੰ ਵਾਪਸ ਲੈਣ ਦੀਆਂ ਕਿਉਂ ਗੱਲਾਂ ਹੋ ਗਈਆਂ ਨੇ, ਕਿਉਂਕਿ ਉਹਨਾਂ ਸਾਰਿਆਂ ਨੂੰ ਪਤਾ ਜਸਟ ਲਾਈਕ ਪਹਿਲਾਂ ਤੇ ਅੱਜ ਵੀ ਇਹ ਇਸ ਤਰ੍ਹਾਂ ਦਾ ਖੌਰੂ ਪੈਂਦਾ ਹੀ ਆ। ਖੌਰੂ ਨਾ ਪਵੇ ਇਹ ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ। ਜਿਹੜੇ ਉਸ ਖੌਰੂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੀਆਂ ਕਮਜ਼ੋਰੀਆਂ ਨਾਲ ਡੀਲ ਕਰਕੇ ਇੱਕ ਲਾਰਜਰ ਸਮੂਹ ਤੇ ਕਾਫਲੇ ਨੂੰ ਕਿਵੇਂ ਕਾਇਮ ਰੱਖਣਾ, ਉਹਦੇ ਪ੍ਰਤੀ ਜ਼ਿੰਮੇਵਾਰੀ ਨਾਲ ਨਿਭਾਉਣਾ, ਦਿਸ ਇਜ਼ ਵਾਟ ਹੀ ਵਾਸ ਡੂਇੰਗ। ਸੋ ਉਹ ਸਿੱਖ ਵੀ ਆ, ਉਹ ਨਾਸਤਿਕ ਵੀ ਆ, ਉਹ ਏਥੀਇਸਟ ਵੀ ਆ, ਉਹ ਸੋਸ਼ਲਿਸਟ ਵੀ ਆ, ਤੇ ਉਹਨੂੰ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਹੈਗਾ। ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਵਿੱਚ ਸਮਾ ਰਿਹਾ, ਉਹਨਾਂ ਨੂੰ ਐਕਸੈਪਟ ਵੀ ਕਰ ਰਿਹਾ ਤੇ ਇੰਨਾ ਜੈਨੂਇਨਲੀ ਲਿਵ ਕਰ ਰਿਹਾ ਆਪਣੇ ਆਪ ਨਾਲ ਕਿ ਜਦੋਂ ਗੱਲ ਕਰਦਾ ਨਾ ਕਿ ਜਿਹੜੀ ਪੱਗ ਤਾਂ ਜਿਹੜੀ ਉਤਾਰੀ ਉਹਦਾ ਮੈਂ ਕੰਟੈਕਸਟ ਤੁਹਾਨੂੰ ਦੇਤਾ ਹੈਗਾ, ਭਾਈ ਰਣਧੀਰ ਸਿੰਘ ਵਾਲੀ ਗੱਲ ਦਾ ਵੀ ਕੰਟੈਕਸਟ ਹੈਗਾ, ਬਟ ਉਹਨਾਂ ਨੂੰ ਘਬਰਾਇਆ ਨਹੀਂ ਉਹਨਾਂ ਨਾਲ, ਉਹ ਆਪਣੀ ਗੱਲ ਕਰ ਰਿਹਾ, ਉਹ ਆਪਣਾ ਸਾਹਮਣੇ ਰੱਖ ਰਿਹਾ। ਸਾਡੇ ਕੋਲ ਜਿਹੜੇ ਉਸ ਵੇਲੇ ਗ੍ਰੰਥੀ ਦੇ ਸਟੇਟਮੈਂਟਸ ਨੇ ਉਹ ਵੀ ਹੈਗੇ ਨੇ। ਸੋ ਬੇਸਿਕਲੀ ਮੈਂ ਸਾਰਿਆਂ ਨੂੰ ਇਹੀ ਕਹਾਂਗਾ, ਦੇਖੋ ਸਕਾਲਰਾਂ ਦਾ ਕੰਮ ਇੱਕ ਹੁੰਦਾ ਪ੍ਰੋਪੇਗੈਂਡਾ ਨੂੰ ਕਲੀਨ ਕਰਨਾ, ਬਟ ਸਿਮਿਲਰ ਸਕਾਲਰ ਹੀ ਹਾਇਰ ਕੀਤੇ ਜਾਂਦੇ ਨੇ ਪ੍ਰੋਪੇਗੈਂਡਾ ਨੂੰ ਅੱਗੇ ਕਰ ਲੈ। ਇਸੇ ਕਿਸਮ ਨਾਲ 20 ਸਾਲ ਹੋ ਗਏ, 4 ਮੂਵੀਆਂ ਇੱਕੋ ਸਾਲ ਵਿੱਚ ਹਿੰਦੁਸਤਾਨ ਚ ਨਿਕਲੀਆਂ ਭਗਤ ਸਿੰਘ ਬਾਰੇ, ਚਾਰਾਂ ਨੇ ਵੱਖਰੀਆਂ ਚੀਜ਼ਾਂ ਨੂੰ ਪ੍ਰੈਜ਼ੈਂਟ ਕੀਤਾ। ਉਹ ਵੀ ਇੱਕ ਇਨਫੋਰਮੇਸ਼ਨ ਦਾ ਵੀ ਸਾਧਨ ਹੁੰਦਾ, ਉਹ ਪ੍ਰੋਪੇਗੈਂਡਾ ਦਾ ਵੀ ਸਾਧਨ ਹੁੰਦਾ। ਸਰਦਾਰ ਹਰਿੰਦਰ ਸਿੰਘ ਮਹਿਬੂਬ ਨੇ ਇੱਕ ਛੋਟਾ ਜਿਹਾ ਲੇਖ ਮੈਨੂੰ ਯਾਦ ਆ ਪੰਜਾਬੀ ਟ੍ਰਿਬਿਊਨ ਛਪਿਆ ਸੀ, ਇੱਕ ਐਨਾਲਿਸਿਸ ਕੀਤਾ ਸੀ ਭਗਤ ਸਿੰਘ ਦੀ ਰਾਈਟਿੰਗਸ ਦਾ, ਤੇ ਉਹਦੇ ਬਾਰੇ ਵੀ ਗੱਲਾਂ ਕਰਨ ਵਾਲੀਆਂ ਨੇ। ਬਟ ਐਟ ਦੀ ਐਂਡ ਆਫ ਦ ਡੇ
ਐਕਚੁਅਲੀ ਸਾਡੀ ਇੱਕੋ ਗੱਲ ਆ ਸਮਝਣ ਵਾਲੀ, ਭਗਤ ਸਿੰਘ ਸਿੱਖਾਂ ਦਾ ਤੇ ਪੰਜਾਬੀਆਂ ਦਾ ਹੈਗਾ। ਇਹ ਸਾਡਾ ਮੁੰਡਾ, ਅਸੀਂ ਉਹਨੂੰ ਓਨ ਕਰਦੇ ਹਾਂ। ਸਾਡੇ ਮੁੰਡੇ ਭਾਵੇਂ ਸਾਨੂੰ 10 ਚੀਜ਼ਾਂ ਨਾ ਪਸੰਦ ਹੋਣ, ਅਸੀਂ ਫਿਰ ਵੀ ਖੜਦੇ ਹਾਂ ਸਾਡਾ। ਤੇ ਪੰਜਾਬ ਅੱਜ ਵੀ ਉਹਦੇ ਭਗਤ ਸਿੰਘ ਦੇ ਨਾਲ ਖੜਾ, ਤੇ ਪੰਜਾਬ ਪਿਛਲੇ 20 ਸਾਲਾਂ ਵਿੱਚ ਵੀ ਖੜਾ ਸੀ। ਪੂਰਾ ਹਿੰਦੁਸਤਾਨ ਹੁਣ ਉਹਦੇ ਨਾਲ ਕਿਉਂ ਖੜ ਰਿਹਾ? ਕਿਉਂਕਿ ਪੰਜਾਬ ਇਹਨਾਂ ਚੀਜ਼ਾਂ ਦੀ ਲੀਡ ਲੈਂਦਾ। ਪੰਜਾਬ ਦਾ ਦਿਲ ਬਹੁਤ ਵੱਡਾ। ਪੰਜਾਬ ਨੂੰ ਸਖਤੀ ਵਿੱਚ ਲਿਆ ਕੇ ਜਾਂ ਕਿਸੇ ਇੱਕ ਘੇਰੇ ਵਿੱਚ ਲਿਆ ਕੇ ਬੰਦ ਕਰਨਾ ਇਹ ਆਪਣੇ ਆਪ 'ਚ ਠੀਕ ਨਹੀਂ, ਤੇ ਸਿੱਖਾਂ ਦਾ ਇਹਦੇ ਵਿੱਚ ਵੱਡਾ ਰੋਲ ਆ। ਅਸੀਂ ਉਸ ਘੇਰੇ ਨੂੰ ਹੋਰ ਚੌੜਾ ਕਰਦੇ ਹਾਂ, ਅਸੀਂ ਆਪਣੇ ਹਿਰਦੇ ਨੂੰ ਹੋਰ ਚੌੜਾ ਕਰਦੇ ਹਾਂ। ਅੱਜ ਸਾਰੇ ਪੰਜਾਬੀਆਂ ਤੇ ਸਿੱਖਾਂ ਨੂੰ ਫੇਰ ਭਗਤ ਸਿੰਘ ਨੂੰ ਇੱਕ ਚੌੜੇ ਰੂਪ ਵਿੱਚ ਦੇਖਣ ਦੀ ਲੋੜ ਆ, ਤਾਂ ਕਿ ਜੋ ਹੁਣ ਗੁਲਾਮੀਆਂ ਚੱਲ ਰਹੀਆਂ ਨੇ, ਜਿਹੜੀ ਸੇਮ ਲੜਾਈ ਆਜ਼ਾਦੀ ਦੀ ਇਨਇਕੁਆਲਿਟੀ ਦੇ ਲੈਵਲ ਤੇ ਰੁਕੀ ਹੋਈ ਆ ਤੇ ਇਨਜਸਟਿਸ ਦੇ ਲੈਵਲ ਤੇ ਰੁਕੀ ਹੋਈ ਆ, ਉਹਦੇ ਪ੍ਰਤੀ ਜੇ ਅਸੀਂ ਉਹਦਾ ਦਿਨ ਕਰਨਾ, ਉਹਨੂੰ ਸਲੂਟ ਕਰਨਾ। ਦਿਸ ਇਜ਼ ਵਾਈ ਆਈ ਸਲੂਟ ਭਗਤ ਸਿੰਘ, ਕਿ ਅਸੀਂ ਇਨਇਕੁਆਲਿਟੀ ਦੇ ਖਿਲਾਫ ਲੜੀ ਚੱਲੀਏ ਤੇ ਇਨਜਸਟਿਸ ਦੇ ਖਿਲਾਫ ਲੜੇ ਚੱਲੀਏ, ਤੇ ਉਹਨੂੰ ਛੋਟਾ ਨਾ ਕਰੀਏ। ਉਹ 23 ਸਾਲ ਦੀ ਉਮਰ ਵਿੱਚ ਕਿੰਨੇ ਕੌਨਫਲਿਕਟਸ ਵਿੱਚੋਂ ਨਿਕਲ ਕੇ ਕਿੰਨਾ ਵੱਡਾ ਕੰਮ ਕਰ ਗਿਆ, ਇਹਦੇ ਵੱਲ ਤਵੱਜੋ ਦੇਈਏ। ਭਾਈ ਸਾਹਿਬ, ਸਿੱਖ ਰਿਸਰਚ ਇੰਸਟੀਚਿਊਟ ਦੇ ਲੇਟਲੀ ਇੱਕ ਮੈਂ ਪ੍ਰੋਗਰਾਮ ਦੇ ਥਰੂ ਜਾ ਰਿਹਾ ਸੀ, ਡਿਜੀਟਲ ਤੁਹਾਡੇ ਸਨੇਹੇ ਨੇ, ਬਲੌਗਸ ਨੇ, ਕਿਹੜੇ ਕਿਹੜੇ ਪ੍ਰੋਜੈਕਟ ਚੱਲ ਰਹੇ ਨੇ? ਸੁਣਨ ਵਾਲੇ ਜੇ ਜੁੜਨਾ ਚਾਹਣ ਕਿੱਥੇ ਹਿੱਸਾ ਪਾ ਸਕਦੇ ਨੇ? ਜ਼ਰੂਰ ਜੀ, ਇਹਦੇ 'ਚ ਮੈਂ 2 ਗੱਲਾਂ ਕਰਾਂਗਾ ਜੀ। ਪਹਿਲੀ ਤਾਂ ਇਹਦੇ ਨਾਲ ਜੁੜਦੀ ਗੱਲ ਆ, ਅਸੀਂ 27 ਤਰੀਕ ਨੂੰ ਇੱਕ ਸੈਮੀਨਾਰ ਆਨਲਾਈਨ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਤੇ। ਇਹ ਉਹਨਾਂ ਦਾ 400th ਪ੍ਰਕਾਸ਼ ਪੁਰਬ ਆ। ਠੀਕ। ਤੇ ਇਹਦੇ ਬਾਰੇ ਵੀ ਪਿਛਲੇ 2 ਸਾਲਾਂ ਵਿੱਚ ਤੇ ਸਪੈਸ਼ਲੀ ਪਿਛਲੇ 2 ਮਹੀਨਿਆਂ ਵਿੱਚ ਬੜੀਆਂ ਉਲਟੀਆਂ ਸਿੱਧੀਆਂ ਵੀਡੀਓਜ਼ ਤੇ ਰਾਈਟ-ਅਪਸ ਆ ਰਹੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਖਿਲਾਫ। ਚੱਲਦਾ ਇਹ ਰਹੇ ਨੇ 30 ਸਾਲ ਦੇ ਵੀ, ਜਦੋਂ ਉਹਨਾਂ ਦੇ ਕਰਿਕੂਲਮ ਬਦਲਣੇ ਸ਼ੁਰੂ ਕਰਤੇ ਸੀਗੇ NCERT ਦੀ ਕਿਤਾਬਾਂ 'ਚ, ਬੜੇ ਫੇਰ ਤੋਂ ਦੁਬਾਰਾ ਆ ਰਹੇ ਨੇ। ਉਹ ਬੜੇ ਵੱਡੇ ਰੂਪ ਵਿੱਚ ਆ ਰਹੇ ਨੇ ਤੇ ਸਿੱਖਾਂ ਦੇ ਮੂੰਹਾਂ ਤੋਂ ਬੜੀਆਂ ਜੀ ਗੱਲਾਂ ਕਹਾਈਆਂ ਜਾ ਰਹੀਆਂ ਨੇ। ਅਸੀਂ ਇਹ ਸੈਮੀਨਾਰ ਦੇ ਵਿੱਚ ਪ੍ਰੈਜ਼ੈਂਟ ਕਰ ਰਹੇ ਹਾਂ ਕਿ ਜਿਹੜੀ ਅਪਰੋਪਰੀਏਸ਼ਨ ਦਾ ਏਜ ਚੱਲ ਰਹੀ ਆ, ਉਸ ਵੇਲੇ ਦੇ ਕੋਰਟ ਪੋਇਟਸ ਕੀ ਲਿਖ ਰਹੇ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੀ ਬਾਣੀ 'ਚ ਕੀ ਲਿਖ ਰਹੇ ਨੇ, ਅੱਜ ਦੇ ਸੰਦਰਭ ਵਿੱਚ ਗਲੋਬਲੀ ਕਿਵੇਂ ਦੇਖੀਏ, ਅੱਜ ਦੇ ਸੰਦਰਭ ਵਿੱਚ ਇੰਡੀਆ 'ਚ ਕਿਵੇਂ ਦੇਖੀਏ। 27 ਤਰੀਕ ਨੂੰ ਸਾਡਾ ਇਹ ਵੈਬਿਨਾਰ ਹੈਗਾ, ਦਾ ਬਿਲੇਵਲੈਂਟ ਵਾਰੀਅਰ ਅਸੀਂ ਉਹਨਾਂ ਨੂੰ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਤੇ। ਉਹ ਸਾਡੀ ਸਾਈਟ ਤੇ ਜਾ ਕੇ ਜਰੂਰ ਰਜਿਸਟਰ ਕਰਕੇ ਜਿਹੜੇ ਚਾਹੁੰਦੇ ਨੇ ਇਹ ਦੇਖਣ। ਤੇ ਦੂਸਰਾ ਵੱਡਾ ਪ੍ਰੋਜੈਕਟ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇੱਕ ਲਫ਼ਜ਼ ਆ ਉਹਨੂੰ ਕਿਸ ਤਰ੍ਹਾਂ ਸਮਝਣਾ, ਤੇ ਉਹਨੂੰ ਇੱਕ ਅੱਜ ਦੀ ਪੰਜਾਬੀ, ਅਜੋਕੀ ਸਮਕਾਲੀ ਪੰਜਾਬੀ ਤੇ ਕੰਟੈਂਪਰਰੀ ਇੰਗਲਿਸ਼ ਵਿੱਚ ਉਹਨੂੰ ਕਿਵੇਂ ਪ੍ਰੈਜ਼ੈਂਟ ਕਰਨਾ, ਇਹਦੇ ਬਾਰੇ 1.5 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਅਗਲੇ 20 ਸਾਲ ਇਸ ਤੇ ਕੰਮ ਕਰਾਂਗੇ। ਹੁਣ ਅਸੀਂ 30 ਜਣੇ ਲਗਾਤਾਰ ਇਹੀ ਕੰਮ ਕਰ ਰਹੇ ਨੇ, ਤੇ ਉਹ ਵੀ ਅਸੀਂ ਇਨਵਾਈਟ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਛੋਟਾ ਕਰਕੇ ਨਾ ਪ੍ਰੈਜ਼ੈਂਟ ਕਰੋ, ਸ਼ਬਦਾਂ ਦੇ ਕੰਪਲੈਕਸਿਸ ਵਿੱਚੋਂ ਬਾਹਰ ਆਓ, ਆਪਣੀਆਂ ਕਮਜ਼ੋਰੀਆਂ ਚੋਂ ਬਾਹਰ ਆਓ, ਤੇ ਜੋ ਲਿਖਿਆ ਉਹਨੂੰ ਮਿਊਜ਼ਿਕ ਕੀ ਕਹਿ ਰਿਹਾ, ਉਹਦੀ ਪੋਇਟਰੀ ਕੀ ਕਹਿ ਰਹੀ ਹੈ, ਹਰ ਇੱਕ ਸ਼ਬਦ ਦੇ ਬਾਰੇ ਗੱਲ ਕਰੀਏ। ਸੋ ਗੁਰੂ ਗ੍ਰੰਥ ਸਾਹਿਬ .io ਤੇ ਜਾ ਕੇ ਉਹ ਦੇਖ ਸਕਦੇ ਹੋ, ਤੇ sikhri.org ਤੇ ਜਾ ਕੇ ਜਿਹੜਾ 27 ਤਰੀਕ ਨੂੰ ਆਉਣ ਵਾਲੇ ਸੈਟਰਡੇ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੀ ਜਿਹੜੀ ਗ੍ਰੈਂਡਰ ਕੀ ਹੈ, ਉਹਨਾਂ ਦੀ ਲੈਗੇਸੀ ਕੀ ਹੈ, ਉਹਨਾਂ ਦੀ ਪੋਲੀਟੀਕਲ ਤੇ ਸਪਿਰਿਚੁਅਲ ਤਾਕਤਾਂ ਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਪਹਿਲਾਂ ਕੀਤਾ ਗਿਆ ਸੀ ਤੇ ਹੁਣ ਕਿਵੇਂ ਉਹਨੂੰ ਛੋਟਾ ਕੀਤਾ ਜਾ ਰਿਹਾ, ਇਹਦੇ ਵੱਲ ਆ ਕੇ ਸ਼ਮੂਲੀਅਤ ਲਓ ਤੇ ਡਿਸਕਸ਼ਨ ਵਿੱਚ ਸ਼ਾਮਲ ਹੋ। ਧੰਨਵਾਦ ਬਹੁਤ ਬਹੁਤ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕਿਸ ਦਿਨ ਸਮਾਂ ਬਣਾ ਕੇ ਗੱਲਬਾਤ ਕਰਾਂਗੇ। ਤੁਹਾਡੀ ਸਿਹਤ ਯਾਬੀ ਲਈ ਤੇ ਚੜ੍ਹਦੀ ਕਲਾ ਲਈ ਸਦਾ ਅਰਦਾਸ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਸਰ ਹਰਿੰਦਰ ਸਿੰਘ, ਸਿੱਖ ਰਿਸਰਚ ਇੰਸਟੀਚਿਊਟ ਸਿੱਖਰੀ ਤੋਂ ਗੱਲਬਾਤ ਕਰ ਰਹੇ ਸੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸਤਵੀਰ ਸਿੰਘ ਗਿੱਲ, ਸਾਡੇ ਫਾਈਨੈਂਸ਼ੀਅਲ ਐਡਵਾਈਜ਼ਰ, ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਸ ਵਿੱਤੀ ਮਾਮਲਿਆਂ ਦੇ ਹਾਣ ਦਾ ਕਿਵੇਂ ਕਰਨਾ, ਹੁਣੇ ਵਾਪਸ ਆ ਕੇ ਲੈਣੇ। ਗੱਲਬਾਤ ਸਰ ਹਰਿੰਦਰ ਸਿੰਘ ਟੈਕਸਸ ਹੋਰਾਂ ਤੋਂ ਤੁਸੀਂ ਸੁਣ ਕੇ ਹਟੇ ਹੋ। ਫੇਸਬੁੱਕ ਤੇ ਸਾਂਝੀ ਕੀਤੀ ਹੋਈ ਹੈ, ਸ਼ੇਰੇ ਪੰਜਾਬ ਤੇ ਵੀ, ਮੇਰੇ ਫੇਸਬੁੱਕ ਪੇਜ ਤੇ, ਅਕਾਊਂਟ ਤੇ ਅੱਗੇ ਜ਼ਰੂਰ ਭੇਜਿਓ। ਇਹ ਵਿਦਵਾਨਾਂ ਦੇ ਵੱਡੇ ਵਿਚਾਰ ਹੁੰਦੇ ਨੇ। ਬਹੁਤ ਵੱਡੀ ਗੱਲ ਉਹਨਾਂ ਨੇ ਅੱਜ ਕੀਤੀ ਹੈ ਕਿ ਸਰਦਾਰ ਭਗਤ ਸਿੰਘ ਨੂੰ ਵੰਡਣ ਦੀ ਜਗ੍ਹਾ ਉਹਨਾਂ ਦਾ ਫਲਸਫਾ ਵੇਖਿਆ। ਹੁਣ ਸਰਦਾਰ ਸਤਵੀਰ ਸਿੰਘ ਗਿੱਲ ਨੇ ਮੇਰੇ ਨਾਲ ਮੰਗਲਵਾਰ ਦਾ ਦਿਨ ਵਿੱਤੀ ਮਾਮਲਿਆਂ ਦੇ ਬਾਰੇ ਉਹਨਾਂ ਨਾਲ ਹੁੰਦਾ ਹੈ। ਆਉਣ ਵਾਲੀ ਪੀੜ੍ਹੀ ਨੂੰ ਇਸ ਲਈ ਕਿਵੇਂ ਤਿਆਰ ਕਰੀਏ, ਗੱਲਬਾਤ ਕਰਨਗੇ। ਗਿੱਲ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਤੁਹਾਡਾ? ਬਹੁਤ ਠੀਕ ਗਿੱਲ ਸਾਹਿਬ, ਤੁਸੀਂ ਦੱਸੋ ਜੀ। ਹਾਂਜੀ, ਐਵਰੀਥਿੰਗ ਇਜ਼ ਗੁੱਡ, ਥੈਂਕ ਯੂ ਜੀ। ਮੈਂ ਉਹ ਸੁਣਦਾ ਸੀਗਾ ਤੁਹਾਡਾ ਪ੍ਰੀਵੀਅਸ ਸੈਸ਼ਨ ਵੀ, ਹੁਣ ਗੁਰੂ ਤੇਗ ਬਹਾਦਰ ਦੀ ਐਜੂਕੇਸ਼ਨ ਕਰਨੀ ਤੇ ਭਗਤ ਸਿੰਘ ਦੀ, ਤੇ ਮੈਂ ਸੋਚਦਾ ਸੀ ਉਹ ਆਪਾਂ ਜਿਹੜੀ ਵੈਲਿਊਜ਼ ਆਪਣੀ ਕਮਿਊਨਿਟੀ ਦੇ ਵਿੱਚ ਤੇ ਜਿਹੜੀ ਅਪਬ੍ਰਿੰਗਿੰਗ ਆ
ਉਹ ਆਪਾਂ ਫਾਈਨੈਂਸ ਦੇ ਵਿੱਚ ਕਿਵੇਂ ਐਕਸਪਲੇਨ ਕਰੀਏ ਤੇ ਉਹ ਆਪਾਂ ਐਗਜ਼ਾਮਪਲ ਯੂਜ਼ ਕਰਕੇ ਵੀ ਜਿਹੜੀ ਵੈਲਿਊਜ਼ ਆਪਣੀ ਕਮਿਊਨਿਟੀ ਦੀ ਵੈਲਿਊਜ਼ ਆਪਣੀ upbringing ਦੇ ਵਿੱਚ ਜਿਹੜੇ ਸਟੋਰੀਜ਼ ਆਪਾਂ ਸੁਣਦੇ ਆ ਵੀ ਪਿੰਡ ਦੇ ਵਿੱਚ ਆਹ ਹੋਇਆ ਸੀ, ਆਹ ਕੀਤਾ ਸੀ, all those things ਵੀ ਹੁਣ ਆਪਣੇ ਜਿਹੜੇ ਇੱਥੇ ਆਪਣੇ ਆਪ ਦੇ ਚਿਲਡਰਨ ਆ, ਅਗਲੀ ਪੀੜ੍ਹੀਆਂ ਨੂੰ ਉਹ ਵੈਲਿਊਜ਼ ਦੇ ਨਾਲ ਆਪਾਂ ਕਿਵੇਂ ਐਕਸਪਲੇਨ ਕਰ ਸਕਦੇ ਵੀ ਫਾਈਨੈਂਸ ਤੇ ਮਨੀ ਤੇ ਉਹ ਚੀਜ਼ਾਂ ਕਿਵੇਂ ਯੂਜ਼ ਕਰਨੀਆਂ। ਅੱਛਾ ਗਿੱਲ ਸਾਹਿਬ, ਬਹੁਤ ਵੱਡੀ ਗੱਲ ਆ ਵੀ ਮਾਣ ਦੇ ਨਾਲ, ਇੱਜ਼ਤ ਦੇ ਨਾਲ ਪੈਸੇ ਜਿਹੜੇ ਕਮਾਉਣੇ ਨੇ ਤੇ ਉਹਨਾਂ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਵੈਲਿਊਜ਼ ਕੀ ਨੇ, ਇਸ ਤੇ ਗੱਲ। ਅੱਛਾ, ਬਹੁਤਾਤ ਦੇ ਤੌਰ 'ਤੇ ਆਪਾਂ ਦੋਨੇ ਹੀ ਮਾਪਿਆਂ ਦੇ ਤੌਰ 'ਤੇ ਸਾਡੀ ਟੈਂਡੈਂਸੀ 20 ਸਾਲ ਦੀ ਉਮਰ ਤੱਕ ਜਵਾਕਾਂ ਤੱਕ ਇਹ ਰਹਿੰਦੀ ਆ ਵੀ ਤੁਹਾਡਾ ਇਹ ਮਤਲਬ ਨਹੀਂ ਹੈ, ਤੁਸੀਂ ਨਹੀਂ ਇਹਦੇ ਵੱਲ ਦੇਖਣਾ, ਪੜ੍ਹੋ 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 ਪੜ੍ਹੋ। ਕਿੱਥੋਂ ਪੈਸਾ ਆਉਂਦਾ? ਜੇ ਕਈ ਵਾਰ ਕਹਿਣ ਵੀ ਬਈ ਇਹਦਾ ਡੈਡੀ ਬਹੁਤ ਮਹਿੰਗਾ ਅਤੇ ਫੀਸ ਬਹੁਤ ਹੈ, ਅਤੇ ਉਹਨੂੰ ਕਹਿ ਨੋ ਡੋਂਟ ਵਰੀ ਅਬਾਊਟ ਦੈਟ, ਇਹ ਨਾ ਤੂੰ ਸੋਚ, ਤੂੰ ਪੜ੍ਹ, ਪੈਸੇ ਕਿੱਥੋਂ ਆਏ, ਡਾਲਰ ਕਿੱਥੋਂ ਆਏ, ਇਹ ਨਾ ਪੁੱਛ। ਇਹ ਕਿੰਨਾ ਕੁ ਉਹਨਾਂ ਨੂੰ ਦੱਸਣਾ ਚਾਹੀਦਾ, ਕਿੰਨੀ ਉਮਰ ਤੋਂ ਸ਼ੁਰੂ ਕਰਨਾ ਚਾਹੀਦਾ? ਉਹ ਤੁਸੀਂ ਆਪ ਦੇਖ ਲਓ ਜੀ, ਹੁਣ ਜਦੋਂ ਜਿੰਨਾ ਤੁਹਾਨੂੰ ਜ਼ਿਆਦਾ ਪਤਾ ਐਜ਼ ਯੂ ਗਰੋਇੰਗ ਅਪ ਉਨਾ ਵਧੀਆ ਮੇਰੇ ਮਨ ਦੇ ਵਿੱਚ। ਸੋ ਜੇ ਛੋਟੇ ਦੇ ਨਾਲ ਆਪਾਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ, ਜਦੋਂ ਨਾਲ ਜਾਂਦੇ ਸਟੋਰਾਂ ਨੂੰ ਵੀ ਆਹ ਸੇਲ ਤੇ ਆਹ ਫੁੱਲ ਪ੍ਰਾਈਸ ਆ, ਜਦੋਂ ਕੁਝ ਬਾਏ ਕਰਦੇ ਆ ਗਰੋਸਰੀ ਲੈਣ ਗਏ ਜਾਂ ਕੱਪੜੇ ਲੈਣੇ ਆ, ਦੋਸ ਥਿੰਗਸ ਨਾਲ ਦੀ ਨਾਲ ਦੱਸੋ, ਐਜੂਕੇਟ ਕਰੋ ਵੀ ਹਾਂ ਵੀ ਆਹ ਪਹਿਲਾਂ $100 ਦੀ ਸੀ, ਹੁਣ 50 ਤੇ ਆ ਗਈ, ਤੇ ਫਿਰ ਕਿਹੜਾ ਬੈਟਰ 50 ਤੇ ਲੈਣ ਤੇ ਕਿ 100 ਤੇ ਲੈਣ ਤੇ, ਦੋਸ ਲਿਟਲ ਥਿੰਗਸ ਜਦੋਂ ਛੋਟੇ ਹੁੰਦੇ ਆ 3, 4, 5, 6 years old, ਉਹਦੇ ਨਾਲ ਵੀ ਫਿਰ ਉਹਨਾਂ ਨੂੰ ਐਜੂਕੇਸ਼ਨ ਆਪ ਬਣ ਜਾਂਦੀ ਹੈ ਵੀ ਓਕੇ ਉਹ ਆਪ ਵੀ ਕਿਵੇਂ ਹੈਂਡਲ ਕਰਦੇ ਆ। ਇੱਕ ਟੈਸਟ ਮੈਂ ਦਿੱਤਾ, ਟੈਸਟ ਤਾਂ ਨਹੀਂ ਅਸੀਂ ਆਪਦੇ ਬੱਚੇ ਨੂੰ ਡਾਟਰ ਐਂਡ ਸਨ, ਉਹਨਾਂ ਨੂੰ $10 ਦਿੱਤੇ ਸੀਗੇ। ਆਈ ਥਿੰਕ ਬੇਟੀ ਦੂਜੀ ਕਲਾਸ ਸੀ ਤੇ ਬੇਟਾ ਕਿੰਡਰਗਾਰਟਨ ਸੀਗਾ ਉਸ ਟਾਈਮ। ਵੀ ਵੇਖਦੇ ਵੀ ਇਹ ਕੀ ਕਰਦੇ ਸਟੋਰ ਦੇ ਵਿੱਚ, ਅਸੀਂ ਬਾਹਰ ਗਏ ਸੀ ਛੁੱਟੀਆਂ ਤੇ ਕਿਤੇ, ਤੇ ਵੇਖਦੇ ਆ ਵੀ ਇਹ $10 ਵੇਖਦੇ ਵੀ ਕਿਵੇਂ ਲਾਉਂਦੇ ਆ, ਤੇ ਉਹਨੂੰ ਵੇਖੇ ਵੀ ਉਹਨਾਂ ਦੀ ਥਾਟ ਪ੍ਰੋਸੈਸ ਕੀ ਆ। ਤੇ ਸੋ ਬੇਟੀ ਨੇ ਪਹਿਲਾਂ ਜਾ ਕੇ ਵੇਖਿਆ, ਦਿਸ ਇਜ਼ ਨਾਈਸ, ਦੈਟਸ ਨਾਈਸ, ਆਹ ਇੱਕ ਚੀਜ਼ ਲੈ ਲਈ, ਦੋ ਚੀਜ਼ ਲੈ ਲਈ, ਫਿਰ ਉਹ ਕਹਿੰਦੀ ਨੋ ਆਈ ਡੋਂਟ, ਮੈਂ ਤਾਂ ਕੁਛ ਖਾਣ ਨੂੰ ਲੈਣਾ। ਸੋ ਫਿਰ ਉਹ ਕਿਤੇ ਉਹ ਸ਼ੀ ਵਾਂਟਡ ਆਈਸ ਕ੍ਰੀਮ, ਠੀਕ ਆ, ਉਹਨੇ ਆਈਸ ਕ੍ਰੀਮ। ਬੇਟੇ ਨੇ ਵੇਖਿਆ, ਉਹ ਛੋਟਾ ਸੀ, ਪੜ੍ਹਨਾ ਤਾਂ ਆਉਂਦਾ ਸੀ ਥੋੜ੍ਹਾ, ਪਰ ਡੈਡੀ ਇਜ਼ ਦਿਸ ਔਨ ਸੇਲ? Yeah, this is on sale. ਆਹ ਸਾਰਾ ਸੈਕਸ਼ਨ ਸੇਲ ਤੇ, ਉਹ ਸਾਰਾ ਸੈਕਸ਼ਨ ਸੇਲ ਤੇ ਨਹੀਂ। ਫਿਰ ਉਹ ਜਾ ਕੇ ਵੇਖੇ, ਫਿਰ ਸੇਲ ਦੇ ਵਿੱਚ ਉੱਥੋਂ ਜਾ ਕੇ ਦੋ ਚੀਜ਼ਾਂ ਚੱਕੀਆਂ। ਅੱਛਾ। ਤੇ ਫਿਰ $1 ਉਹਨੇ $10 ਦਾ ਬਿੱਲ ਫੜਾਤਾ ਕੈਸ਼ੀਅਰ ਨੇ ਵਾਪਸ ਚੇਂਜ ਦੇਤੀ, ਚੇਂਜ ਵਾਪਸ ਆ ਗਏ, ਬਿੱਲ ਦੇ ਅਸੀਂ ਅਮਰੀਕਾ ਵਿੱਚ ਸੀਗੇ ਡਾਲਰ ਬਿਲਸ ਆ ਗਏ। ਉਹ ਕਹਿੰਦਾ ਮੈਂ ਇੱਕ ਦਿੱਤੇ, ਮੈਨੂੰ 4 ਵਾਪਸ ਆ ਗਏ, ਕੀ? ਮੈਂ ਸੁਣੋ, ਤੂੰ ਇੱਕ ਦਿੱਤਾ ਸੀ, ਉਹ 10 ਦਾ ਵੈਲਿਊ ਸੀ, ਤੈਨੂੰ 4 ਵਾਪਸ ਆ ਗਏ, ਇੱਕ ਦੀ ਵੈਲਿਊ ਆ। ਓਕੇ, ਫਿਰ ਉਹ ਸਿੱਖਣ ਲੱਗ ਪੈਂਦੇ ਆ। ਫਿਰ ਉਹਨੇ ਜਾ ਕੇ ਕੈਂਡੀਆਂ ਲੈ ਲਈਆਂ ਤੇ ਇੱਕ ਲੈ ਲਈ ਸਾਰਿਆਂ ਲਈ। ਤੇ ਫਿਰ ਬੇਟੀ ਵਾਪਸ ਆਈ, ਮੈਂ ਕਿਹਾ ਤੂੰ ਕੀ ਆਈਸ ਕ੍ਰੀਮ ਖਾ ਲਈ, ਪੈਸੇ ਕਿੰਨੇ ਰਹਿ ਗਏ? ਮੈਂ ਲਾਤੇ ਸਾਰੇ। ਓਕੇ, ਸੋ ਤੇਰੇ ਕੋਲੇ ਫਿਰ ਤੂੰ ਆਈਸ ਕ੍ਰੀਮ ਖਾ ਲਈ, ਸਾਰਾ ਕੁਛ ਗਿਆ। ਓਕੇ, ਫਿਰ ਬੇਟਾ ਕਹਿੰਦਾ ਵੀ ਮੇਰੇ ਕੋਲੇ ਖੇਡਾਂ ਹੀ ਕੁਛ, ਫਿਰ ਉਹ ਕਹਿੰਦੀ ਵੀ ਇਹਦੇ ਕੋਲ ਆਹ ਕਾਹਦੋਂ ਚੀਜ਼ਾਂ ਹੈਗੀਆਂ, ਤੂੰ ਆਪਦਾ ਚੂਜ਼ ਕੀਤਾ ਸੀਗਾ ਪੈਸੇ ਲਾਉਣ ਨੂੰ ਔਨ ਈਟਿੰਗ ਸਮਥਿੰਗ, ਹੁਣ ਤੇਰੇ ਕੋਲੇ ਕੁਛ ਹੈ ਨੀ ਗਾ ਦਿਖਾਉਣ ਨੂੰ, ਤੂੰ ਖਾ ਲਿਆ, ਤੇਰਾ ਟੇਸਟ ਵਧੀਆ ਸੀ, ਨੋ ਪ੍ਰੋਬਲਮ। ਇਹਨੇ ਚੂਜ਼ ਕੀਤਾ ਕੁਝ ਬਾਏ ਕਰਨ ਨੂੰ, ਉਹਨਾਂ ਦੇ ਹੱਥ ਵਿੱਚ ਹੀ ਕੈਨ ਯੂਜ਼ ਇਟ, ਨਾਲੇ ਤੇਰੇ ਲਈ ਕੈਂਡੀ ਵੀ ਲੈ ਕੇ ਦਿੱਤੀ ਹੈ, ਰਾਈਟ? ਸੋ ਡਿਫਰੈਂਸ ਸੋ ਉਹਦੇ ਨਾਲ ਫਿਰ ਪਤਾ ਲੱਗ ਜਾਂਦਾ ਵੀ ਓਕੇ ਆਪਣੇ ਬੱਚੇ ਨੂੰ ਕੀ ਸਿਖਾਉਣਾ, ਹਾਊ ਡੂ ਵੀ ਵਾਂਟ ਟੂ ਟੀਚ them। ਤੇ ਹੁਣ ਤਾਂ ਵੱਡੇ ਹੋ ਗਏ, ਦੇ ਟੀਨੇਜਰਸ ਨਾਓ, ਤੇ ਹੁਣ ਵੀ ਆਈ ਟਰਾਈ ਟੂ ਜਿੰਨਾ ਇਨਵੋਲਵ ਕਰ ਸਕਦਾ ਡਿਸੀਜ਼ਨਸ ਦੇ ਵਿੱਚ ਇਨਵੋਲਵ ਕਰਨਾ ਚਾਹੀਦਾ। ਆਈ ਥਿੰਕ ਕਿ ਜਿੰਨਾ ਜ਼ਿਆਦਾ ਪਤਾ ਉਹਨਾਂ ਨੂੰ ਉਹਨਾਂ ਬੈਟਰ। ਅੱਛਾ ਗਿੱਲ ਸਾਹਿਬ, ਸਾਨੂੰ ਤੰਗੀ ਹੁੰਦੀ ਆ ਜਿਹੜੇ ਫਸਟ ਜਨਰੇਸ਼ਨ ਹੈ, ਅਸੀਂ ਤਾਂ ਪਹਿਲੇ 15 ਸਾਲ ਪੰਜਾਬ ਤੋਂ ਸਵਾ ਕੇ ਕੱਪੜੇ ਲਿਆਉਂਦੇ ਰਹੇ, ਅਚਾਰ ਉੱਥੋਂ, ਦੇਸੀ ਘਿਓ ਉੱਥੋਂ, ਹਲਦੀ ਉੱਥੋਂ, ਹਲੇ ਵੀ ਆਉਂਦਾ, ਚਾਹੇ ਅਸੀਂ ਡੈਕਲੇਰੇਸ਼ਨ 'ਤੇ ਝੂਠ ਬੋਲਦੇ ਹਾਂ, ਕੋਈ ਸੀਡ ਨਹੀਂ, ਕੋਈ ਮਸਾਲੇ ਨਹੀਂ, ਹਲੇ ਵੀ ਲਿਆਉਂਦੇ ਹਾਂ, ਕੋਈ ਡੇਅਰੀ ਪ੍ਰੋਡਕਟ ਨਹੀਂ, ਵਿੱਚ 10 ਕਿਲੋ 7 ਪਾਊਂਡ ਘੱਟੋ ਘੱਟ ਖੋਆ ਹੁੰਦਾ। ਇੱਥੇ ਜਾਂਦੇ ਹਾਂ, ਇਹ ਸੋਚਣੀ ਦਾ ਫਰਕ ਹੈ ਜੀ। $200 ਦੀ ਕੋਈ ਚੀਜ਼ ਪਈ ਆ, ਅਸੀਂ ਉਹਦੇ ਬਾਰੇ 200 ਵਾਰ ਸੋਚਣਾ। ਇਹ ਜਵਾਕ ਕਹਿੰਦੇ ਨੇ ਓਨਲੀ $200, ਨੋ ਮੈਂ ਤਾਂ ਲੈਣਾ ਇਹ। ਅੱਛਾ, ਜਦੋਂ ਉਹਦੀ ਐਲੈਬੋਰੇਸ਼ਨ ਉਹਨਾਂ ਤੋਂ ਕਰਾਉਂਦੇ ਆ ਵੀ ਐਲੈਬੋਰੇਟ ਕਰੋ, ਇਹ ਤੁਸੀਂ ਕਿਵੇਂ? ਉਹ ਕਹਿੰਦੇ ਡੈਡ ਇਫ ਆਈ ਨੀਡ ਸਮਥਿੰਗ ਮੈਂ ਉਹਨੂੰ ਆਈ ਹੈਵ ਟੂ ਬਾਏ ਇਟ, ਸਿੰਪਲ। ਜੇ ਮੈਨੂੰ ਨਹੀਂ ਜ਼ਰੂਰਤ ਮੈਂ ਉਹਦੇ ਵੱਲ ਝਾਕਣਾ ਨਹੀਂ। ਤੁਸੀਂ 100 ਚੀਜ਼ਾਂ ਵੱਲ ਝਾਕਦੇ ਹੋ, ਲੈਂਦੇ ਹੋ 2, ਡੀਲ ਕਰਦੇ ਹੋ, ਬਾਰਗੇਨ ਕਰਦੇ ਹੋ, ਹਲੇ ਲੱਗੀ ਨਹੀਂ, ਫਿਰ ਤੇਲ ਫੂਕਦੇ ਫਿਰਦੇ ਹੋ, ਅਤੇ ਮੈਨੂੰ ਇਹ ਚੀਜ਼ ਦੀ ਜ਼ਰੂਰਤ ਹੈ, ਇਹ $200 ਦੀ, ਅੱਜ ਮੈਂ ਇਹ ਲੈਣੀ ਹੈ, ਹੂ ਕੇਅਰਸ?
ਓਨਲੀ $200 ਉਹ ਸਾਨੂੰ ਪੇਨ ਕਰਦਾ। ਅਸੀਂ ਸਵੇਰ ਤੋਂ ਆਥਣ ਤੱਕ 11 ਘੰਟੇ ਲਾ ਕੇ 200 ਕਮਾਉਣਾ, ਉਹ 200 ਉਸ ਤਰ੍ਹਾਂ ਖਰਚਦੇ ਆ। ਇਹ ਸੋਚਣੀ ਦਾ ਕੀ ਫਰਕ ਹੈ? ਇਹ ਇੱਥੇ ਜੰਪਲ ਬੱਚੇ ਇਸ ਤਰ੍ਹਾਂ ਕਿਉਂ ਸੋਚਦੇ ਨੇ, ਅਸੀਂ ਕਿਉਂ ਨਹੀਂ ਸੋਚਦੇ? ਗੁੱਡ ਕੁਐਸਚਨ ਜੀ। ਇਹਦੇ ਆਨਸਰ ਤਾਂ ਮੈਨੂੰ ਲੱਗਦਾ ਕਿਸੇ ਦੇ ਕੋਲੇ ਹੈ ਨਹੀਂ, ਬਿਕਾਜ਼ ਸਾਰੇ ਡਿਫਰੈਂਟ ਆ, ਪਰ ਸੋਚਣੀ ਡਿਫਰੈਂਟ ਤਾਂ ਹੈਗੀ। ਉਹ ਤਾਂ ਆਪਾਂ ਨੂੰ ਸਾਰਾ ਕੁਝ ਦੱਸਦਾ। ਹੁਣ ਐਪਲ ਪ੍ਰੋਡਕਟ ਵੇਖ ਲਓ ਵੀ ਅਸੀਂ ਉਹੀ ਲੈਣਾ, ਬ੍ਰਾਂਡ ਨੇਮ ਹੋਰ ਵੀ ਹੈਗੇ ਆ, ਪਰ ਨਹੀਂ ਲੈਣਾ ਉਹ ਹੀ, ਬਿਕਾਜ਼ ਕੁਆਲਿਟੀ ਵਿੱਚ ਵੇਖਦੇ ਆ, ਰਾਈਟ। ਜਿਹੜੇ ਹੁਣ ਇਹ ਬੱਚੇ ਵੇਖ ਵੀ 200 ਦਾ ਉਹ ਮੈਨੂੰ ਚਾਹੀਦਾ, ਉਹ ਕੁਆਲਿਟੀ ਦੇਖਦੇ। ਪਹਿਲਾਂ ਹੀ ਉਹਨਾਂ ਨੇ ਰਿਸਰਚ ਕੀਤਾ ਹੁੰਦਾ ਫੋਨ ਤੇ ਵੀ ਕੀ ਹੈਗਾ ਕੀ ਨਹੀਂ, ਤੇ ਨਾਲੇ ਬ੍ਰਾਂਡ ਦਾ ਪਤਾ ਉਹਨਾਂ ਨੂੰ ਵੀ ਕਿਹੜੀ ਚੀਜ਼ ਚਾਹੀਦੀ ਹੈ ਕਿਹੜੀ ਚੀਜ਼ ਨਹੀਂ ਚਾਹੀਦੀ। ਆਪਾਂ ਜਾ ਕੇ ਪਹਿਲਾਂ ਸਟੋਰ ਵਿੱਚ ਵੇਖਦੇ ਸੀ, ਸਾਰਿਆਂ ਨੂੰ ਹੱਥ ਲਾ ਕੇ ਆ ਵੇਖਣਾ ਉਹ ਵੇਖਣਾ, ਉਹਨਾਂ ਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਕੀ ਨਹੀਂ ਲੈਣਾ, ਬਿਕਾਜ਼ ਉਹ ਆਪਦੀ ਰਿਸਰਚ ਕਰਦੇ ਡਿਫਰੈਂਟ, ਆਪਾਂ ਰਿਸਰਚ ਕਰਦੇ ਡਿਫਰੈਂਟ। ਸੋ ਸੋਚ ਠੀਕ ਨਹੀਂ ਗਲਤ ਨਹੀਂ, that's just the way it is। ਪਰ ਉਹਦੇ ਨਾਲ ਵੀ ਆਪਾਂ ਸਮਝਾ ਵੀ ਸਕਦੇ $200 ਦਾ ਵੈਲਿਊ ਕੀ ਆ, ਰਾਈਟ। ਉਹ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਓਕੇ ਇਟਸ ਓਨਲੀ $200 ਦਾ ਮੈਨੂੰ ਚਾਹੀਦੀ, ਮੈਂ ਲੈ ਲੈਣੀ, ਓਕੇ, ਪਰ $200 ਬਣਦਾ ਕਿਵੇਂ? ਉਹ ਵੀ ਸਮਝਾਉਣਾ ਚਾਹੀਦਾ। ਹੁਣ ਜਦੋਂ 15, 16, 17 ਸਾਲ ਦੇ ਹੋ ਕੇ ਕੰਮ ਕਰ ਸਕਦੇ, ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਓਕੇ ਮੈਨੂੰ $15 ਘੰਟੇ ਦੀ ਪੇ ਮਿਲਦੀ, ਇੰਨਾ ਟੈਕਸ ਕੱਟ ਹੁੰਦਾ, ਇੰਨਾ ਮੈਨੂੰ ਘਰੇ ਲੈ ਕੇ ਹੁੰਦੇ। ਸੋ ਜੇ ਮੈਂ $200 ਦਾ ਕੁਛ ਲੈਣਾ ਵੀ ਆ, ਮੈਨੂੰ ਇੰਨੇ ਘੰਟੇ ਕੰਮ ਕਰਨੇ ਪੈਣੇ, ਫਿਰ ਉਹ ਸੋਚਦੇ ਆ, ਰਾਈਟ। ਸੋ ਆਈ ਥਿੰਕ ਜੇ ਜੌਬਸ ਜਦੋਂ ਏਜ ਦੇ ਹੋ ਗਏ ਬੱਚੇ, ਦੇ ਸ਼ੁੱਡ ਗੈਟ ਜੌਬਸ। ਉਹਨਾਂ ਨੂੰ ਸਿੱਖਣਾ ਚਾਹੀਦਾ ਵੀ ਪੈਸੇ ਕਿਵੇਂ ਕਮਾਈਦੇ। ਹਾਂ, ਪੜ੍ਹਨਾ ਵੀ ਆ, ਉਹ ਸਾਰਾ ਕੁਛ ਕਰਨਾ, ਪਰ ਜਿਹੜੀ ਉਹ ਰਿਸਪੋਂਸਿਬਿਲਿਟੀ ਬਣਦੀ, ਫਿਰ ਜਦੋਂ ਤੁਸੀਂ $200 ਦਾ ਕੁਛ ਸੋਚਦੇ ਆ ਤੇ ਫਿਰ ਉਹ ਸੈਕਿੰਡ ਥਿੰਕ ਕਰਦੇ। ਮੇਬੀ ਉਹਨਾਂ ਨੇ ਫਿਰ ਤੁਹਾਨੂੰ ਕਹਿਣਾ ਵੀ ਗੈਸ ਫੂਕੋ ਸਾਨੂੰ ਇੱਥੇ ਲੈ ਕੇ ਜਾਓ, ਇੱਥੇ $20 ਸਸਤੇ ਮਿਲਦੀ ਹੈ, ਜਾਂ ਉੱਥੇ ਲੈ ਕੇ ਜਾਓ $50 ਸਸਤੇ ਮਿਲਦੀ, ਤਾਂ ਮੇਬੀ ਸੇਲ ਤੇ ਲੱਗ ਜਾਣੀ ਹੈ। ਫਿਰ ਸੋਚਣ ਤਾਂ ਹੀ ਤੁਸੀਂ $200 ਸੋਚਦੇ ਆ, ਬਿਕਾਜ਼ ਤੁਹਾਨੂੰ ਪਤਾ ਕਿੰਨਾ ਔਖਾ ਕਮਾਉਣ ਨੂੰ। ਉਹਨਾਂ ਨੂੰ $200 ਪਤਾ ਵੀ ਇਹ ਚੀਜ਼ ਹੀ ਬੈਂਕ ਅਕਾਊਂਟ ਤੋਂ ਜਾਂਦੇ ਆ, ਐਮਾਜ਼ੋਨ ਨੇ ਕੱਲ ਨੂੰ ਲੈ ਆਉਣੀ ਹੈ ਮੈਨੂੰ, what's the big deal? ਅੱਛਾ ਗਿੱਲ ਸਾਹਿਬ, ਇਹ ਡਿਸਕਸ਼ਨ ਕਿਹੜੀ ਉਮਰ ਤੱਕ ਬੱਚੇ ਨੂੰ ਕਰਨੀ ਚਾਹੀਦੀ ਹੈ? 2 ਮਿਲੀਅਨ ਦਾ ਘਰ ਹੈ, 5 ਲੱਖ ਡਾਊਨ ਦਿੱਤਾ, 15 ਲੱਖ ਦੀ ਪੁੱਤ ਕਿਸ਼ਤ ਹੈ ਇਹਦੀ, $5000 ਪਲੱਸ ਯੂਟਿਲਿਟੀ ਪਲੱਸ ਸਾਲ ਦਾ ਪ੍ਰੋਪਰਟੀ ਟੈਕਸ, ਆਪਣਾ ਐਵਰੇਜ ਘਰ ਦਾ 8 ਤੋਂ 7-8 ਖਰਚ ਹੈ, ਕਮਾਈ ਆਪਣੇ ਘਰ ਦੀ 8000 ਹੈ, ਅਤੇ ਉਹ ਪੜ੍ਹ ਰਿਹਾ ਆਲਰੇਡੀ, ਆਪਣਾ ਆਰਟੀਕਲ ਲਿਖ ਰਿਹਾ, ਆਪਣੇ ਨੋਟਿਸ ਬਣਾ ਰਿਹਾ। ਆਪਾਂ ਕਹਿੰਦੇ ਯਾਰ ਹੁਣ ਅਸੀਂ ਇਹਨੇ ਤਾਂ ਦੇਣੇ ਤਾਂ ਹੈ ਨਹੀਂ, ਇਹਨੂੰ ਕਾਹਨੂੰ ਅਸੀਂ ਉਲਝਾਉਂਦੇ ਹਾਂ ਯਾਰ। ਇੱਕ ਇਹ ਸਕੂਲ ਆਫ ਥਾਟ ਹੈ। ਦੂਜਾ ਕਹਿੰਦਾ 15 ਸਾਲ ਦੀ ਉਮਰ 'ਚ ਕੰਮ 'ਤੇ ਲਾਉਣੇ ਨੇ, ਪੜ੍ਹਾਉਣੇ ਨੇ, ਪੜ੍ਹਦੇ ਨੇ ਨਾਲ ਨਾਲ ਕੰਮ 'ਤੇ ਕਰੋ ਅਤੇ ਅਕਲ ਆਵੇ। ਤੀਜਾ ਕਹਿੰਦਾ ਨਾ ਕੰਮ ਵੱਲ ਨੂੰ ਔਲਾਰ ਨਾ ਹੋ ਜਾਣ, ਕਿਤੇ ਪੜ੍ਹਨੋਂ ਹਟ ਜਾਣ। ਸੋ ਕਿਹੜੇ ਸਮੇਂ ਕਿੰਨਾ ਕੁ ਉਹਨਾਂ ਨੂੰ ਵਜ਼ਨ, ਕਿੰਨਾ ਕੁ ਉਹਨੂੰ ਫਾਈਨੈਂਸ਼ੀਅਲ ਓਬਲੀਗੇਸ਼ਨ ਕਦ ਕੁ ਦੇਣੀਆਂ ਸ਼ੁਰੂ ਕਰਨੀਆਂ ਚਾਹੀਦੀਆਂ? ਜਿਹੜੀ ਫਾਈਨੈਂਸ਼ੀਅਲ ਓਬਲੀਗੇਸ਼ਨ ਤੇ ਫਾਈਨੈਂਸ਼ੀਅਲ ਐਜੂਕੇਸ਼ਨ ਡਿਫਰੈਂਸ ਆ। ਸੋ ਐਜੂਕੇਸ਼ਨ ਤਾਂ ਪਹਿਲਾਂ ਤੋਂ ਦੱਸਣਾ ਚਾਹੀਦਾ ਸਾਰਾ ਕੁਛ ਨਾ। ਹਾਂ, ਆਏ ਨਹੀਂ ਵੀ 15 ਸਾਲਾਂ ਨੂੰ ਉਹਨੂੰ ਸਮਝਾ ਦਿਓ ਵੀ ਇੰਨੀ ਆਪਣੀ ਕਿਸ਼ਤ ਆ, ਇੰਨੀ ਬਿਜਲੀ ਦੇ ਬਿੱਲ ਆ, ਇੰਨਾ ਆਇਆ, ਫਿਰ ਉਹਨਾਂ ਨੂੰ ਕੀ ਪਤਾ ਗ੍ਰਾਸਪ ਉਹਨਾਂ ਦਾ ਮੋਸਟ ਵੋਂਟ ਗ੍ਰਾਸਪ ਇਟ ਯੈਟ। ਪਰ ਜਦੋਂ ਵੱਡੇ ਹੋਣਾ ਤਾਂ ਉਹਨਾਂ ਨੂੰ ਪਤਾ ਹੁਣ, ਜਦੋਂ ਹੁਣ ਤੁਸੀਂ ਕਾਲਜ ਜਾਣਾ, ਬਾਹਰ ਪੜ੍ਹਨ ਜਾਣਾ, ਕਿ ਤੇਰੇ ਰੈਂਟ ਕਿੰਨਾ ਹੋਣਾ, ਰੈਂਟ ਕਿੰਨਾ ਪੇ ਕਰਨਾ, ਤੇਰੇ ਬਿਜਲੀ ਦੇ ਬਿੱਲ, ਤੇਰੇ ਫੋਨ ਬਿੱਲ ਹੋਣਾ ਸੀ ਪੇ ਕਰਦੇ ਹਾਂ, ਫੋਨ ਬਿੱਲ ਤੇਰਾ ਕਿੰਨਾ ਹੋਣਾ, ਆਹ ਕਿੰਨਾ ਹੋਣਾ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬਜਟਿੰਗ ਕੀ ਹੁੰਦੀ ਹੈ। ਜੀ ਇਹ ਮੋਸਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਕੂਲ ਦੇ ਵਿੱਚ ਪੜ੍ਹਾਉਂਦੇ ਨਹੀਂ ਗੇ, ਇਹ ਸਾਰਾ ਘਰ ਦੇ ਵਿੱਚ ਆ ਐਜੂਕੇਸ਼ਨ ਇਹਦੀ। ਸਕੂਲ ਦੇ ਵਿੱਚ ਥੋੜ੍ਹਾ ਜਿਹਾ ਪੜ੍ਹਾਉਂਦੇ, ਬਾਹਰ ਜੂਨੀਅਰ ਅਚੀਵਮੈਂਟ ਪ੍ਰੋਗਰਾਮ ਆ, 2-3 ਹੋਰ ਪ੍ਰੋਗਰਾਮ ਹੁੰਦੇ ਸੀਗੇ, ਪਰ ਉਹ ਬਜਟਿੰਗ, ਬੈਂਕ ਅਕਾਊਂਟ ਕਾਹਤੋਂ ਕ੍ਰੈਡਿਟ ਕੀ ਹੁੰਦਾ, ਉਹ ਸਾਰੀਆਂ ਚੀਜ਼ਾਂ ਪੜ੍ਹਾਉਂਦੇ ਨਹੀਂ ਸਕੂਲ ਦੇ ਵਿੱਚ। ਮੋਸਟਲੀ ਜਿੰਨਾ ਘਰੇ ਸਿੱਖ ਲਿਆ ਉਹਨਾਂ ਨੂੰ ਫਾਇਦਾ, ਬਿਕਾਜ਼ ਬਾਹਰ ਜਾ ਕੇ ਪਤਾ ਨਹੀਂ ਉਹਨਾਂ ਨੂੰ ਵੀ ਕ੍ਰੈਡਿਟ ਵੀ ਕਾਹਤੋਂ ਬਣਾਉਣਾ, ਦੋਜ਼ ਟਾਈਪਸ ਆਫ ਥਿੰਗਸ। ਸੋ ਸਕੂਲ ਕਰਿਕੂਲਮ ਦੇ ਵਿੱਚ ਹੋਣ would be best, but it's not। ਕਾਲਜ ਵਿੱਚ ਵੀ ਜਾ ਕੇ ਨਹੀਂ ਸਿਖਾਉਂਦੇ ਇਹ ਚੀਜ਼ਾਂ। ਸੋ ਜਿੰਨਾ ਤੁਸੀਂ ਘਰ ਦੇ ਵਿੱਚ ਸਿਖਾ ਸਕਦੇ, ਦਿਖਾਓ ਵੀ ਹਾਂ ਆਹ ਹੈਗਾ ਨਾ। ਆਏ ਨਹੀਂ ਮੈਂ ਕਹਿੰਦਾ ਵੀ ਤੁਹਾਨੂੰ ਵੀ ਸਾਰਾ ਕੁਛ ਦਿਖਾ ਦੋ ਵੀ ਓਕੇ 2 ਮਿਲੀਅਨ ਦਾ ਘਰ ਹੈ, ਇੰਨਾ ਖਰਚਾ, ਉਹਨੂੰ ਆਪਾਂ ਸਟ੍ਰੈਸ ਤਾਂ ਨਹੀਂ ਪਾਉਣੇ ਬੱਚਿਆਂ ਤੇ, ਪਰ ਐਜੂਕੇਟ ਕਰਨਾ, ਰਾਈਟ, ਐਜੂਕੇਟ ਕਰਨਾ ਵੀ ਓਕੇ ਹੁਣ ਵੀ ਜੇ ਤੁਸੀਂ RESP ਹੈਗੀ, ਤੁਹਾਡੀ ਪੜ੍ਹਾਈ ਲਈ ਆਪਾਂ ਪੈਸੇ ਰੱਖੇ ਆ, 60,000 ਹੋ ਗਿਆ, 50,000 ਜਿੰਨਾ ਹੈਗਾ, ਉਹਦੇ ਵਿੱਚ ਉਹਨੂੰ ਇਨਵੋਲਵ ਕਰ ਲਓ, ਰਾਈਟ। ਹੁਣ ਜੇ ਆਪਾਂ ਇਹਦੇ ਵਿੱਚ ਤੁਹਾਡੇ ਪੈਸੇ ਰੱਖੇ ਆ, ਫਿਰ ਤੁਸੀਂ ਕਿਹੜੀਆਂ ਕੰਪਨੀਜ਼ ਯੂਜ਼ ਕਰਦੇ ਹੋ ਰੋਜ਼, ਰਾਈਟ, ਫੋਨ ਕਿਹੜਾ ਫੋਨ ਐਪਲ ਦਾ,
ਕੰਪਿਊਟਰ ਦਾ ਸੌਫਟਵੇਅਰ ਕਿਹੜਾ ਯੂਜ਼ ਕਰਦੇ ਮਾਈਕਰੋਸਾਫਟ ਤੁਸੀਂ ਜਦੋਂ ਬਾਹਰ ਕੁਝ ਬਾਏ ਕਰਦੇ ਕੀ ਯੂਜ਼ ਕਰਦੇ ਵੀਜ਼ਾ ਤੁਸੀਂ ਜਦੋਂ ਕੁਝ ਕੱਪੜੇ ਲੈਣੇ ਜਾਂ ਕੁਝ ਸ਼ੂਜ਼ ਕਿਹੜੇ ਚੰਗੇ ਤੁਸੀਂ ਟੀਵੀ ਵੇਖਦੇ ਕਿਹੜੀ ਸ਼ੋਜ਼ ਵੇਖਦੇ ਕਿਹੜੀ ਕੰਪਨੀ ਨੈਟਫਲਿਕਸ ਤੇ ਜਾਂ ਡਿਜ਼ਨੀ ਦੇ ਉਹੋ ਜਿਹੀਆਂ ਚੀਜ਼ਾਂ ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਨਾ ਵੀ ਐਜੂਕੇਸ਼ਨ ਹੈਗੇ ਪਰ ਹੁਣ ਜਦੋਂ ਅਸੀਂ ਕੁਝ ਸਪੈਂਡ ਵੀ ਕਰਦੇ ਤੁਸੀਂ ਉਹ ਕੰਪਨੀ ਦੀ ਓਨਰਸ਼ਿਪ ਵੀ ਕਰ ਸਕਦੇ ਹੋ right so ਉਹਦਾ ਫਿਰ ਮਨ ਫਿਰ ਡਿਫਰੈਂਟ ਹਾਂ ਪੈਸੇ ਤੁਸੀਂ ਸਪੈਂਡ ਕਰਨੇ ਪਰ ਜੇ ਤੁਸੀਂ ਸ਼ੇਅਰ ਓਨਰ ਵੀ ਆ ਤੇ ਫਿਰ ਓਕੇ ਠੀਕ ਹੈ ਫਿਰ that's a good company ਆਪਾਂ ਉਹਦੇ ਵਿੱਚ ਇਨਵੈਸਟ ਕਰਦੇ right so ਉਹ ਵੀ ਹੈਗਾ ਐਜੂਕੇਸ਼ਨ ਦੀ ਐਸੈਟਸ ਦੀ ਜਿਹੜੇ ਇਨਵੈਸਟਮੈਂਟਸ ਆ ਐਜੂਕੇਸ਼ਨ ਦੀ ਡੈਟ ਦਾ ਵੀ ਜੋ ਤੁਸੀਂ ਲੋਨ ਚੱਕਦੇ ਆ ਉਹਦੀ ਮੀਨਿੰਗ ਕੀ ਆ ਆਪਾਂ ਮੋਰਗੇਜ ਚੱਕੀ ਆ ਪੇਮੈਂਟ 2 ਹਫ਼ਤੇ ਬਾਅਦ ਦਿੰਦੇ ਆ ਤਾਂ ਕਿ ਉਹਦਾ ਵਿਆਜ ਕਿੰਨਾ ਹੁੰਦਾ ਪ੍ਰਿੰਸੀਪਲ ਕਿੰਨਾ ਹੁੰਦਾ ਉਹ as the kids get older ਸਮਝ ਲੈਂਦੇ ਉਹਨਾਂ ਨੂੰ ਪਤਾ ਪਰ ਜੋ ਛੋਟੇ ਹੁੰਦੇ ਉਹਨੂੰ ਤਾਂ they don't know much obviously ਗਿੱਲ ਸਾਹਿਬ ਕ੍ਰੈਡਿਟ ਬਿਲਡ ਕਰਨ ਲਈ ਇਹ ਅਕਸਰ ਗੱਲ ਹੁੰਦੀ ਆ ਵੀ ਇਹਨਾਂ ਨੂੰ ਕ੍ਰੈਡਿਟ ਕਾਰਡ ਦਿਓ ਇਹ ਕ੍ਰੈਡਿਟ ਤੇ ਬਾਏ ਕਰਨ ਵੱਧ ਤੋਂ ਵੱਧ ਕਦ ਉਹਨਾਂ ਨੂੰ ਇਨਵੋਲਵ ਕਰੀਏ ਜਦ ਉਹਨਾਂ ਦਾ ਕ੍ਰੈਡਿਟ ਬਿਲਡ ਹੋਣ ਲੱਗੇ ਕ੍ਰੈਡਿਟ ਤਾਂ ਉਹਨਾਂ ਦਾ ਬਿਲਡ ਹੋਣ ਸਕਦਾ ਜਦੋਂ ਸੋਸ਼ਲ ਇੰਸ਼ੋਰੈਂਸ ਨੰਬਰ ਮਿਲ ਜਾਵੇ but it's still above 19 years old ਫਿਰ ਹੀ ਉਹਨਾਂ ਦਾ ਆਪਦਾ ਕ੍ਰੈਡਿਟ ਬਿਲਡ ਹੋਣਾ ਤੇ ਅਖੀਰ ਦੇ ਵਿੱਚ ਇਸ ਨੂੰ ਹੋਰ ਸਮ ਅਪ ਕਰਨਾ ਹੋਵੇ ਅਖੀਰ 'ਚ ਕੁਛ ਅਜਿਹਾ ਜਿਹੜਾ ਮੈਂ ਨਾ ਪੁੱਛਿਆ ਹੋਵੇ ਐਡ ਕਰੋ ਪਲੀਜ਼ I think main thing is ਜਦੋਂ ਆਪਾਂ ਵੈਲਿਊਜ਼ ਦੇ ਆਪਾਂ ਵੇਖਦੇ ਜਿਵੇਂ ਪਹਿਲਾਂ ਥੋੜਾ ਸੈਗਮੈਂਟ ਦੀ ਗੱਲ ਹੋਈ ਸੀ ਉਹ ਵੈਲਿਊਜ਼ ਜਿਹੜੇ ਆਪਣੇ ਹੈਗੇ ਉਹ ਆਪਣੇ ਇਨਵੈਸਟਮੈਂਟਸ ਦੇ ਵਿੱਚ ਤੇ ਮਨੀ ਦੇ ਵਿੱਚ ਜਿਹੜੇ ਤੁਸੀਂ ਸਾਰਾ ਕੰਮ ਕਰਦੇ ਹੋ ਉਹਦੇ ਵਿੱਚ ਲੈ ਕੇ ਆਇਆ ਕਰੋ ਜਦੋਂ ਐਕਸਪਲੇਨ ਤੇ ਐਜੂਕੇਟ ਕਰਦੇ ਆ ਅਗਲੀ ਪੀੜ੍ਹੀ ਨੂੰ ਕਿਉਂਕਿ ਫਿਰ ਉਹ ਜਿਹੜੇ $200 ਇਕੱਲਾ $200 ਨਹੀਂ ਫਿਰ ਉਹ $200 ਹਾਂ $200 ਕਮਾਇਆ ਵੀ ਕਿਉਂ ਫਿਰ ਉਹਦਾ ਫਿਰ ਵੈਲਿਊ ਦਾ ਵੀ ਹੈਗਾ ਵੀ ਓਕੇ ਠੀਕ ਹੈ $200 ਹੈਗਾ ਪਰ ਇਹ ਮੰਮੀ ਦਾ ਨੇ ਕਿੰਨਾ ਕੰਮ ਕਰਕੇ ਮਿਲਿਆ ਕੀ ਕੀਤਾ ਉਹ ਫਿਰ ਥਿੰਕਿੰਗ ਡਿਫਰੈਂਟ ਹੋ ਜਾਂਦੀ ਜਦੋਂ ਵੈਲਿਊਜ਼ ਦੇ ਵਿੱਚ ਵੀ ਆ ਜਾਂਦੀ ਹੈ then it's not just a toy I need the currency ਵੀ spend ਕਰ ਦੋ ਕੱਲ ਨੂੰ ਫੇਰ ਆ ਜਾਣੀ ਫਿਰ ਉਹ ਸੋਚਣ ਡਿਫਰੈਂਟ ਹੋ ਜਾਂਦੀ ਹੈ ਆਪਣੀ ਵੀ ਹੋ ਜਾਂਦੀ ਹੈ ਡਿਫਰੈਂਟ ਰਾਈਟ ਉਹਨਾਂ ਦੀ ਵੀ ਹੋ ਜਾਂਦੀ ਹੈ ਡਿਫਰੈਂਟ ਉਹਦੇ ਨਾਲ ਜਿੰਨਾ ਤੁਸੀਂ ਜ਼ਿਆਦਾ ਐਜੂਕੇਟ ਐਕਸਪਲੇਨ ਕਰ ਸਕਦੇ ਆ ਦੈਟਸ ਦ ਬੈਸਟ ਹਾਂ ਜੇ ਤੁਹਾਨੂੰ ਆਪ ਨਹੀਂ ਪਤਾ ਫਿਰ ਤੁਸੀਂ ਆਪ ਵੀ ਸਿੱਖੋ ਰਾਈਟ ਸੇਮ ਟਾਈਮ ਤੁਸੀਂ ਆਪ ਸਿੱਖ ਲਓ ਵੀ ਇਨਵੈਸਟਮੈਂਟ ਕੀ ਚੀਜ਼ ਹੁੰਦੀ ਹੈ ਮੋਰਗੇਜ ਕਿਵੇਂ ਚੱਲਦੀ ਹੈ ਵਿਆਜ ਕੀ ਹੁੰਦਾ ਉਹ ਜਿਹੀ ਚੀਜ਼ਾਂ ਆਪ ਹੀ ਨਾਲ ਸਿੱਖ ਲਓ ਫਿਰ ਤੁਸੀਂ ਐਕਸਪਲੇਨ ਕਰ ਸਕਦੇ ਨੌਲੇਜ ਇਜ਼ ਪਾਵਰ ਧੰਨਵਾਦ ਬਹੁਤ ਬਹੁਤ ਸ਼ੁਭ ਸ਼ਾਮਾਂ ਅਗਲੇ ਮੰਗਲਵਾਰ ਫਿਰ ਗੱਲਬਾਤ ਹੋਏਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਤੇ ਆਪਾਂ ਗੱਲਬਾਤ ਕੀਤੀ ਹੈ ਸ਼ਹੀਦ ਭਗਤ ਸਿੰਘ ਉਹਨਾਂ ਦੇ ਬਾਰੇ ਅੱਜ ਜਿਹੜਾ 72 ਤੇ 120 ਤੇ ਹਰ ਰੋਜ਼ ਕਿਸਾਨਾਂ ਦੇ ਹੱਕ ਦੇ ਵਿੱਚ ਇਕੱਠ ਹੁੰਦਾ ਕਾਰਨਰ ਤੇ ਅੱਜ ਕੈਂਡਲ ਲਾਈਟ ਵਿਜ਼ਲ ਜਿਹੜਾ ਮੋਮਬੱਤੀਆਂ ਜਗਾ ਕੇ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਜਾਵੇਗਾ ਸੁਖ ਰੰਧਾਵਾ ਉਹਨਾਂ ਨੇ ਜਾਣਕਾਰੀ ਭੇਜੀ ਹੈ ਆਪਣੇ ਬਾਈ ਗਿੱਲ ਨੇ ਵੀ ਭੇਜੀ ਹੈ ਅਤੇ ਕੁਲਜਿੰਦਰ ਗਿੱਲ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚਿਆ ਕਰੋ ਹੱਥ ਨੇ ਇਸ ਦੀ ਅੱਜ ਦੇ 2 ਘੰਟੇ ਤੁਹਾਡੀ ਸੇਵਾ ਦੇ ਵਿੱਚ ਅਤੇ ਬਾਕੀ ਗੱਲਾਂ ਜਿਹੜੀਆਂ ਰਹਿ ਗਈਆਂ ਕੱਲ੍ਹ ਨੂੰ ਕਰਾਂਗੇ ਜਾਂ ਅਗਲੇ ਸ਼ੋਅ 'ਚ ਕਰਾਂਗੇ